ਸਤਿ ਸ਼੍ਰੀ ਅਕਾਲ, ਨਮਸਕਾਰ, ਗੁੱਡ ਈਵਨਿੰਗ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਅੱਜ ਕੁਝ ਰਾਹਤ ਭਰੀ ਖਬਰ BC ਸਰਕਾਰ ਵੱਲੋਂ ਮਿਲੀ ਹੈ। ਚੰਗੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਕੋਈ ਵੀ ਮੌਤ ਜਿਹੜੀ ਆ ਰਿਪੋਰਟ ਨਹੀਂ ਕੀਤੀ ਗਈ ਕਰੋਨਾ ਵਾਇਰਸ ਦੇ ਕਰਕੇ। ਕਰੋਨਾ ਵਾਇਰਸ ਨੇ ਹਰ ਕਿਸੇ ਨੂੰ ਦੇ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਤੇ ਕਰੋਨਾ ਵਾਇਰਸ ਦੇ ਕਾਰਨ ਹੁਣ ਜੇ ਕੈਨੇਡਾ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ 30,000 ਤੋਂ ਵੱਧ ਕੇਸ ਨੇ, ਪਰ ਅਸੀਂ ਜਿਹੜੀ ਉਹ ਕਰਵ ਹੈਗੀ ਉਹ ਫਲੈਟ ਕਰਨ ਦੇ ਨੇੜੇ ਆ। ਅੱਜ BC ਸਰਕਾਰ ਨੇ ਸਾਨੂੰ ਕਿਹਾ ਜੇ ਅਸੀਂ BC ਦੇ ਵਿੱਚ ਰਹਿੰਦੇ ਆ ਤਾਂ BC ਦੇ ਵਿੱਚ ਰਹਿੰਦੇ ਹੋਏ ਸਾਨੂੰ ਦਿਸ਼ਾ ਨਿਰਦੇਸ਼ ਜਿਹੜੇ ਉਹ ਪਾਲਣ ਕਰਨ ਲਈ ਕਿਹਾ ਗਿਆ ਸੀ ਤੇ ਲੋਕਾਂ ਨੂੰ ਵੀ ਸਲੂਟ ਕੀਤਾ ਜਾ ਰਿਹਾ ਕਿ ਲੋਕ ਮੰਨ ਰਹੇ ਨੇ ਉਹ ਗੱਲ ਨੂੰ, ਸੋਸ਼ਲ ਡਿਸਟੈਂਸ ਮੇਨਟੇਨ ਕਰ ਰਹੇ ਨੇ ਤੇ ਇਸੇ ਕਰਕੇ ਹੀ ਕੋਈ ਵੀ ਇਸ 24 ਘੰਟਿਆਂ ਦੇ ਵਿੱਚ ਸਾਨੂੰ ਮੌਤ ਦੀ ਖਬਰ ਸੁਣਨ ਨੂੰ ਨਹੀਂ ਮਿਲੀ ਤੇ ਉਮੀਦ ਕਰਦੇ ਹਾਂ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੀ ਵਰਲਡ ਦੇ ਵਿੱਚ ਕਿਤੇ ਵੀ ਸਾਨੂੰ ਇਹੋ ਜਿਹੀਆਂ ਵਧੀਆ ਖਬਰਾਂ ਮਿਲਣਗੀਆਂ, ਮਾੜੀਆਂ ਖਬਰਾਂ ਨਹੀਂ ਮਿਲਣਗੀਆਂ, ਮੌਤਾਂ ਦੀਆਂ ਖਬਰਾਂ ਨਹੀਂ ਮਿਲਣਗੀਆਂ। ਸੋ ਅਸੀਂ ਬਹੁਤ ਜ਼ਿਆਦਾ ਸਦਮੇ ਵਿੱਚ ਵੀ ਆ ਇੰਨੀਆਂ ਮੌਤਾਂ ਦੇਖ ਕੇ, ਉਹਨਾਂ ਦੇ ਪਰਿਵਾਰਾਂ ਵਾਲਿਆਂ ਤੇ ਕੀ ਬੀਤ ਰਹੀ ਹੋਵੇਗੀ। ਪਰ ਦੁਨੀਆ ਦੀ ਸ਼ਕਤੀ, ਵੱਡੀਆਂ ਵੱਡੀਆਂ ਸ਼ਕਤੀਆਂ ਇਸ ਬਿਮਾਰੀ ਨਾਲ ਨਜਿੱਠਣ ਨੂੰ ਲੈ ਕੇ ਕੰਮ ਕਰ ਰਹੀਆਂ ਨੇ। ਤੇ ਜੇ ਅਸੀਂ ਹੁਣ ਕੈਨੇਡਾ ਦੀ ਗੱਲ ਕਰੀਏ, ਅਸੀਂ BC ਦੇ ਵਿੱਚ ਰਹਿੰਦੇ ਹਾਂ ਤੇ ਇੱਥੇ ਛੋਟੇ ਬਿਜ਼ਨਸ ਹੈ ਚਾਹੇ ਵੱਡੇ ਬਿਜ਼ਨਸ ਹੈ, ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਕੈਨੇਡਾ ਦੀ ਸਰਕਾਰ ਦੇ ਵੱਲੋਂ ਵੀ ਬਿਜ਼ਨਸਿਸ ਨੂੰ ਹੈਲਪ ਕਰਨ ਦੇ ਲਈ ਫੰਡਿੰਗ ਜਿਹੜੀ ਦਿੱਤੀ ਜਾ ਰਹੀ ਹੈਗੀ ਹੈ, ਲੋਕਾਂ ਨੂੰ ਘਰੇ ਬੈਠੇ ਆ ਫੰਡਿੰਗ ਪ੍ਰੋਵਾਈਡ ਕੀਤੀ ਜਾ ਰਹੀ ਹੈ। ਹੁਣ ਬਿਜ਼ਨਸ ਦੀ ਗੱਲ ਕੀਤੀ ਹੈ ਤਾਂ ਬਿਜ਼ਨਸ ਦੇ ਨਾਲ ਕੀ ਕੁਝ ਹੋ ਰਿਹਾ, ਕਮਿਊਨਿਟੀ ਦੇ ਵਿੱਚ ਕੀ ਕੁਝ ਹੋ ਰਿਹਾ, ਉਹ ਗੱਲਾਂ ਨੂੰ ਜਾਣਨ ਦੇ ਲਈ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਇੱਕ ਸ਼ਖਸੀਅਤ ਮੌਜੂਦ ਨੇ ਜੋ ਕਿ ਇੱਕ ਸੋਸ਼ਲ ਐਕਟਿਵਿਸਟ ਵੀ ਨੇ, ਇੱਕ ਬਿਜ਼ਨਸਮੈਨ ਵੀ ਨੇ, ਮੋਰ ਓਵਰ ਇੱਕ ਵਧੀਆ ਹਿਊਮਨ ਬੀਇੰਗ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਕਮਿਊਨਿਟੀ ਦੇ ਵਿੱਚ ਕੀ ਕੁਝ ਹੋ ਰਿਹਾ, ਕਿਵੇਂ ਦੀ ਦਹਿਸ਼ਤ ਹੈ ਕਮਿਊਨਿਟੀ ਦੇ ਵਿੱਚ, ਕਿਵੇਂ ਲੋਕ ਇਸ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਹੇ ਨੇ, ਕੀ ਕੁਝ ਹੋਰ ਹੋ ਰਿਹਾ ਹੈਗਾ ਆ ਇਸ ਕਰੋਨਾ ਵਾਇਰਸ ਨੂੰ ਲੈ ਕੇ ਤੇ ਇਸ ਤੋਂ ਅਸੀਂ ਕਿਵੇਂ ਬਾਹਰ ਆਵਾਂਗੇ, ਇਹ ਗੱਲਾਂ ਵੀ ਕਰਦੇ ਹਾਂ। ਸੋ ਉਸ ਸ਼ਖਸੀਅਤ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਮੇਰੇ ਨਾਲ ਨੇ A1 ਸਪੋਰਟ ਤੋਂ ਅਮਰਜੀਤ ਸਿੰਘ ਟਰਵਾਰ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਸੋ ਵੈਲਕਮ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਅਰਸ਼ੀ, ਹੋਰ ਸੁਣਾਓ ਕੀ ਹਾਲ ਚਾਲ ਤੁਹਾਡੇ? ਠੀਕ ਹੈ ਜੀ, ਵਧੀਆ। ਤੁਸੀਂ ਸੁਣਾਓ ਕਿਵੇਂ ਹੋ? ਅਸੀਂ ਬਿਲਕੁਲ ਜੀ, ਪਰਮਾਤਮਾ ਦੀ ਕਿਰਪਾ, ਤੰਦਰੁਸਤ ਹੈ ਸਾਰੇ। ਬਿਲਕੁਲ ਇਸ ਸਮੇਂ ਦੇ ਵਿੱਚ ਤਾਂ ਹਰ ਕਿਸੇ ਤੇ ਪਰਮਾਤਮਾ ਦੀ ਕਿਰਪਾ ਹੋਣੀ ਵੀ ਚਾਹੀਦੀ ਹੈਗੀ ਕਿਉਂਕਿ ਬਹੁਤ ਡਿਫਰੈਂਟ ਮਾਹੌਲ ਹੈਗਾ ਆ। ਕਰੋਨਾ ਵਾਇਰਸ ਜਦੋਂ ਸੁਣਿਆ ਸੀ ਉਸ ਤੋਂ ਲੈ ਕੇ ਹੁਣ ਤੱਕ ਕਿਵੇਂ ਦੀ ਸਥਿਤੀ ਰਹੀ ਹੈ, ਕਿਵੇਂ ਦਾ ਲੱਗ ਰਿਹਾ ਹੈਗਾ ਇਸ ਮਾਹੌਲ ਦੇ ਵਿੱਚ? ਜਦੋਂ ਤੋਂ ਸ਼ੁਰੂ ਹੋਇਆ ਸੀਗਾ ਜੀ, ਤਕਰੀਬਨ ਹਰ ਇੱਕ ਹਿਊਮਨ ਬੀਇੰਗ ਦਾ ਇਹੀ ਸੀਗਾ ਸੋਚਣਾ ਕਿ ਇਹ ਕੋਈ ਸ਼ੋਸ਼ਾ ਛੱਡਿਆ ਗਿਆ ਕਿਸੇ ਸਰਕਾਰਾਂ ਵੱਲੋਂ। ਵੀ ਚਾਈਨਾ ਵਿੱਚ ਹੋਇਆ ਸੀਗਾ ਵੀ ਇੱਧਰ ਸਾਨੂੰ ਐਵੇਂ ਡਰਾਈ ਜਾਂਦੇ ਆ, ਪਰ ਹੁਣ ਮੇਰੇ ਖਿਆਲ 'ਚ ਚੌਥੀ 4 ਵੀਕਾਂ ਗੁਜ਼ਰ ਚੁੱਕੀਆਂ ਜਦੋਂ ਕਦਾ ਲੋਕਡਾਊਨ ਵੀ ਚੱਲ ਰਿਹਾ ਅਤੇ ਹੌਲੀ ਹੌਲੀ ਜਿੱਦਾਂ ਸਾਡੇ ਕਲੋਜ਼ ਰਹਿਣ ਵਾਲਿਆਂ ਦੇ ਰਿਸ਼ਤੇਦਾਰਾਂ ਦੇ ਵਿੱਚ ਸੁਣਨ ਨੂੰ, ਦੇਖਣ ਨੂੰ ਜਦੋਂ ਮਿਲ ਰਹੀ ਗੱਲ, ਫਿਰ ਥੋੜ੍ਹੀ ਰਿਐਲਿਟੀ ਵੀ ਲੱਗਦੀ ਹੈ ਵੀ ਨਹੀਂ ਵਾਕਿਆ ਬਚਣ ਦੀ ਲੋੜ ਆ। ਪਰ ਜਿੰਨਾ ਚਿਰ ਨਹੀਂ ਸੀਗਾ ਉਦੋਂ ਇੱਦਾਂ ਲੱਗਦਾ ਸੀ ਕਿ ਇੱਕ ਬਿਨਾਂ ਗੱਲ ਤੋਂ ਹੀ ਰੌਲਾ ਹੀ ਹੈ, ਉੱਦਾਂ ਹੀ ਰੌਲਾ ਪਾਇਆ ਹੈ ਕਿਉਂਕਿ ਹੁਣ ਅਸੀਂ ਕਿੰਨੇ ਟਾਈਮ ਤੋਂ ਸੁਣਦੇ ਹੈਗੇ ਨਾ ਕਿ ਕਰੋਨਾ ਵਾਇਰਸ ਹੋ ਗਿਆ। ਪਹਿਲਾਂ ਕਰੋਨਾ ਵਾਇਰਸ ਸੀ, ਹੁਣ ਉਹਨੂੰ COVID-19 ਦਾ ਨਾਮ ਦੇ ਦਿੱਤਾ ਗਿਆ ਹੈਗਾ ਆ। ਸੋ ਹਰ ਦਿਨ ਨਿਤ ਪ੍ਰਤੀ ਦਿਨ ਜੇ ਅਸੀਂ ਗੱਲ ਕਰੀਏ ਤਾਂ ਹਰ ਨਵੀਂ ਚੀਜ਼ ਸਾਹਮਣੇ ਆਉਂਦੀ ਹੈ ਕਿ ਅਜੇ ਇੱਦਾਂ ਹੋ ਗਿਆ, ਫਿਰ ਸਿੰਪਟਮਸ ਨਹੀਂ, ਕਿਸੇ 'ਚ ਸਿੰਪਟਮ ਹੈਗੇ ਆ, ਕਿਸੇ 'ਚ ਨਹੀਂ ਹੈਗੇ। ਸੋ ਕਰੋਨਾ ਵਾਇਰਸ ਨੂੰ ਜਿੰਨੀਆਂ ਅਸੀਂ ਸਾਰੇ ਦਿਨ 'ਚ ਨਿਊਜ਼ ਸੁਣਦੇ ਹਾਂ ਜਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਦੇਖਦੇ ਹੈਗੇ ਆ, ਸੋ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਇੱਦਾਂ ਦਾ ਜ਼ਰੂਰ ਆਉਂਦਾ ਹੈ ਵੀ ਇਹ ਹੋ ਕੀ ਰਿਹਾ ਦੁਨੀਆ ਨੂੰ, ਹੈ ਨਾ। ਉਹ ਜੀ ਅਸੀਂ ਇੱਦਾਂ ਵੀ ਜਿਹੜੀਆਂ ਉਹ ਨਿਊਜ਼ ਅਤੇ ਜਿਹੜੀਆਂ ਉਹਦੀਆਂ ਗ੍ਰਾਫਿਕਸ ਜਾਂ ਵੀਡੀਓ ਜਦੋਂ ਦੇਖਦੇ ਆ ਨਾ, ਸਾਡਾ ਦਿਮਾਗ ਵੀ ਜਿਹੜਾ ਮੈਸੇਜ ਭੇਜਣ ਲੱਗ ਪੈਂਦਾ ਬੋਡੀ ਨੂੰ ਕਿ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਵੀ ਇੱਦਾਂ ਦੇ ਸਿੰਪਟਮ ਹੈਗੇ ਆ। ਪਰ ਐਨੀਵੇ ਗੱਲ ਤਾਂ ਉਹੀ ਹੋਣੀ ਹੈ ਕਿ ਡਰਨ ਦੀ ਲੋੜ ਨਹੀਂ, ਚੜ੍ਹਦੀ ਕਲਾ 'ਚ ਰਹਿਣਾ ਪੈਣਾ ਅਤੇ ਰਲ ਮਿਲ ਕੇ ਜਿਹੜਾ ਇਹ 'ਤੇ ਕਾਬੂ ਪਾਇਆ ਜਾਣਾ ਆ। ਸੋ ਬਹੁਤ ਚੰਗੀ ਗੱਲ ਆ ਜਿਹੜੀਆਂ ਸਰਕਾਰਾਂ ਨੇ ਸਮਾਂ ਰਹਿੰਦੇ ਜਿਹੜੇ ਸਟੈਪ ਚੁੱਕ ਲਏ ਆ। ਸੋ ਕੈਨੇਡਾ ਸਰਕਾਰ ਦਾ ਤਾਂ ਬਹੁਤ ਹੀ ਧੰਨਵਾਦ ਕਿ ਜਿਹੜੇ ਘਰੇ ਬੈਠਿਆਂ ਨੂੰ ਜਿਹੜੀ ਹੈਲਪ ਵੀ ਪਹੁੰਚ ਰਹੀ ਆ ਹਰ ਪਾਸਿਓਂ। ਅਤੇ ਹੁਣ ਮੈਂ ਜਦੋਂ ਤੋਂ ਬਿਜ਼ਨਸ, ਤੁਸੀਂ ਗੱਲ ਕੀਤੀ ਸੀ ਕਿ ਛੋਟੇ ਵੱਡੇ ਬਿਜ਼ਨਸ ਸਾਰੇ ਇੰਪੈਕਟ ਸਾਰਿਆਂ 'ਤੇ ਪੈ ਹੀ ਗਿਆ ਆ। ਸੋ ਪਹਿਲਾਂ ਜਿਸ ਦਿਨ ਇਹ ਸਿਚੁਏਸ਼ਨ ਆਈ ਸੀਗੀ ਉਦੋਂ ਬਹੁਤ ਡਰ ਲੱਗਾ ਸੀ ਕਿ ਕਿਸ ਤਰ੍ਹਾਂ ਹੋਊਗੀ, ਪਰ ਸਰਕਾਰਾਂ ਦੇ ਬੈਨੀਫਿਟਸ ਅਤੇ ਜਿਹੜੇ ਰੈਗੂਲਰ ਜ਼ਿੰਦਗੀ ਦੇ ਨਾਲ ਰੋਜ਼ ਦੀ ਰੋਜ਼ ਜਦੋਂ ਅਸੀਂ ਦੇਖਿਆ ਅਤੇ ਹੁਣ ਲੱਗਦਾ ਇਸ ਤਰ੍ਹਾਂ ਕਿ ਜਿਹੜੀ ਸਾਡੀ ਐਕਸਟਰਾ ਦੌੜ ਭੱਜ ਜ਼ਿਆਦਾ ਸੀਗੀ, ਸੋ ਜਿਹੜੀ ਜ਼ਿੰਦਗੀ ਬਸਰ ਕਰਨ ਲਈ ਉਹ ਲਿਮਟਿਡ ਜਿਹੜਾ ਕੰਮ ਉਹ ਕੀਤਾ ਜਾ ਸਕਦਾ ਸੀਗਾ। ਪਰ ਜਿਹੜੀ ਹੁਣ ਇੰਪੈਕਟ ਪਿਆ ਬਿਜ਼ਨਸਾਂ ਦੇ ਵਿੱਚ,
ਚਲੋ ਜਦੋਂ ਸਾਰੀ ਸਿਚੁਏਸ਼ਨ ਨਾਰਮਲ ਹੋਊਗੀ ਸੋ ਪ੍ਰਮਾਤਮਾ ਕਰੂ ਕਿ ਉਨੀ ਸਪੀਡ ਨਾਲ ਉਹ ਰਿਕਵਰੀ ਵੀ ਹੋਊਗੀ, ਪਰ ਕੁਝ ਬਿਜ਼ਨਸ ਇੱਦਾਂ ਦੇ ਆ ਜਿਹੜੇ ਸ਼ਾਇਦ ਨਾ ਰਿਕਵਰ ਹੋਣ। ਕਿਉਂਕਿ ਹੁਣ ਅਸੀਂ ਦੇਖਦੇ ਹਾਂ ਕਿ ਸ਼ਾਪਿੰਗ ਮਾਲ ਬੰਦ ਹੈਗੇ ਆ, ਜਿੱਦਾਂ ਹੋਰ ਛੋਟੇ ਬਿਜ਼ਨਸ ਹੈਗੇ ਆ ਉਹ ਬੰਦ ਹੈਗੇ ਨੇ। ਇੱਕ ਪਾਸੇ ਇਹ ਹੈ ਕਿ ਅਸੀਂ ਦੇਖ ਲਿਆ ਕਿ ਅਸੀਂ ਘੱਟ ਚੀਜ਼ਾਂ ਦੇ ਵਿੱਚ ਵੀ ਗੁਜ਼ਾਰਾ ਕਰ ਸਕਦੇ ਹਾਂ, ਕਿ ਅਸੀਂ ਹਰ ਦਿਨ ਮਾਲ ਜਾਏ ਬਿਨਾਂ ਸਰਦਾ ਹੈਗਾ ਸਾਡਾ, ਹਰ ਦਿਨ ਬਾਹਰੋਂ ਖਾਣ ਵਾਲੋਂ ਸਰਦਾ ਹੈਗਾ, ਪਰ ਉਹਦੇ ਨਾਲ ਨਾਲ ਇੰਪੈਕਟ ਪੈ ਰਿਹਾ ਬਿਜ਼ਨਸਿਸ ਨੂੰ ਵੀ, ਕਿ ਕਿੱਥੇ ਅਸੀਂ ਕਈ ਵਾਰ ਹੁਣ ਵੀਕ ਦੇ ਵਿੱਚ ਇੱਕ ਨਹੀਂ ਤਾਂ ਜ਼ਿਆਦਾ ਵਾਰ ਅਸੀਂ ਰੈਸਟੋਰੈਂਟ ਦੇ ਵਿੱਚ ਵੀ ਖਾਣ ਜਾਂਦੇ ਸੀ, ਕੋਈ ਮੀਟਿੰਗ ਦੇ ਬਹਾਨੇ ਜਾਂਦਾ ਸੀ। ਸੋ ਹੁਣ ਟੇਕ ਆਊਟ ਸਰਵਿਸਿਜ਼ ਹੈਗੀਆਂ ਨੇ, ਪਰ ਉੱਥੇ ਜਾ ਕੇ ਬੈਠ ਕੇ ਨਹੀਂ ਖਾ ਸਕਦੇ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਘੱਟ ਕੀਤੇ ਬਿਨਾਂ ਸਰਦਾ ਆ, ਪਰ ਉਹਨਾਂ ਬਿਜ਼ਨਸਿਸ ਦਾ ਵੀ ਨਹੀਂ ਸਰਦਾ ਹੁਣ, ਕਿਉਂਕਿ ਉਹਨਾਂ ਦਾ ਲਾਸ ਹੋ ਰਿਹਾ ਹੈਗਾ ਆ। ਸੋ ਕਿਤੇ ਨਾ ਕਿਤੇ ਹਰ ਪਾਸਿਓਂ ਡੈਮੇਜ ਜਿਹੜਾ ਉਹ ਪਹੁੰਚ ਰਿਹਾ ਜੀ। ਪਲੱਸ ਨਾਲ ਦੀ ਨਾਲ ਇੱਕ ਵੱਡੀ ਚੇਂਜ ਵੀ ਆ ਰਹੀ ਆ, ਜਿਹੜਾ ਸਾਡਾ ਲਾਈਫ ਸਟਾਈਲ ਦੇ ਵਿੱਚ ਚੇਂਜ ਜਿਹੜੀ ਪਹਿਲਾਂ ਤਾਂ ਮੈਨੂੰ ਲੱਗਦਾ ਹੌਲੀ ਹੌਲੀ ਆਉਣੀ ਸੀਗੀ, ਹੁਣ ਇਹ ਯਕਦਮ ਆ ਗਈ ਆ। ਉਹਦਾ ਸਿੱਟਾ ਮੈਂ ਇਹ ਦੱਸ ਸਕਦਾ ਕਿ ਸਾਰੀਆਂ ਮੀਟਿੰਗਸ ਜਿਹੜੀਆਂ ਉਹ ਆਨਲਾਈਨ ਹੋਣ ਲੱਗ ਪਈਆਂ, ਤੇ ਉਹਦਾ ਮੈਂ ਤਾਂ ਪੋਜ਼ਿਟਿਵ ਪੱਖ ਦੇਖਿਆ ਹੈ ਕਿ ਐਜ਼ ਏ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਮੈਂ ਵਲੰਟੀਅਰ ਕਰਦਾ ਤੇ ਐਜ਼ ਏ ਡਾਇਰੈਕਟਰ ਵੀ ਹਾਂ। ਸੋ ਹਫ਼ਤੇ ਦੇ ਵਿੱਚ, ਮਹੀਨੇ ਦੇ ਵਿੱਚ 2 ਹਫ਼ਤੇ ਕਹਿ ਲਓ, ਇਸੇ ਦੌੜ ਭੱਜ ਨਿਕਲ ਜਾਂਦੇ ਸੀ ਕਿ ਅੱਜ ਮੇਰੀ ਸ਼ਾਮ ਨੂੰ ਮੀਟਿੰਗ ਆ ਤੇ ਉੱਥੇ ਪਹੁੰਚਣਾ ਆ। ਪਰ ਹੁਣ ਜਿਹੜੀ ਉਹ ਮੀਟਿੰਗ ਆ ਉਹ ਘਰੋਂ ਬੈਠਿਆਂ ਦੀ, ਈਵਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਸਟੋਰ ਹੁਣ ਬੰਦ ਕਰਕੇ ਉਹ ਤੋਂ ਬਾਅਦ ਮੈਂ ਟਰੱਕਿੰਗ 'ਤੇ ਚਲੇ ਗਿਆ ਸੀਗਾ। ਸੋ ਪਿਛਲੇ ਟਿਊਜ਼ਡੇ ਜਿਹੜੀ ਮੀਟਿੰਗ ਸੀਗੀ ਨਾ ਸਾਡੀ ਡੈਲਟਾ ਪੁਲਿਸ ਫਾਊਂਡੇਸ਼ਨ ਦੀ, ਸੋ ਉਹ ਮੈਂ ਐਜ਼ ਏ ਡਰਾਈਵ ਕਰਦੇ ਰਹੇ, ਮੈਂ ਸਿਆਟਲ ਦੇ ਡਾਊਨਟਾਊਨ ਦੇ ਵਿੱਚ ਹੀ ਗੁਜ਼ਰਿਆ ਸੀ ਤੇ ਫੋਨ ਦੇ ਉੱਤੇ ਉਧਰ ਮੀਟਿੰਗ ਚੱਲਦੀ ਸੀਗੀ। ਸੋ ਅਸੀਂ ਘਰੇ ਬੈਠੇ ਹਾਂ, ਬਾਕੀ ਘਰੇ ਬੈਠੇ ਸੀਗੇ ਤੇ ਮੈਂ ਟਰੱਕ ਦੇ ਵਿੱਚ ਸੀ, ਤੇ ਜਿਹੜੀ ਉਹ ਮੀਟਿੰਗ ਆਨਲਾਈਨ ਚੱਲਦੇ ਜਿਹੜੀ ਹੈਗੀ ਆ, ਮੈਂ ਐਜ਼ ਏ ਵੌਇਸ ਸੀਗਾ ਤੇ ਬਾਕੀ ਦੇ ਜਿਹੜੇ ਆ ਉਹ ਫੇਸ ਟੂ ਫੇਸ ਸੀਗੇ, ਤੇ ਉਹ ਮੀਟਿੰਗ ਕੰਪਲੀਟ ਕੀਤੀ ਤੇ ਉਹਦੇ ਚ ਡਿਸੀਜਨ ਜਿਹੜੇ ਲੈਣੇ ਸੀਗੇ ਉਹ ਲਏ ਗਏ। ਸੋ ਇਹ ਕਹਿ ਸਕਦੇ ਹਾਂ ਕਿ ਜਿਵੇਂ ਅਸੀਂ ਦੌੜ ਭੱਜ ਕੇ ਜਾਂਦੇ ਸੀਗੇ, ਜਿਵੇਂ ਸੜਕਾਂ ਦੇ ਉੱਤੇ ਕਿੰਨਾ ਟ੍ਰੈਫਿਕ ਰਹਿੰਦਾ ਸੀਗਾ, ਟ੍ਰੈਫਿਕ ਘਟਿਆ ਆ, ਕੰਮ ਹੋ ਰਹੇ ਨੇ। ਜੇ ਅਸੀਂ ਅੱਜ ਮੈਂ ਗੱਲ ਕਰ ਰਹੀ ਸੀ ਐਮਐਲਏ ਦੇ ਨਾਲ, ਇੱਕ ਐਮਐਲਏ ਆਪਣੇ BC ਦੇ, ਤੇ ਉਹਨਾਂ ਨੇ ਕਿਹਾ ਕਿ 60% ਜਿਹੜੀ ਇਕਨੋਮੀ ਹੈ ਨਾ BC ਦੀ, ਅਸੀਂ ਹੋਰ ਕੈਨੇਡਾ ਦੀ ਨਹੀਂ ਗੱਲ ਕਰ ਰਹੇ, ਅਸੀਂ ਸਿਰਫ BC ਦੀ ਗੱਲ ਕਰੀਏ ਤਾਂ 60% ਇਕਨੋਮੀ ਚੱਲ ਰਹੀ ਹੈ BC ਦੀ ਇਸ ਟਾਈਮ ਦੇ ਵਿੱਚ। ਤੇ ਪਰ ਫਿਰ ਵੀ ਉਹਨਾਂ ਨੇ ਮੈਡੀਕਲ ਆਫੀਸਰਸ ਨੂੰ ਵੀ ਇੱਥੇ ਬਣਦਾ ਹੈਗਾ ਕਹਿਣਾ ਕਿ ਉਹਨਾਂ ਨੇ ਬਹੁਤ ਕੰਮ ਕੀਤਾ ਆ, ਲੋਕਾਂ ਨੂੰ ਕਿਹਾ ਕਿ ਘਰਾਂ ਦੇ ਵਿੱਚ ਰਹੋ, ਤੇ BC ਦੇ ਲੋਕ ਨੇ ਸਭ ਤੋਂ ਵੱਧ ਤਾਂ ਉਹਨਾਂ ਨੇ ਅਮਲ ਕੀਤਾ ਉਸ ਗੱਲ ਦੇ ਉੱਤੇ ਕਿ ਅਸੀਂ ਘਰਾਂ ਦੇ ਵਿੱਚ ਹੀ ਰਹਿੰਦੇ ਆ, ਤਾਈਓ ਕਰਕੇ ਹੁਣ ਇੰਨੇ ਘੱਟ ਕੇਸ ਦੇਖਣ ਨੂੰ ਮਿਲਦੇ ਹੈਗੇ। ਸੋ ਅਸੀਂ ਲੱਕੀ ਵੀ ਕਹਿ ਸਕਦੇ ਹਾਂ ਆਪਣੇ ਆਪ ਨੂੰ ਵੀ ਅਸੀਂ ਹੈਗੇ ਆ। ਤੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਕਿ ਸਾਰੀਆਂ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ ਵਰਚੁਅਲੀ ਹੋ ਰਹੀਆਂ ਨੇ, ਤੇ ਘਰਾਂ ਦੇ ਵਿੱਚ ਬੈਠ ਕੇ ਹੋ ਰਹੀਆਂ ਨੇ, ਤੇ ਟਾਈਮ ਵੀ ਉਹਦੇ ਵਿੱਚ ਘੱਟ ਲੱਗਦਾ, ਕਿੱਥੇ ਅਸੀਂ ਰੈਡੀ ਹੋ ਕੇ ਜਾਣਾ ਹੈਗਾ ਆ, ਜਾਂ ਬਹੁਤ ਚੀਜ਼ਾਂ ਵਿੱਚ ਕੰਸੀਡਰ ਕੀਤੀਆਂ ਜਾ ਸਕਦੀਆਂ ਨੇ। ਉਹਦਾ ਹੀ ਤੁਸੀਂ ਆਪਾਂ ਜੇ ਛੋਟੀਆਂ ਚੀਜ਼ਾਂ ਕੀ ਗਿਣ ਕੇ ਦੇਖੀਏ ਲਾਈਟਲੀ, ਜੇ ਹੁਣ ਮੀਟਿੰਗ ਤੇ ਜਾਣਾ ਆ, ਬੰਦਾ ਪਹਿਲਾਂ ਸ਼ਾਵਰ ਲਊਗਾ, ਪਾਣੀ ਬਚਿਆ ਜੀ ਹੈ ਨਾ ਜੀ, ਉਸ ਤੋਂ ਬਾਅਦ ਜਲਦੀ ਖਾਣਾ ਵੀ ਜਿਹੜਾ ਉਹ ਫਿਰ ਜਲਦੀ 'ਚ ਖਾਇਆ ਜਾਂਦਾ, ਤੇ ਮੈਂ ਜਾਣਾ ਮੇਰਾ ਟਾਈਮ ਹੋ ਗਿਆ। ਫਿਰ ਦੇਖੋ ਤੁਸੀਂ ਗੱਡੀ ਦਾ ਟ੍ਰੈਫਿਕ ਦੇ ਵਿੱਚ ਵਾਧਾ, ਫਿਰ ਜਿਹੜਾ ਫਿਊਲ ਕੰਜ਼ੰਪਸ਼ਨ ਆ ਉਹ ਵਧਣੀ ਆ, ਤੇ ਜਿਹੜਾ ਧੂੰਆਂ ਨਿਕਲਣਾ ਗੱਡੀ ਦਾ ਉਹ এনवायरमेंट ਨੂੰ ਅਸੀਂ ਹਾਰਮ ਕਰਦੇ ਹਾਂ। এনवायरमेंट ਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਰੀਸਟਾਰਟ ਦਾ ਬਟਨ ਨਹੀਂ ਨੱਪਿਆ ਗਿਆ ਹੁੰਦਾ ਦੁਨੀਆ ਦਾ, ਤੇ ਉਹ ਰੀਸਟਾਰਟ ਸੈੱਟ ਹੋ ਰਿਹਾ ਸਾਰਾ ਕੁਝ। ਤੇ ਜੇ ਹੁਣ ਅਸੀਂ ਇੰਡੀਆ ਦੀ ਵੀ ਗੱਲ ਕਰ ਲਈ, ਉੱਥੇ ਲਾਕਡਾਊਨ, ਉੱਥੇ ਤਾਂ ਕਹਿੰਦੇ ਹੋਰ ਵੀ ਕਲੀਅਰ ਹੋ ਗਿਆ ਮੌਸਮ, ਪਰ ਹੁਣ ਅਸੀਂ ਉੱਥੋਂ ਵਾਪਸ ਆ ਕੇ, ਪਰ ਤੁਸੀਂ ਵਿੱਚ ਮੈਂਸ਼ਨ ਕੀਤਾ ਸੀ ਕਿ ਤੁਸੀਂ ਟਰੱਕਿੰਗ ਵੱਲ ਚਲੇ ਗਏ ਸੀਗੇ, ਸੋ ਉੱਧਰ ਜਾਣ ਦਾ ਕਿੱਦਾਂ ਸਬਬ ਬਣਿਆ, ਕਿਵੇਂ ਤੁਸੀਂ ਟਰੱਕਿੰਗ ਬਿਜ਼ਨਸ ਦੀ ਗੱਲ ਆਪਾਂ ਫਿਰ ਕਰਦੇ ਹਾਂ, ਪਰ ਟਰੱਕਿੰਗ ਦਾ ਦੱਸੋ ਕਿ ਕਿਵੇਂ ਤੁਸੀਂ ਜਾਣਾ ਹੋਇਆ ਅਮਰੀਕਾ, ਸਿਆਟਲ? ਉਹ ਇਸ ਤਰ੍ਹਾਂ ਜੀ ਕਿ ਜਦੋਂ ਤਕਰੀਬਨ 14-15 ਮਾਰਚ ਨੂੰ ਜਦੋਂ ਸਾਰੇ ਈਵੈਂਟ ਕੈਂਸਲ ਹੋ ਗਏ, ਤੇ ਸਾਡੇ ਬਿਜ਼ਨਸ ਤੇ ਜਿੰਨੇ ਵੀ ਆਰਡਰ ਸੀਗੇ 1 ਬਾਏ 1 ਸਾਰਿਆਂ ਦੀ ਕੈਂਸਲੇਸ਼ਨ ਸਾਨੂੰ ਆ ਗਈ। ਤੇ ਦੂਜਾ ਫਿਰ ਜਿਹੜੀ ਐਡਵਾਈਜ਼ਰੀ ਸੀਗੀ ਉਹ ਇਹੀ ਸੀਗੀ ਕਿ ਘਰੇ ਬਹਿ ਜਾਓ, ਤੇ ਅਸੀਂ ਵੀ ਡਿਸੀਜਨ ਲਿਆ ਕਿ ਜਿਹੜੇ EMPLOYEES ਨੂੰ ਵੀ ਆਪਣੇ ਘਰੇ ਪਹਿਲਾਂ ਤਕਰੀਬਨ 14 ਦਿਨ ਤਾਂ ਆਪਾਂ ਪੂਰੇ ਕਰੀਏ ਨਾ, ਤੇ ਫਿਰ ਅਸੀਂ EMPLOYEES ਨੂੰ ਘਰੇ ਭੇਜ ਦਿੱਤਾ, ਤੇ ਸਟੋਰ ਬੰਦ ਕਰਨ ਤੋਂ ਬਾਅਦ 2 ਦਿਨ ਮੈਂ ਵੀ ਘਰੇ ਰਿਹਾ। ਤੇ ਜਿਸ ਤਰ੍ਹਾਂ ਬਹੁਤ ਹੀ ਸਾਰੇ ਜਿਹੜੇ ਵਲੰਟੀਅਰ ਵੀਰ ਆ, ਜਾਂ ਆਪਣੇ ਤੌਰ 'ਤੇ ਇੰਡੀਵਿਜੂਅਲ ਤੌਰ 'ਤੇ ਜਾਂ ਸੰਸਥਾਵਾਂ ਰਲ ਕੇ, ਸੋ ਆਪਣੀ ਨੇਬਰਹੁੱਡ ਦੇ ਵਿੱਚ ਲੋੜਵੰਦਾਂ ਦੀ ਸਹਾਇਤਾ ਲਈ ਯੂਜ਼ ਪਈਆਂ ਉਦੋਂ ਹੀ ਰਾਈਟ ਵੇ।
ਸੋ ਵਧੀਆ ਗੱਲ ਹੈ, ਅੱਜ ਇਹੀ ਇਨਸਾਨੀਅਤ ਦਾ ਹੋਣਾ ਚਾਹੀਦਾ ਕਿ ਆਪਣੇ ਆਲੇ ਦੁਆਲੇ ਦਾ ਖਿਆਲ ਰੱਖਿਆ ਜਾਵੇ ਸਾਰਿਆਂ ਨੂੰ। ਤੇ ਐਜ਼ ਏ ਸਾਡੀ ਸੁਸਾਇਟੀ ਦੇ ਮੈਂ ਵੀ ਸੋਚ ਰਿਹਾ ਸੀ ਕੀ ਕਰੀਏ, ਪਰ ਉਦੋਂ ਨੂੰ ਸਾਨੂੰ ਮੇਰੇ ਦੋਸਤ ਆ, ਉਹਨਾਂ ਦੀ ਟਰੱਕਿੰਗ ਕੰਪਨੀ ਆ, ਤੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ। ਕਹਿੰਦੇ ਵੀ ਡਰਾਈਵਰ ਜਾ ਨਹੀਂ ਰਹੇ ਤੇ ਲੋੜ ਆ ਕੰਮਾਂ ਦੀ, ਤੇ ਮੈਂ ਫਿਰ ਰਾਈਟ ਵੇ ਡਿਸੀਜਨ ਲਿਆ ਕਿ ਕੋਈ ਨਹੀਂ ਮੈਂ ਜਾਣਾ। ਤੇ ਕਿਉਂਕਿ ਤੇਰੇ ਕੋਲ ਲਾਇਸੈਂਸ ਹੈਗਾ ਸੀ ਪਹਿਲਾਂ ਹੀ? ਮੈਂ ਪਹਿਲਾਂ ਹਾਂਜੀ ਟਰੱਕ ਚਲਾਇਆ ਜੀ 12-13 ਸਾਲ ਪਹਿਲਾਂ। ਸੋ ਮੈਂ ਫਿਰ 2 ਦਿਨ ਦੇ ਵਿੱਚ ਪੇਪਰ ਵਰਕ ਕਰਕੇ ਜੀ ਫਿਰ ਉਸੇ ਦਿਨ ਤੋਂ ਮੈਂ ਹਰ ਵੀਕ ਜਿਹੜਾ ਉਹ ਲਾਸ ਐਂਜਲਸ ਦਾ ਟ੍ਰਿਪ ਜਾਂਦਾ ਲਾ, ਸਮਾਨ ਲੈ ਕੇ ਤੇ ਲੈ ਕੇ ਆਉਣਾ ਜੀ। ਸੋ ਲਾਸ ਐਂਜਲਸ ਹੁਣ ਪਹਿਲਾਂ ਤਾਂ ਇਹ ਦੱਸੋ ਕਿ ਇੰਨੇ ਟਾਈਮ ਬਾਅਦ ਟਰੱਕ ਚਲਾ ਕੇ ਕਿੱਦਾਂ ਲੱਗਿਆ? ਬਹੁਤ ਹੀ ਵਧੀਆ ਲੱਗਾ ਜੀ, ਕਿਉਂਕਿ ਜਿਹੜੀ ਟਰੱਕਿੰਗ ਦੀ ਇੰਡਸਟਰੀ ਆ ਜੀ ਬਹੁਤ ਹੀ ਐਡਵਾਂਸ ਹੋ ਗਈ ਆ। ਜਿਹੜੇ ਸਮੇਂ 'ਚ ਅਸੀਂ ਚਲਾਇਆ 90ਵਿਆਂ 'ਚ, ਉਦੋਂ ਜ਼ਿਆਦਾ ਮੈਨੂਅਲ ਤੇ ਜਿਹੜੀ ਸਰੀਰ ਦਾ ਤੇ ਮਸ਼ੀਨਰੀ ਦਾ ਧੱਕਾ ਜ਼ਿਆਦਾ ਚੱਲਦਾ ਸੀ ਉਦੋਂ। ਤੇ ਪਰ ਜਿਹੜਾ ਹੁਣ ਇਹ ਸਾਰਾ ਕੁਝ ਡਿਜੀਟਾਈਜ਼ ਹੋ ਗਿਆ, ਉਹਦੇ ਨਾਲ ਡਰਾਈਵਰ ਦੀ ਸਿਹਤ ਤੇ ਜਿਹੜੀ ਮਸ਼ੀਨਰੀ ਦੀ ਲਾਈਫ ਈਜ਼ੀ ਆ। ਤੇ ਉਹਦੇ ਨਾਲ ਸਭ ਤੋਂ ਵੱਡਾ ਅਰਸ਼ ਜੀ ਫਾਇਦਾ ਇਹ ਆ ਕਿ ਜਿਹੜਾ ਹਾਈਵੇ ਦੇ ਉੱਤੇ ਸੇਫਟੀ ਜਿਹੜੀ ਉਹ ਵਧੀਆ ਅੱਗੇ ਨਾਲੋਂ ਜਿਹੜੇ ਸੇਫਟੀ ਮੈਜਰਸ ਨੇ ਉਹ ਵੱਧ ਗਏ ਨੇ। ਹੁਣ ਟਰੱਕਾਂ ਦੀ ਗੱਲ ਸ਼ੁਰੂ ਹੋਈ ਹੈ ਤਾਂ ਇੱਕ ਗੱਲ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇਹ ਆਉਂਦੀ ਹੈ ਕਿ ਹੁਣ ਇਸ ਸਿਚੁਏਸ਼ਨ ਨੂੰ ਦੇਖਦੇ ਹੋਏ ਨਾ ਬਹੁਤ ਸਾਰੇ ਜਿਹੜੇ ਟਰੱਕ ਵੀਰ ਹੋਰ ਵੀ ਜਾਂਦੇ ਨੇ ਤੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਫੂਡ ਨਹੀਂ ਸੀ ਮਿਲ ਰਿਹਾ ਉਹਨਾਂ ਨੂੰ, ਉਹਨਾਂ ਦੇ ਵਾਸ਼ਰੂਮਸ ਨਹੀਂ ਉਹਨਾਂ ਨੂੰ ਯੂਜ਼ ਕਰਨ ਦਿੱਤੇ ਜਾ ਰਹੇ ਸੀ। ਸੋ ਇਦਾਂ ਦੀਆਂ ਸਿਚੁਏਸ਼ਨਸ ਤੁਹਾਨੂੰ ਵੀ ਫੇਸ ਕਰਨੀਆਂ ਪਈਆਂ? ਉਹ ਇਸ ਤਰ੍ਹਾਂ ਜੀ ਇਹ ਅੰਡਰਸਟੈਂਡਿੰਗ ਕਰਨਾ ਪੈਂਦਾ ਜਦੋਂ ਸਿਚੁਏਸ਼ਨ ਇੱਦਾਂ ਦੀ ਆ ਜਾਵੇ ਐਜ਼ ਏ ਇੰਡੀਵਿਜੂਅਲ। ਕਿਉਂਕਿ ਮੇਰੀ ਤਾਂ ਪਹਿਲਾਂ ਤੋਂ ਆਦਤ ਇਹੀ ਰਹੀ ਕਿ ਦੂਜੇ ਦੇ ਸ਼ੂਆਂ 'ਚ ਪਾ ਕੇ ਆਪਣੇ ਆਪ ਨੂੰ ਪਹਿਲਾਂ ਹੀ ਦੇਖਣਾ। ਸੋ ਐਜ਼ ਏ ਬਿਜ਼ਨਸ ਓਨਰ ਜਦੋਂ ਇੱਦਾਂ ਦੀ ਸਿਚੁਏਸ਼ਨ ਆ ਜਾਵੇ ਹਰ ਇੱਕ ਬੰਦਾ ਡਰਦਾ ਕਿ ਜਿਹੜਾ ਬਾਹਰਲਾ ਬੰਦਾ ਆਉਣਾ ਕੀ ਪਤਾ ਉਹਨੂੰ ਹੋਵੇ ਨਾ ਹੋਵੇ। ਸੋ ਛੋਟੇ ਲੈਵਲ 'ਤੇ ਉਹਨਾਂ ਨੇ ਛੋਟੇ ਬਿਜ਼ਨਸਾਂ ਨੇ ਇੱਦਾਂ ਕੀਤਾ ਕਿ ਵਾਸ਼ਰੂਮ ਯੂਜ਼ ਕਰਨੇ ਬੰਦ। ਅਤੇ ਫਿਰ ਉਹਦੇ ਲਈ ਜਦੋਂ ਮੈਂ ਗਿਆ ਮੈਂ ਪਹਿਲਾਂ ਹੀ ਉਹ ਆਪਣੇ ਆਪ ਨੂੰ ਪ੍ਰਪੇਅਰ ਹੀ ਕਰਕੇ ਗਿਆ ਸੀ। ਇਸ ਤਰ੍ਹਾਂ ਵੀ ਥੋੜ੍ਹਾ ਪਲਾਨ ਕਰਕੇ ਤੁਰਨਾ ਪੈਂਦਾ। ਅਤੇ ਜਿੱਥੇ ਰੁਕਣਾ ਆ ਉੱਥੇ ਹੁਣ ਟਰੱਕ ਸਟਾਪਾਂ ਦੇ ਉੱਤੇ ਸ਼ਾਵਰ ਅਤੇ ਵਾਸ਼ਰੂਮ ਜਿਹੜੇ ਟਰੱਕਰਸ ਲਈ ਅਵੇਲੇਬਲ ਹੁੰਦੇ ਆ। ਤਾਂ ਉਹ ਜਿਹੜੇ ਪਬਲਿਕ ਵਾਸ਼ਰੂਮ ਹੁੰਦੇ ਆ ਉਹ ਸਾਰੇ ਲੋਕ ਜ਼ਿਆਦਾ ਜਾਂਦੇ ਕਰਕੇ ਗੰਦੇ ਵੀ ਜਲਦੀ ਹੋ ਜਾਂਦੇ ਆ। ਅਤੇ ਪਰ ਜਿਹੜੇ ਇੰਡੀਵਿਜੂਅਲ ਜਦੋਂ ਮਿਲਦੇ ਆ ਸਾਨੂੰ ਅਸੀਂ ਬੁੱਕ ਕਰਾ ਕੇ ਲੈਂਦੇ ਹਾਂ ਉਹ ਕਲੀਨ ਹੁੰਦਾ। ਫਿਰ ਤਾਂ ਮੈਂ ਪਹਿਲਾਂ ਹੀ ਪਲਾਨ ਕਰਕੇ ਉਹ ਸਵੇਰੇ ਅਰਲੀ ਜਦੋਂ ਉੱਠ ਕੇ ਤੁਰਨਾ ਆ। ਸੋ ਸ਼ਾਵਰ ਲੈ ਕੇ ਵਾਸ਼ਰੂਮ ਜਾ ਕੇ ਉਹ ਤੋਂ ਬਾਅਦ ਜਦੋਂ ਫਿਰ ਸ਼ਿਪਰ ਜੇ ਰਿਸੀਵਰ ਜਿੱਥੇ ਪਹੁੰਚਦੇ ਹਾਂ ਅਸੀਂ ਜਾ ਕੇ ਉੱਥੇ ਜ਼ਰੂਰ ਚੇਂਜ ਆ ਗਈ ਆ। ਜੋ ਸਾਡੇ ਟਾਈਮ 'ਤੇ ਕੋਈ ਪ੍ਰੋਬਲਮ ਨਹੀਂ ਸੀ ਹੁੰਦੀ, ਹੁਣ ਇਹ ਬਿਮਾਰੀ ਦੇ ਕਰਕੇ ਅਤੇ ਉਹਨਾਂ ਨੇ ਜਿਹੜੇ ਉੱਥੇ ਦੇ ਵਾਸ਼ਰੂਮ ਆ ਉਹਨਾਂ 'ਤੇ ਕੁਛ ਨੇ ਲਿਖ ਕੇ ਵੀ ਲਾਇਆ ਬਈ ਐਂਪਲੋਈ ਓਨਲੀ। ਅਤੇ ਫਿਰ ਜਿੱਦਾਂ ਜਿੱਦਾਂ ਚੇਂਜ ਆਈ ਆ ਹੁਣ ਉਹਨਾਂ ਨੇ ਬਾਹਰ ਪੋਰਟੇਬਲ ਵਾਸ਼ਰੂਮ ਵੀ ਰੱਖੇ ਤਾਂ ਹੈ। ਅਤੇ ਪੋਰਟੇਬਲ ਵਾਸ਼ਰੂਮ ਦੀ ਵੀ ਤਾਂ ਹੀ ਸਫਾਈ ਰਹਿ ਸਕਦੀ ਜੇ ਉੱਥੇ ਉਹਦੇ 'ਤੇ ਇੱਕ ਕਹਿ ਲਓ ਸਫਾਈ ਕਰਮਚਾਰੀ ਹੋਵੇ ਜਿਹੜਾ ਕੁਛ ਘੰਟੇ ਬਾਅਦ ਉਹਨੂੰ ਸਾਫ਼ ਕਰੇ। ਅਤੇ ਉਹ ਜ਼ਰੂਰ ਸਾਰਿਆਂ ਨੂੰ ਪ੍ਰੋਬਲਮ ਹੈਗੀ ਆ ਇਸ ਵੇਲੇ। ਅਤੇ ਉਹਦਾ ਹੁਣ ਇਲਾਜ ਹਰ ਇੱਕ ਦੇ ਤਾਂ ਵੱਸਦਾ ਨਹੀਂ ਹੈਗਾ ਕਿ ਆਪਾਂ ਇਸ ਹਿਸਾਬ ਨਾਲ ਮੈਨੇਜ ਕਰ ਸਕੀਏ ਵਾਸ਼ਰੂਮ ਇੰਨੇ ਟਾਈਮ ਬਾਅਦ ਜਾਣਾ, ਪਤਾ ਨਹੀਂ ਕਦੋਂ ਜਾਣਾ ਪੈ ਜਾਵੇ। ਸੋ ਪਰ ਹੁਣ ਜਿਸ ਤਰ੍ਹਾਂ ਹਾਲਾਤ ਬਦਲ ਰਹੇ ਆ ਸੋ ਉਹਦਾ ਜਿਹੜਾ ਹੱਲ ਵੀ ਹਰ ਇੱਕ ਆਪਣੇ ਲੈਵਲ 'ਤੇ ਕਰਤਾ ਰਿਹਾ ਹੈ ਜੀ। ਜੀ ਬਿਲਕੁਲ। ਅਤੇ ਫੂਡ ਦੀ ਵੀ ਜਿਹੜੀ ਦੇਖਣ ਨੂੰ ਆ ਰਹੀ ਸੀਗੀ ਕਿ ਫੂਡ ਨਹੀਂ ਮਿਲ ਰਿਹਾ ਸੀਗਾ ਜਾਂ ਕਿਉਂਕਿ ਰੈਸਟੋਰੈਂਟਸ ਬੰਦ ਹੋਣ ਕਰਕੇ। ਸੋ ਟੇਕ ਆਊਟ ਸਰਵਿਸਿਜ਼ ਤਾਂ ਸੀਗੀਆਂ ਪਰ ਫਿਰ ਵੀ ਫੂਡ ਦੀ ਜਿਹੜੀ ਆ ਰਹੀ ਸੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ। ਟਰੱਕ ਸਟਾਪ 'ਤੇ ਪਾਰਕ ਲਾਉਣ ਨੂੰ ਜਗ੍ਹਾ ਹੁੰਦੀ ਹੈ, ਜਿਹੜਾ ਰੈਸਟੋਰੈਂਟ ਅੰਦਰ ਹੈਗਾ ਆ ਉਹ ਟੇਕ ਆਊਟ ਤੁਹਾਨੂੰ ਦਿੰਦੇ ਆ। ਪਰ ਜਿਹੜੇ ਬਾਕੀ ਦੇ ਰੈਸਟੋਰੈਂਟ ਆ ਉੱਥੋਂ ਫਿਰ ਟਰੱਕ ਜਾ ਨਹੀਂ ਸਕਦਾ। ਸੋ ਮੈਂ ਵੀ ਵੈਸੇ ਤਾਂ ਮੈਂ ਰੋਟੀ ਪਾਣੀ ਆਪਣਾ ਨਾਲ ਲੈ ਕੇ ਗਿਆ ਸੀ। ਫਿਰ ਮੈਂ ਵੀ ਪਿਛਲੇ ਹਫ਼ਤੇ ਚੈੱਕ ਕਰਨ ਲਈ ਇੱਕ ਇਨ ਐਂਡ ਆਊਟ ਰੈਸਟੋਰੈਂਟ ਦੇ ਨੇੜੇ ਪਾਰਕ ਲਾ ਕੇ ਅਤੇ ਮੈਂ ਪਹੁੰਚਿਆ ਸੀ। ਫਿਰ ਉਹਨੇ ਡੋਰ ਤਾਂ ਬੰਦ ਕੀਤੀ ਸੀ ਪਰ ਉਹਨਾਂ ਨੇ ਜਿਹੜੇ ਫਰੰਟ ਲਾਈਨਰ ਆ ਪਲੱਸ ਟਰੱਕ ਡਰਾਈਵਰ ਆ ਉਹਨਾਂ ਲਈ ਬਾਹਰ ਫ਼ੋਨ ਨੰਬਰ ਲਿਖ ਕੇ ਲਾਇਆ ਅਤੇ ਉਹ ਤੋਂ ਫ਼ੋਨ ਕਰਕੇ ਅਤੇ ਉਹ ਸਾਨੂੰ ਬਾਹਰ ਹੀ ਰਾਈਟ ਵੇ ਲਿਆ ਕੇ ਜਿਹੜਾ ਉਹ ਫੂਡ ਫੜਾ ਜਾਂਦੇ ਆ। ਜਦ ਕਿ ਜਿਹੜੀ ਡਰਾਈਵ ਥਰੂ ਲਾਈਨ ਅਪ ਆ ਉਹ 1 ਘੰਟੇ ਦੀ ਵੇਟ ਚੱਲ ਰਹੀ ਉੱਥੇ, ਕਿਉਂਕਿ ਲੋਕ ਜਿਹੜੇ ਘਰਾਂ ਤੋਂ ਵੀ ਆ ਕੇ ਉਹ ਡਰਾਈਵ ਥਰੂ ਖਾਣਾ ਲੈ ਕੇ ਜਾਂਦੇ ਆ। ਸੋ ਵਧੀਆ ਲੱਗਾ ਕਿ ਤੁਹਾਨੂੰ ਮੈਂ ਦੱਸਿਆ ਜਿਸ ਤਰ੍ਹਾਂ ਹਾਲਾਤ ਬਦਲਦੇ ਜਾਂਦੇ ਆ ਸੋ ਜਿਹੜੀਆਂ ਪੋਲਿਸੀਜ਼ ਆ ਉਹ ਵੀ ਚੇਂਜ ਹੁੰਦੀਆਂ ਰਹਿੰਦੀਆਂ। ਬਿਲਕੁਲ, ਕਿਉਂਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀਗੀ ਟਰੱਕਰਸ ਨੂੰ, ਅਮਰੀਕਾ ਨੂੰ ਜਿਹੜੇ ਜਾਂਦੇ ਸੀਗੇ ਲੈ ਕੇ। ਬਾਰਡਰ ਦੇ ਉੱਤੇ ਤੁਸੀਂ ਦੱਸਿਆ ਕਿ ਚੇਂਜ ਹੋ ਗਿਆ। ਸੋ ਬਾਰਡਰ ਦੇ ਉੱਤੇ ਵਾਇਰਸ ਦੇ ਕਰਕੇ ਹੋਰ ਕਿਹੜੀਆਂ ਚੇਂਜਸ ਆਈਆਂ ਨੇ? ਬਾਰਡਰ 'ਤੇ ਕਿਉਂਕਿ ਜਿਹੜੇ ਟਰੱਕ ਡਰਾਈਵਰ ਸੀਗੇ ਉਹ ਐਕਸੈਂਪਟ ਆ ਕੁਆਂਟਰੀਨ ਤੋਂ
ਤੇ ਪਰ ਦੂਜੇ ਪਾਸੇ ਇਹ ਵੀ ਹੈਗਾ ਆ ਵੀ ਜਾ ਵੀ ਉਹੀ ਰਿਹਾ ਜਿਹੜਾ ਆਪਣੇ ਆਪ ਨੂੰ ਵੈਲ ਮਹਿਸੂਸ ਕਰਦਾ ਆ। ਤੇ ਜਿਨ੍ਹਾਂ ਨੂੰ ਕੁਝ ਲੱਗਦਾ ਸੀ, ਕੋਈ ਸ਼ੱਕ ਸੀ, ਉਹ ਬੈਟਰ ਹੀ ਸਮਝਿਆ ਉਹਨੇ ਘਰ ਜਾਈਏ। ਤੇ ਕੰਪਨੀਆਂ ਵਾਲਿਆਂ ਨੇ ਵੀ ਇਹੀ ਕਿਹਾ ਵੀ ਜੇ ਤੁਸੀਂ ਨਹੀਂ ਠੀਕ ਸਮਝਦੇ ਆਪਣੇ ਆਪ ਨੂੰ, ਤੁਸੀਂ ਘਰੇ ਜਾ ਸਕਦੇ ਆ। ਸੋ ਕਿਉਂਕਿ ਕਾਰਾਂ ਲਈ ਬਾਰਡਰ ਬੰਦ ਆ, ਸੋ ਟਰੱਕਾਂ ਦੀ ਵੀ ਜਿਹੜੀ ਆਵਾਜਾਈ ਉਹ ਬਹੁਤ ਲਿਮਟਿਡ ਆ, ਕਿਉਂਕਿ ਐਸੈਂਸ਼ੀਅਲ ਸਰਵਿਸਿਜ਼ ਚੱਲਦੀਆਂ ਜ਼ਿਆਦਾ। ਸੋ ਕੋਈ ਇੱਦਾਂ ਦੀ ਦਿੱਕਤ ਮੈਨੂੰ ਤਾਂ ਨਹੀਂ ਆਈ, ਬਹੁਤ ਹੀ ਫਰੈਂਡਲੀ ਆ ਸਾਰੇ। ਤੇ ਅਗੇਨ ਸਾਰੇ ਡੇ ਬਾਈ ਡੇ ਜਿਹੜੀਆਂ ਪਾਲਿਸੀਜ਼ ਤੇ ਉਹ ਸਾਰਾ ਕੁਝ ਚੇਂਜ ਕਰਨੀਆਂ ਪੈ ਰਹੀਆਂ, ਕਿਉਂਕਿ ਹਾਲਾਤ ਬਦਲ ਰਹੇ ਹਰ ਦਿਨ। ਬਿਲਕੁਲ। ਹੁਣ ਤਾਂ ਜਿਵੇਂ ਜਿਵੇਂ ਕੰਪਲੇਂਟਸ ਗਈਆਂ ਨੇ ਜਾਂ ਜਿਵੇਂ ਜਿਵੇਂ ਦੱਸਿਆ ਗਿਆ ਹੈ ਕਿ ਉੱਥੇ ਵਾਸ਼ਰੂਮ ਨਹੀਂ ਮਿਲ ਰਹੇ ਹੈਗੇ, ਖਾਣ ਨੂੰ ਨਹੀਂ ਮਿਲ ਰਿਹਾ, ਤਾਂ ਉਵੇਂ ਉਵੇਂ ਸਰਕਾਰ ਵੀ ਆਪਣੇ ਵੱਲੋਂ ਕਦਮ ਉਠਾ ਰਹੀ ਹੈਗੀ ਹੈ ਤੇ ਲੋਕਲ ਜਿਹੜੀਆਂ ਕਮਿਊਨਿਟੀ ਦੇ ਲੋਕ ਹੈਗੇ ਉਹ ਵੀ ਅੱਗੇ ਆ ਕੇ ਕੰਮ ਕਰ ਰਹੇ ਆ। ਤੇ ਜਿਹੜੇ ਬਿਜ਼ਨਸ ਆ ਉਹ ਵੀ ਆਪਣੇ ਤੌਰ ਤੇ ਆਪਣੇ ਆਪ ਉਹ ਚੇਂਜ ਲਿਆ ਰਹੇ ਆ। ਤੇ ਜਿਹੜੀ ਫਿਰ ਕੈਨੇਡਾ 'ਚ ਐਂਟਰੀ ਵੇਲੇ ਸਾਰੇ ਸਾਡੇ ਦੇਖਣ ਸੁਣਨ ਵਾਲੇ ਪਹਿਲੇ ਦਿਨ ਤੋਂ ਬਰੀਡ ਸੀਗੇ ਕਿ 에ਅਰਪੋਰਟ ਦੇ ਵਿੱਚ ਚੈਕਿੰਗ ਨਹੀਂ ਹੋ ਰਹੀ। ਸੋ ਉੱਥੇ ਵੀ ਉਹ ਦੇਖੋ ਕੁਐਸਚਨੇਅਰ ਹੈਗਾ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਇਹ ਬ੍ਰੇਕਆਊਟ ਹੋਈ ਆ। ਤਾਂ ਤੁਹਾਨੂੰ ਫਿਲ ਕਰਕੇ ਦੇਣਾ ਪੈਂਦਾ। ਮੈਂ ਉਦੋਂ ਤਕਰੀਬਨ 12 ਫਰਵਰੀ ਨੂੰ ਮੈਂ ਇੰਡੀਆ ਹਾਂਗਕਾਂਗ ਤੋਂ ਹੋ ਕੇ ਆਇਆ ਸੀ। ਸੋ ਉਦੋਂ ਵੀ ਉਹਦੇ ਵਿੱਚ ਅਸੀ ਕੁਐਸਚਨ ਤਾਂ ਉਦੋਂ ਵੀ ਸੀਗਾ ਉਹ। ਸੋ ਪਰ ਹੁਣ ਇਹ ਸਾਡੇ ਵਾ ਅਖਲਾਕੀ ਫਰਜ਼ ਬਣਦਾ ਆ ਕਿ ਜਿਹੜੀ ਚੀਜ਼ ਪੁੱਛੀ ਗਈ ਡਿਕਲੇਅਰ ਕਰਨੀ। ਤੇ ਉਦੋਂ ਬਾਅਦ ਕਿਉਂਕਿ ਐਡਾ ਕੋਈ ਨੁਕਸਾਨ ਨਹੀਂ ਸੀ, ਇਸ ਕਰਕੇ ਉਹ ਮੇਜਰ ਨਹੀਂ ਲੈ ਗਏ ਸੀਗੇ। ਪਰ ਹੁਣ ਜੋ ਟਰੱਕ ਲੈ ਕੇ ਅਸੀਂ ਆਉਂਦੇ ਹਾਂ, ਕੈਨੇਡਾ 'ਚ ਐਂਟਰ ਹੁੰਦੇ ਹਾਂ, ਤੇ ਉਹ ਟਰੱਕ ਡਰਾਈਵਰ ਨੂੰ ਇਹ 2-3 ਕੁਐਸਚਨ ਜ਼ਰੂਰ ਪੁੱਛਦੇ ਆ ਉਹ ਕਿ ਬੁਖਾਰ, ਖਾਂਸੀ ਤੇ ਜਾਂ ਕੋਈ ਇੱਦਾਂ ਦੀ ਦਿੱਕਤ ਤਾਂ ਨਹੀਂ ਹੈਗੀ ਤੁਹਾਨੂੰ। ਸੋ ਕਿਉਂਕਿ ਨਹੀਂ ਹੈਗੀ, ਸੋ ਇਸ ਕਰਕੇ ਪਰ ਇਹਨਾਂ ਨੂੰ ਇੰਨੀ ਟ੍ਰੇਨਿੰਗ ਜ਼ਰੂਰ ਦਿੱਤੀ ਗਈ ਹੈ। ਮੈਂ ਅਫਸਰ ਨਾਲ ਗੱਲ ਕੀਤੀ ਸੀਗੀ ਕਿ ਉਹ ਫਿਜ਼ੀਕਲੀ ਜਿਹੜਾ ਤੁਹਾਡਾ ਦੇਖਣ ਪਾਖਣ ਤੋਂ ਹੀ ਪਹਿਲਾਂ ਅੰਦਾਜ਼ਾ ਲਾ ਲੈਂਦੇ ਵੀ ਬੰਦਾ ਠੀਕ ਠਾਕ। ਪਰ ਉੱਥੇ ਕੋਈ ਮੈਜਰ ਤਾਂ ਨਹੀਂ ਹੁੰਦਾ ਜਿਵੇਂ ਹੁਣ ਕਈ ਥਾਵਾਂ ਦੇ ਉੱਤੇ ਟੈਂਪਰੇਚਰ ਚੈੱਕ ਹੁੰਦਾ ਹੈਗਾ, ਸੋ ਇਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਹੈਗੀ? ਇਦਾਂ ਦੀ ਕੋਈ ਨਹੀਂ ਹੈਗੀ। ਸੋ ਹਜੇ ਤੱਕ ਵੈਸੇ ਉਦੋਂ ਦੀ ਮੈਂ ਕੋਈ ਖਬਰ ਇਦਾਂ ਸੁਣੀ ਵੀ ਨਹੀਂ ਕਿ ਕੋਈ ਟਰੱਕ ਡਰਾਈਵਰ ਸਿੱਖ ਹੋ ਕੇ ਆਇਆ ਵਾਪਸ। ਤੇ ਪ੍ਰਮਾਤਮਾ ਵੱਲੋਂ ਮਿਹਰ ਹੈ, ਪਰ ਹੋ ਸਕਦਾ ਕਿਤੇ ਇਦਾਂ ਦੀ ਗੱਲ ਕੋਈ ਹੋਈ ਵੀ ਹੋਵੇ। ਤਾਂ ਪਰ ਹੁਣ ਉਹ ਤੋਂ ਬਾਅਦ ਕੀ ਹੋਇਆ ਜੀ, ਹੁਣ ਮੇਰੀ 3 ਵੀਕਾਂ ਹੋ ਗਈਆਂ, ਚੌਥੀ ਵੀਕ ਚੱਲਦੀ ਮੇਰੀ। ਤੇ ਫਿਰ ਜਿਹੜੇ ਡਰਾਈਵਰ ਪਹਿਲਾਂ ਛੁੱਟੀ ਕਰ ਗਏ ਸੀਗੇ ਇਹ ਸਭ ਨੂੰ ਦੇਖਦੇ ਹੋਏ, ਤੇ ਉਹ ਹੁਣ ਤਕਰੀਬਨ 20 ਦਿਨ ਘਰੇ ਰਹਿ ਕੇ ਉਹ ਹੁਣ ਆਪਣੇ ਆਪ ਨੂੰ ਮਹਿਸੂਸ ਕਰਦੇ ਕਿ ਕੋਈ ਐਡਾ ਖਤਰਾ ਹੈ ਨਹੀਂ। ਸੋ ਹੁਣ ਵਾਪਸ ਉਹ ਜਾਣ ਲੱਗ ਪਏ। ਪਰ ਜਿਹੜੇ ਲੋਡ ਆ ਉਹਦੀ ਵੋਲੀਅਮ ਬਹੁਤ ਘਟ ਗਈ ਆ ਹੁਣ। ਸੋ ਹੁਣ ਚੱਕਰ ਉਹੀ ਹੈ ਕਿ ਫੈਕਟਰੀਆਂ ਬੰਦ ਆ, ਬਿਲਕੁਲ ਵੇਅਰ ਹਾਊਸ ਬੰਦ ਆ, ਜੇ ਉੱਥੋਂ ਸਮਾਨ ਨਿਕਲੂਗਾ ਤਾਂ ਹੀ ਆਊਗਾ। ਤੇ ਹੁਣ ਪ੍ਰੋਬਲਮ ਇਹ ਆ ਰਹੀ ਹੈ ਟਰੱਕਿੰਗ ਕੰਪਨੀਆਂ ਨੂੰ ਕਿ ਲੋਡ ਪਹਿਲੀ ਗੱਲ ਮਿਲ ਨਹੀਂ ਰਿਹਾ, ਜੇ ਮਿਲ ਰਿਹਾ ਤਾਂ ਬਹੁਤ ਸਸਤਾ ਰੇਟ ਤੇ ਮਿਲ ਰਿਹਾ। ਸੋ ਟਰੱਕਿੰਗ ਕੰਪਨੀ ਵਾਸਤੇ ਜਿਵੇਂ ਤੁਸੀਂ ਕੰਮ ਵੀ ਕਰਦੇ ਹੈਗੇ ਆ ਨਾਲ, ਕੋਈ ਇਦਾਂ ਦੀ ਸਹਾਇਤਾ ਕੋਈ ਕੰਪਨੀ ਵੱਲੋਂ ਜਾਂ ਗਵਰਨਮੈਂਟ ਵੱਲੋਂ ਤੁਹਾਨੂੰ ਸੁਣਨ ਚਾਹੀ ਹੋਵੇ? ਨਹੀਂ, ਆਪਣੇ ਤੌਰ ਤੇ ਕੰਪਨੀਆਂ ਵਾਲਿਆਂ ਵੱਲੋਂ ਜੋ ਵੀ ਕਰ ਸਕਦੇ ਸੀ ਉਹਨਾਂ ਨੇ ਕੀਤਾ ਕਿ ਹਰ ਇੱਕ ਟਰੱਕ ਨੂੰ ਸੈਨੀਟਾਈਜ਼ਰ ਤੇ ਡਿਸਇਨਫੈਕਸ਼ਨ ਦੀ ਸਪਰੇਅ, ਮਾਸਕ, ਗਲਵ ਵਗੈਰਾ ਦਾ ਸਾਰਾ ਪ੍ਰੋਵਾਈਡ ਕੀਤਾ ਗਿਆ। ਸੋ ਵੀ ਜੇ ਕਿਸੇ ਨੂੰ ਲੋੜ ਆ ਤਾਂ ਦੂਜੇ ਪਾਸੇ ਮੈਨੂੰ ਘਰ ਨਾਲੋਂ ਵੀ ਸੇਫ ਲੱਗਾ ਮੈਨੂੰ ਤਾਂ ਟਰੱਕਿੰਗ, ਕਿਉਂਕਿ ਆਪਣੀ ਕੈਬਨ ਦੇ ਵਿੱਚ ਸਾਰਾ ਦਿਨ ਰਹਿਣਾ ਆ ਤੇ ਜਿੱਥੇ ਜਾ ਕੇ ਕੰਟੈਕਟ ਹੋਣਾ ਆ ਲਾਉਣ ਵੇਲੇ ਜਾਂ ਲੱਦਣ ਵੇਲੇ, ਉੱਥੇ ਵੀ ਲੋਕਾਂ ਨੇ ਹੁਣ ਸਾਰੇ ਹੀ ਤਕਰੀਬਨ ਚੇਂਜ ਕਰਤੀਆਂ ਪਾਲਿਸੀਆਂ। ਤੇ ਉਹਨਾਂ ਨੇ ਸਾਈਨ ਲਾ ਕੇ ਸੋਸ਼ਲ ਡਿਸਟੈਂਸਿੰਗ ਦਾ, ਤੇ ਆਫਿਸ ਦੇ ਵਿੱਚ ਸਿਰਫ ਇੱਕੋ ਹੀ ਬੰਦਾ ਜਾ ਸਕਦਾ, ਤੁਸੀਂ ਬਾਹਰ ਵੇਟ ਕਰੋ। ਇਹ ਸਾਰੇ ਪਾਸੇ ਲਾਗੂ ਹੋ ਗਿਆ ਕਿਉਂਕਿ ਸੋਸ਼ਲ ਡਿਸਟੈਂਸ ਦੇ ਨਾਲੋਂ ਕਹਿੰਦੇ ਫਿਜ਼ੀਕਲ ਡਿਸਟੈਂਸ ਜਿਹੜੀ ਹੈਗੀ ਆ ਉਹ ਤੁਹਾਡੀ ਜ਼ਿਆਦਾ ਹੋਣੀ ਚਾਹੀਦੀ ਹੈਗੀ ਹੈ। ਸੋ ਉੱਥੇ ਤੁਸੀਂ ਕੀਪ ਵਾਸ਼ਿੰਗ ਯੂਰ ਹੈਂਡਸ ਕਹਿੰਦੇ ਹੈਗੇ ਆ। ਸੋ ਜੇ ਤੁਹਾਡੇ ਕੋਲੇ ਸੈਨੀਟਾਈਜ਼ਰ ਹੈਗਾ ਤਾਂ ਸੈਨੀਟਾਈਜ਼ਰ ਤੁਸੀਂ ਯੂਜ਼ ਕਰੋ। ਸੋ ਕੁੱਲ ਮਿਲਾ ਕੇ ਸਾਰੇ ਕਿਤੇ ਜਿਹੜਾ ਹੈਗਾ ਇਹਦਾ ਜਿਹੜਾ ਕੋਵਿਡ ਦਾ ਹੈਗਾ ਨਾ ਨੁਕਸਾਨ, ਉਹ ਹਰ ਪਾਸੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ, ਦੇਖਣ ਨੂੰ ਮਿਲ ਰਿਹਾ ਜੀ। ਤੇ ਨਾਲ ਦੀ ਨਾਲ ਜਿਹੜੀ ਚੇਂਜ ਆ ਉਹ ਵੀ ਆ ਰਹੀ ਹੈ ਸਾਰੇ ਪਾਸੇ ਆ ਰਹੀ ਹੈ, ਚਾਹੇ ਉਹ ਬਿਜ਼ਨਸ ਦੇ ਵਿੱਚ ਹੈ, ਚਾਹੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੈ। ਸੋ ਜਦੋਂ ਤੁਸੀਂ ਇੱਥੋਂ ਅਮਰੀਕਾ ਨੂੰ ਜਾਂਦੇ ਹੈਗੇ, ਕਿਉਂਕਿ ਅਮਰੀਕਾ ਦੇ ਵਿੱਚ ਹਾਲਾਤ ਜਿਹੜੇ ਨੇ ਨਾ ਬਹੁਤ ਖਰਾਬ ਨੇ ਕਹਿੰਦੇ ਨਿਊਯਾਰਕ ਵਾਲੇ ਪਾਸੇ, ਪਰ ਜਿੱਥੇ ਤੁਸੀਂ ਜਾ ਰਹੇ ਹੋ ਲਾਸ ਐਂਜਲਸ, ਉੱਥੋਂ ਦਾ ਮਾਹੌਲ ਕਿੱਦਾਂ ਦਾ ਹੈ? ਉੱਥੇ ਕੋਈ ਦੇਖਣ ਨੂੰ ਜੀ ਜਦੋਂ ਗਰਾਊਂਡ ਲੈਵਲ ਤੇ ਜਾਂਦੇ ਆ ਤਾਂ ਬਹੁਤਾ ਫਰਕ ਨਹੀਂ ਲੱਗਦਾ। ਇਹੀ ਹੈ ਕਿ ਟ੍ਰੈਫਿਕ ਘੱਟ ਆ, ਲੋਕੀ ਆਪਣੇ ਆਪਣੇ ਘਰੀ ਬੈਠੇ, ਸਕੂਲ ਬੰਦ ਆ, ਆਫਿਸ ਬੰਦ ਆ। ਤੇ ਪਰ ਜਿਹੜਾ ਜ਼ਰੂਰੀ ਕੰਮ ਵਾਲੇ ਉਹ ਤਾਂ ਆਉਂਦੇ ਜਾਂਦੇ ਹੈਗੇ ਹੀ ਆ। ਸੋ ਉਹ ਚੇਂਜ ਹੈਗੀ ਆ, ਪਰ ਜਿਹੜੀ ਸੀਰੀਅਸਨੈਸ ਲੋਕਾਂ 'ਚ ਹਜੇ ਜਿਹੜੇ ਉਹ ਬਾਹਰ ਘੁੰਮਦੇ ਉਹਨਾਂ 'ਚ ਹੈ ਨਹੀਂ ਇੰਨੀ। ਜ਼ਿਆਦਾ ਤੌਰ 'ਤੇ ਮੈਕਸੀਕਨ ਲੋਕ ਰਹਿੰਦੇ ਆ ਕੈਲੀਫੋਰਨੀਆ 'ਚ, ਅਤੇ ਉਹ ਮੈਂ ਦੇਖਿਆ ਕਿ
ਜਿਸ ਤਰ੍ਹਾਂ ਲਾਈਟਲੀ ਲੈਂਦੇ ਆ ਵੀ ਸਾਨੂੰ ਕੁਝ ਨਹੀਂ ਹੋਣਾ। ਹੂੰ ਪਰ ਅਗੇਨ ਮੈਂ ਜਿੱਦਾਂ ਪਹਿਲਾਂ ਤੁਹਾਨੂੰ ਦੱਸਿਆ ਵੀ ਜਦੋਂ ਤੱਕ ਸਾਡੇ ਕਿਸੇ ਨੇੜਲੇ ਨੂੰ ਜਾਂ ਸਾਨੂੰ ਕਿਸੇ ਨੂੰ ਹੁੰਦਾ ਨਹੀਂ ਉਦੋਂ ਤੱਕ ਸਾਨੂੰ ਮੰਨਣਾ ਔਖਾ ਲੱਗਦਾ। ਜਿਵੇਂ ਅਸੀਂ ਪਹਿਲਾਂ ਜਿਵੇਂ ਕੈਂਸਰ ਸੁਸਾਇਟੀ ਬਾਰੇ ਵੀ ਗੱਲ ਜੀ, ਕਰਦੇ ਜੀ, ਹੁੰਦੇ ਜੀ। ਸੀਗੇ, ਸੋ ਉਹਦੇ 'ਚ ਵੀ ਇਹੀ ਸੀਗਾ ਉਹਦੇ ਵੀ 'ਚ ਵੀ ਜਿੰਨਾ ਇਹੀ ਚਿਰ ਸਾਨੂੰ ਸਾਡੇ ਆਪਣੇ ਤੇ ਨਹੀਂ ਨਾ ਪੈਂਦੀ ਉਹਨਾਂ ਚਿਰ ਸਾਨੂੰ ਲੱਗਦਾ ਕਿ Yeah. ਥੋੜਾ ਜਿਹਾ ਸਾਨੂੰ ਐਂ ਲੱਗਦਾ ਕਿ ਅਸੀਂ ਜਾ ਸਕਦੇ ਹਾਂ, ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਉਹਨੂੰ ਨਾ ਵੀ ਮੰਨਾਂਗੇ ਤਾਂ ਵੀ ਕੋਈ ਨਹੀਂ ਉਦੋਂ ਫਿਰ ਇਹੀ ਵਰਡ ਹੁੰਦਾ ਐਮ ਓਕੇ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਪੈਂਦਾ ਫਰਕ ਪੈਂਦਾ ਬਿਲਕੁਲ। ਜਿੱਦਾਂ ਹੁਣ ਬਾਰਡਰ ਤੇ ਜਾਂਦੇ ਆ, ਆਮ ਲੋਕਾਂ ਦੇ ਲਈ ਬੰਦ ਨੇ ਬਾਰਡਰ, ਬਿਲਕੁਲ ਬੰਦ ਨੇ। ਹੁਣ ਜੇ ਟਰੰਪ ਦੀ ਗੱਲ ਕਰ ਲਈਏ ਤਾਂ ਟਰੰਪ ਨੇ ਸਟੇਟਮੈਂਟ ਦਿੱਤੀ ਸੀ ਕਿ ਸ਼ਾਇਦ ਅਸੀਂ ਖੋਲ ਸਕਦੇ ਹਾਂ, ਪਰ ਕੱਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਹਿਤਾ ਕਿ ਇਹ ਟੋਟਲੀ ਡਿਪੈਂਡ ਹੈਗਾ ਕੈਨੇਡੀਅਨਸ ਦੇ ਉੱਤੇ, ਕੈਨੇਡਾ ਦੇ ਉੱਤੇ, ਕਿ ਅਸੀਂ ਐਂਟਰੀ ਖੋਲਣੀ ਹੈਗੀ ਹੈ। ਪਰ ਕਮਰਸ਼ੀਅਲਸ ਜਦੋਂ ਜਾਂਦੇ ਆ ਤੇ ਜ਼ਿਆਦਾ ਕੁਝ ਸਵਾਲ ਜਵਾਬ ਜਾਂ ਕੁਝ ਜ਼ਿਆਦਾ ਇਨਕੁਆਇਰੀ ਕੀਤੀ ਜਾਂਦੀ? ਕੋਈ ਇਨਕੁਆਇਰੀ ਨਹੀਂ ਕਰਦੇ। ਜਦੋਂ ਰੈਗੂਲਰ ਪਹਿਲਾਂ ਵੇਲੇ ਕੁਐਸਚਨ ਹਜੇ ਸੀਗੇ, ਅੱਛਾ, ਪਰ ਹੁਣ ਇਸ ਵੇਲੇ ਤਾਂ ਬਿਲਕੁਲ ਨਹੀਂ। ਕੋਈ ਡਿਫਰੈਂਟ ਅਪਰੀਸ਼ੀਏਟ ਕਰਦੇ ਸਮਾਂ ਜਿਹੜੇ ਅਫਸਰ ਵੀ ਨਾ। ਤੇ ਜਦੋਂ ਪਹਿਲੇ ਟ੍ਰਿਪ ਤੇ ਮੈਂ ਗਿਆ ਜੀ ਤੇ ਉਹਨਾਂ ਨੇ ਮੈਨੂੰ ਜਿਹੜੇ ਕੁਐਸਚਨ 2-4 ਪੁੱਛੇ, ਹੁਣ ਐਜ਼ ਏ ਮੇਰੇ ਸੁਭਾਅ ਮੈਂ ਉਹਨਾਂ ਨੂੰ ਦੱਸਦਾ, ਮੈਂ ਕਿਹਾ ਵੀ ਮੈਂ ਆਫਟਰ ਲੌਂਗ ਟਾਈਮ ਸ਼ੁਰੂ ਕੀਤੀ ਟਰੈਕਿੰਗ, ਮੈਂ ਤਾਂ ਇੱਧਰ ਹੈਲਪ ਕਰਨ ਆਇਆ। ਤੇ ਉਹ ਕਹਿੰਦੇ ਅੱਛਾ, ਤੇ ਮੈਂ ਕਿਹਾ 15 ਸਾਲ ਬਾਅਦ ਮੈਂ ਆਇਆ ਮੁੜ ਕੇ ਟਰੈਕਿੰਗ 'ਚ। ਤੇ ਉਹਨੇ ਅਫਸਰ ਨੇ ਮੈਨੂੰ ਪੁੱਛਿਆ ਵੀ 15 ਸਾਲ ਫਿਰ ਕੀ ਕਰਦੇ ਰਹੇ ਜੀ? ਤੇ ਮੈਂ ਕਿਹਾ ਵੀ ਬਿਜ਼ਨਸ ਚਲਾਉਂਦੇ ਆਪਣਾ, ਯੂਨੀਫਾਰਮ ਬਣਾਉਂਦੇ, ਟਰੋਫੀ ਅਵਾਰਡ ਦਾ ਕਰਦੇ ਆ। ਤੇ ਉਹ ਹੁਣ ਕਿਉਂਕਿ ਈਵੈਂਟ ਕੈਂਸਲ ਹੋ ਗਿਆ ਤੇ ਉਹ ਵੀ ਹੈਗੀ ਗੱਲ, ਪਰ ਇੱਧਰਲੇ ਪਾਸੇ ਉਦੋਂ ਡਰਾਈਵਰਾਂ ਦੀ ਸ਼ਾਰਟੇਜ ਆ ਗਈ ਸੀਗੀ ਉਦੋਂ 3 ਵੀਕਾਂ ਪਹਿਲਾਂ, ਕਿਉਂਕਿ ਛੁੱਟੀਆਂ ਕਰ ਗਏ ਸੀਗੇ। ਤਾਂ ਬੜਾ ਫਰੈਂਡਲੀ, ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ। ਟਾਈਮ ਦੇ ਨਾਲ ਨਾਲ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾ ਹੈ, ਜਿੰਨਾ ਚਿਰ ਕੋਈ ਵੈਕਸੀਨ ਨਹੀਂ ਆ ਜਾਂਦਾ ਹੈਗਾ ਉਦੋਂ ਤੱਕ ਤਾਂ ਸਾਨੂੰ ਇਸ ਗੱਲ ਦਾ ਪਰਹੇਜ਼ ਜਿਹੜਾ ਹੈਗਾ ਕਰਨਾ ਚਾਹੀਦਾ। ਸੋਸ਼ਲ ਡਿਸਟੈਂਸਿੰਗ ਪਤਾ ਨਹੀਂ ਕਿੰਨੇ ਟਾਈਮ ਤੱਕ ਚੱਲਣੀ ਹੈਗੀ ਹੈ। ਮੈਨੂੰ ਲੱਗਦਾ ਸਾਡਾ ਇਹ ਜ਼ਿੰਦਗੀ ਦਾ ਪਾਰਟ ਬਣ ਜਾਣਾ ਜੀ ਹੁਣ। ਅਸੀਂ, ਮੈਨੂੰ ਲੱਗਦਾ ਅਮਰਜੀਤ ਜੀ, ਆਪਾਂ ਹੁਣ ਜ਼ਿਆਦਾ ਜਿਹੜੇ ਹਾਈਜੀਨਿਕ ਤਰੀਕੇ ਨਾਲ ਜ਼ਿਆਦਾ ਰਹਿਣਾ ਸ਼ੁਰੂ ਕਰ ਦਾਂਗੇ। ਪਹਿਲਾਂ ਇਦਾਂ ਹੁੰਦਾ ਸੀਗਾ ਕਿ ਅਸੀਂ ਥੋੜਾ ਘੱਟ ਧਿਆਨ ਦੇਈਦਾ ਸੀ, ਪਹਿਲਾਂ ਵੀ ਅਸੀਂ ਸਾਫ਼ ਸਫਾਈ ਵੱਲ ਧਿਆਨ ਤਾਂ ਦਿੰਦੇ ਸੀ, ਪਰ ਥੋੜਾ ਜਿਹਾ ਅਸੀਂ ਕਹਿ ਸਕਦੇ ਹਾਂ ਕਿ ਅਵੇਸਲੇ ਹੋ ਜਾਂਦੇ ਸੀ ਜਾਂ ਕਹਿ ਦਿੰਦੇ ਸੀ ਚਲੋ ਕੋਈ ਨਾ, ਮਤਲਬ ਕੁਛ ਏਦਾਂ ਹੁੰਦਾ ਨਹੀਂ। ਹੁਣ ਆਏ ਆ ਵੀ ਹਰੇਕ ਵੇਲੇ ਜੇ ਅਸੀਂ ਕਿਤੇ ਕਿਸੇ ਚੀਜ਼ ਨੂੰ ਟੱਚ ਵੀ ਨਹੀਂ ਕੀਤਾ ਤਾਂ ਵੀ ਹੁੰਦਾ ਹੈ ਕਿ ਨਹੀਂ, ਅਸੀਂ ਪਹਿਲਾਂ ਸੈਨੀਟਾਈਜ਼ ਕਰੀਏ ਫਿਰ ਜਾਈਏ। ਸੋ ਜਿਹੜੀਆਂ ਸਾਡੀਆਂ ਰਹਿਣ ਦੀਆਂ ਆਦਤਾਂ ਨੇ ਨਾ, ਉਹ ਵੀ ਬਦਲ ਜਾਣੀਆਂ ਨੇ ਹੁਣ। ਹਾਂਜੀ, ਉਹੀ ਤੁਹਾਨੂੰ ਦੱਸ ਰਿਹਾ ਕਿ ਸਾਡੇ ਲਾਈਫ ਸਟਾਈਲ ਦੇ ਵਿੱਚ ਆਟੋਮੈਟਿਕਲੀ ਚੇਂਜ ਆਏ ਨੇ, ਸਾਨੂੰ ਪਤਾ ਵੀ ਨਹੀਂ ਲੱਗਣਾ, ਸਾਨੂੰ ਕੋਈ ਚੇਂਜ ਕਰਨਾ ਨਹੀਂ ਪੈਣਾ, ਪਰ ਰੋਜ਼ਮਰਰਾ ਦਾ ਜੋ ਅਸੀਂ ਕਰ ਰਹੇ ਹਾਂ ਨਾ, ਉਹਨੇ ਸਾਨੂੰ ਆਪਣੇ ਆਪ ਸਿਖਾ ਜਾਣਾ। ਛੇਤੀ ਤੋਂ ਛੇਤੀ ਕਿਤੇ ਟਰੈਵਲ ਵੀ ਨਹੀਂ ਹੁਣ ਹੋ ਸਕਣਾ, ਕਿਉਂਕਿ ਅਸੀਂ ਹੁਣ ਥੋੜੇ ਟਾਈਮ ਬਾਅਦ ਹੀ ਤੁਰ ਪੈਂਦੇ ਸੀਗੇ, ਅਸੀਂ ਅੱਜ ਉੱਥੇ ਵਕੇਸ਼ਨ ਕਰਨ ਚੱਲੇ ਹਾਂ, ਅਸੀਂ ਇੱਥੇ ਕਰਨ ਚੱਲੇ ਹਾਂ, ਜਾਂ ਅਸੀਂ ਜੇ ਹੁਣ ਅਸੀਂ ਆਪਣੀ ਗੱਲ ਕਰੀਏ ਤਾਂ ਸਾਡਾ ਜ਼ਿਆਦਾ ਪਿਆਰ ਇੰਡੀਆ ਦੇ ਨਾਲ ਹੈ, ਤਾਂ ਇੰਡੀਆ ਦੇ ਵਿੱਚ ਜਾਣਾ ਸਾਨੂੰ ਹੁੰਦਾ ਹੈ। ਸਾਡੇ ਬਜ਼ੁਰਗ ਨੇ ਉਹ 5-6 ਮਹੀਨੇ ਇੰਡੀਆ ਨੂੰ ਲਾਏ ਆਉਂਦੇ ਨੇ, ਤੇ ਹੁਣ ਉਸੇ ਕਰਕੇ ਹੁਣ ਸਟੱਕ ਵੀ ਨੇ, ਤੇ ਹੁਣ ਲੋਕਾਂ ਨੇ ਕਹਿਣਾ ਵੀ ਅਸੀਂ ਛੇਤੀ ਵੀ ਵਾਪਸ ਆ ਜਾਈਏ, ਪਤਾ ਨਹੀਂ ਕੀ ਹੋ ਜਾਣਾ ਹੈ। ਜੀ ਜੀ ਬਿਲਕੁਲ। ਸੋ ਬਹੁਤ ਵੱਡੀ ਚੇਂਜ ਆਲਰੇਡੀ ਆ ਵੀ ਗਈ ਆ ਵੈਸੇ, ਪਰ ਹਜੇ ਹੋਰ ਚੇਂਜ ਆ ਰਹੀ ਆ ਸਮੇਂ ਦੇ ਨਾਲ ਨਾਲ। ਬਿਲਕੁਲ। ਤੇ ਬਿਜ਼ਨਸ ਦਾ ਅਸੀਂ ਗੱਲ ਕੀਤੀ ਸੀ ਕਿ ਬਿਜ਼ਨਸ ਦੇ ਉੱਤੇ ਇੰਪੈਕਟ ਪਿਆ ਹੈਗਾ ਆ। ਹੁਣ ਤੁਹਾਡਾ ਖੁਦ ਦਾ ਬਿਜ਼ਨਸ ਹੈਗਾ A1 ਸਪੋਰਟਸ, ਹੈ ਨਾ, ਤਾਂ ਉਹ ਤੁਸੀਂ ਕਿਹਾ ਬਿਲਕੁਲ ਬੰਦ ਕਰਨਾ ਪਿਆ ਹੈਗਾ ਆ। ਵਰਕਰਸ ਨੂੰ ਜਿਵੇਂ ਉਹ ਵੀ ਘਰੇ ਬੈਠੇ ਨੇ, ਛੁੱਟੀ ਤੇ ਨੇ, ਉਹਨਾਂ ਨੇ ਚਾਹੇ CER ਵੀ ਅਪਲਾਈ ਕੀਤਾ ਹੋਣਾ ਆ, ਪਰ ਫਿਰ ਵੀ ਬਿਜ਼ਨਸਿਸ ਦੇ ਤੌਰ ਦੇ ਉੱਤੇ ਤੁਹਾਡੇ ਤੇ ਨਾਲ ਨਾਲ ਹੋਰ ਬਿਜ਼ਨਸਿਸ ਦੇ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ? ਸੋ ਜਿਸ ਤਰ੍ਹਾਂ ਹਰਸ਼ੀ ਸ਼ੁਰੂ 'ਚ ਹੀ ਇੰਪੈਕਟ ਪਿਆ, ਤਾਂ ਉਦੋਂ ਤਾਂ ਕੋਈ ਸਾਡੇ ਵੀ ਦਿਮਾਗ 'ਚ ਕੋਈ ਨਹੀਂ ਆ ਰਿਹਾ ਸੀ ਕੀ ਹੋਊਗਾ, ਕਿਉਂਕਿ ਸਾਡੇ ਤਾਂ ਸਮਰ ਦੇ ਵਿੱਚ ਪਲਾਨ ਸੀਗੇ ਬਿਜ਼ਨਸ ਨੂੰ ਦੁੱਗਣਾ ਤਿੱਗਣਾ ਕਰਨ ਦੇ, ਕਿਉਂਕਿ ਸਮਰ ਦਾ ਸਾਡਾ ਬਿਜ਼ਨਸ ਰਿਲੇਟਡ ਸਮਰ ਨਾਲ ਆ। ਤੇ ਅਸੀਂ ਤਾਂ ਕਈ ਸਟੈਪ ਅੱਗੇ ਚੱਕੇ ਹੋ ਸੀਗੇ, ਵੱਡੇ ਥਾਂ 'ਤੇ ਲੀਜ਼ ਕਰਕੇ ਵੇਅਰ ਹਾਊਸ ਉੱਥੇ ਮੂਵ ਹੋਣਾ ਸੀ, ਉਹ ਸਾਰਾ ਕੁਝ ਸਾਨੂੰ ਬੈਕ ਆਫ ਹੋਣਾ ਪਿਆ ਉਹ ਤੋਂ। ਤੇ ਪਰ ਜਿਹੜੇ EMPLOYEES ਦੀ ਗੱਲ ਤੁਸੀਂ ਕਰਦੇ ਆ, ਉਹ ਭੇਜੇ ਆ, ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸਾਡੀ ਗਵਰਨਮੈਂਟ ਆ ਉਹ ਰੋਜ਼ ਇਹਨਾਂ 'ਤੇ ਸਾਰਾ ਕੰਮ ਕਰ ਰਹੀ ਆ ਤੇ ਨਵੇਂ ਤੋਂ ਨਵੇਂ ਜਿਹੜੇ ਸਹੂਲਤਾਂ ਦੇ ਰਹੀ ਆ। ਸੋ ਹੁਣੇ ਹਜੇ ਮੇਰੇ ਖਿਆਲ ਪਾਸ ਨਹੀਂ ਹੋਇਆ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਕਿ ਤੁਸੀਂ EMPLOYEE ਨੂੰ ਸੱਦੋ ਬੈਕ, ਤੇ ਉਹਨਾਂ ਨੂੰ ਜੇ ਤੁਹਾਡਾ ਬਿਜ਼ਨਸ ਨਹੀਂ ਇਨਫ ਰੈਵਨਿਊ ਕਰ ਰਿਹਾ ਤੇ ਗਵਰਨਮੈਂਟ ਵੱਲੋਂ ਉਹਦੀ ਸਬਸਿਡੀ ਮਿਲੂਗੀ। ਸੋ ਉਹਦੇ ਨਾਲ ਬਹੁਤ ਫਰਕ ਪੈਣਾ ਵੀ ਆ, ਕਿਉਂਕਿ ਜਿਹੜਾ ਰਿਕਵਰ ਹੋਣ ਲਈ ਥੋੜ੍ਹੀ ਸਪੀਡ ਮਿਲ ਜਾਣੀ ਆ। ਸੋ ਅਸੀਂ ਵੀ ਹੁਣ ਅਗਲੀ ਵੀਕ ਤੋਂ ਦੁਬਾਰਾ ਬੰਦੇ ਸੱਦ ਕੇ, ਕੰਮ ਤਾਂ ਆਰਡਰ ਤਾਂ ਨਹੀਂ ਆ ਰਿਹਾ, ਪਰ ਸਟੋਰ ਮੂਵ ਕਰਕੇ ਉਹਨੂੰ ਨਵੇਂ ਥਾਂ 'ਤੇ ਉਹਨੂੰ ਸ਼ੁਰੂ ਕਰ ਦੇਣਾ ਆ।
ਬਿਲਕੁਲ ਤੇ ਸਾਨੂੰ A1 ਸਪੋਰਟਸ ਨਵੀਂ ਲੋਕੇਸ਼ਨ ਤੇ ਦੇਖਣ ਨੂੰ ਮਿਲੂਗਾ ਇਸ ਤੋਂ ਜੀ ਬਾਅਦ। ਜੀ ਜੀ ਬਿਲਕੁਲ A1 ਸਪੋਰਟਸ ਨੂੰ ਲੈ ਕੇ ਜੇ ਹੁਣ ਅਸੀਂ ਇਕੱਲੇ A1 ਸਪੋਰਟਸ ਦੀ ਗੱਲ ਨਾ ਕਰੀਏ ਤਾਂ ਹੋਰ ਬਿਜ਼ਨੈਸਿਸ ਦੀ ਕਰੀਏ ਤਾਂ ਜਸਟਿਨ ਟਰੂਡੋ ਨੇ ਜਿਹੜਾ ਫੰਡ ਅਨਾਉਂਸ ਕੀਤਾ ਪਹਿਲਾਂ ਉਹ ਡਿਫਰੈਂਟ ਤਰ੍ਹਾਂ ਦੀ ਅਨਾਉਂਸਮੈਂਟ ਕੀਤੀ ਸੀ ਤੇ ਹੁਣ ਅਪਡੇਟ ਕਰ ਦਿੱਤੇ ਗਏ ਨੇ ਕਿ ਹੋਰ ਜ਼ਿਆਦਾ ਜਿਹੜਾ ਫਾਇਦਾ ਹੋਵੇ ਬਿਜ਼ਨੈਸਿਸ ਨੂੰ। ਜਿਵੇਂ ਤੁਸੀਂ ਮੈਂਸ਼ਨ ਕਰ ਹੀ ਦਿੱਤਾ ਹੈ ਕਿ ਫਾਇਦਾ ਹੋਣ ਵਾਲਾ ਆ, ਸੋ ਉਹਨਾਂ ਫੰਡਿੰਗ ਤੋਂ ਇਲਾਵਾ ਹੋਰ ਫੰਡਿੰਗ ਵੀ ਜਿਹੜੀ ਸਰਕਾਰ ਨੂੰ ਕਰਨੀ ਚਾਹੀਦੀ ਹੈ, ਜੋ ਸਰਕਾਰ ਕਰ ਰਹੀ ਹੈ ਇਨਫ ਕਰ ਰਹੀ ਹੈ ਬਿਜ਼ਨੈਸਿਸ ਵਾਸਤੇ? ਵੈਸੇ ਤਾਂ ਜੀ ਮੇਰਾ ਆਪਣਾ ਵਿਚਾਰ ਤਾਂ ਇਹ ਆ, ਸਾਡੀ ਸੋਚ ਤੋਂ ਵੀ ਵੱਧ ਹੋ ਕੇ ਉਹ ਹਰ ਰੋਜ਼ ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਰੋਜ਼ ਦੀ ਸਿਚੁਏਸ਼ਨ ਨਵੀਂ ਨਿਕਲਦੀ ਆ, ਸੋ ਉਹਨੂੰ ਰੋਜ਼ ਦੀ ਰੋਜ਼ ਟੈਕਲ ਕਰਨਾ, ਉਹਦੇ ਤੇ ਦੁਬਾਰਾ ਦੀ ਕੰਮ ਕਰਨਾ, ਉਹਨੂੰ ਚੇਂਜ ਕਰਨਾ, ਸੋ ਬਹੁਤ ਵੱਡਾ ਹੋ ਰਿਹਾ ਕੰਮ ਜੀ ਕੈਨੇਡਾ ਸਰਕਾਰ ਵੱਲੋਂ। ਦਾਦ ਦੇਣੀ ਬਣਦੀ ਹੈ ਇਹ ਤਾਂ। ਤੇ ਪਲੱਸ ਹੁਣ ਸਮਾਂ ਇਹ ਵੀ ਆ ਗਿਆ ਵੀ ਅਸੀਂ ਵੀ ਆਪਣੇ ਤੌਰ ਤੇ ਕੀ ਕਰ ਸਕਦੇ ਹਾਂ, ਕਿਹੜੇ ਜਿਹੜੇ ਐਕਸਟਰਾ ਐਕਸਪੈਂਸਿਸ ਆ ਉਹਨਾਂ ਨੂੰ ਕੰਟਰੋਲ ਕਰਕੇ। ਸੋ ਬਜਾਏ ਇਸ ਗੱਲ ਦੇ ਕਿ ਜੇ ਸਾਡਾ ਪਹਿਲਾਂ ਰੈਵਨਿਊ ਤੇ ਐਕਸਪੈਂਸ ਬਰਾਬਰ ਸੀ ਤੇ ਹੁਣ ਰੈਵਨਿਊ ਤਾਂ ਵੱਧ ਨਹੀਂ ਸਕਦਾ, ਹੁਣ ਐਕਸਪੈਂਸ ਹੀ ਘਟਾਉਣੇ ਪੈਣੇ ਆ। ਬਿਲਕੁਲ, ਤੇ ਤੁਹਾਡੇ ਨਾਲ ਗੱਲਬਾਤ ਜਿਹੜੀ ਹੈ ਇਦਾਂ ਹੀ ਜਾਰੀ ਰੱਖਾਂਗੇ। ਬ੍ਰੇਕ ਲਾ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਸ਼ੋਰ ਜੀ, ਥੈਂਕ ਯੂ। ਸੋ ਅੱਜ ਗੱਲਬਾਤ ਹੋ ਰਹੀ ਹੈ A1 ਸਪੋਰਟ ਤੋਂ ਅਮਰਜੀਤ ਸਿੰਘ ਢਿਡਵਾਰ ਜੀ ਦੇ ਨਾਲ। ਉਹ ਹੁਣ ਅਮਰੀਕਾ ਵੀ ਜਾ ਕੇ ਆਏ ਨੇ, ਉੱਥੇ ਵੀ ਹੁਣ ਟਰੱਕਿੰਗ ਦੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਨੇ ਦੱਸਿਆ ਕਿ ਉੱਥੇ ਕੀ ਹਾਲਾਤ ਨੇ। ਤੁਹਾਡਾ ਕੋਲ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਬ੍ਰੇਕ ਤੋਂ ਬਾਅਦ ਇਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਆ। ਫਿਲਹਾਲ ਅਸੀਂ ਬ੍ਰੇਕ ਦੇ ਲਈ ਰੁਕਦੇ ਹਾਂ ਤੇ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਵੀ ਵਿਲ ਬੀ ਰਾਈਟ ਬੈਕ ਆਫਟਰ ਅ ਕੈਨੇਡਾ ਡਰਾਈ ਸ਼ਾਰਟ ਬ੍ਰੇਕ। Welcome back after a Canada Dry short break made from real ginger. ਤੇ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਅਮਰਜੀਤ ਸਿੰਘ ਢਿਡਵਾਰ ਜੀ ਦੇ ਨਾਲ, ਤੇ ਜਿਹੜੇ ਦੱਸ ਰਹੇ ਸੀਗੇ ਕਿ ਕਿਵੇਂ COVID-19 ਦੇ ਸਮੇਂ ਦੇ ਵਿੱਚ ਇਹਨਾਂ ਨੇ ਜਿੱਦਾਂ ਬਿਜ਼ਨਸ ਸਾਰੇ ਕਲੋਜ਼ ਹੋ ਗਏ ਨੇ ਤੇ ਨਾਲ ਇਹਨਾਂ ਨੇ ਹੁਣ ਟਰੱਕਿੰਗ ਸਟਾਰਟ ਕੀਤੀ ਹੈ, ਕੀ ਮੁਸ਼ਕਿਲਾਂ ਆ ਰਹੀਆਂ ਨੇ। ਸੋ ਅਮਰਜੀਤ ਜੀ, ਜਿੱਦਾਂ ਮੁਸ਼ਕਿਲਾਂ ਦੀ ਗੱਲ ਕੀਤੀ ਸੀ, ਕੀ ਕੁਝ ਆ ਰਹੀਆਂ, ਟਰੱਕਿੰਗ ਦੀ ਤੁਸੀਂ ਗੱਲ ਕੀਤੀ ਕਿ ਮੈਂ ਟਰੱਕ ਵਾਸਤੇ ਲਾਸ ਐਂਜਲਸ ਜਾਣ ਲੱਗ ਗਏ ਸੀਗੇ। ਸੋ ਹੁਣ ਐਵਰੀ ਵੀਕ ਜਾਂਦੇ ਹੈਗੇ, ਸੋ ਇਹ ਕੰਮ ਕੰਟੀਨਿਊ ਰੱਖਣ ਦਾ ਫੈਸਲਾ ਕਰ ਲਿਆ ਕਿ ਵੀ ਮਤਲਬ ਕਿਵੇਂ ਚੱਲੂਗਾ ਹੁਣ, ਕਿਉਂਕਿ ਹੁਣ ਉਹਦੀ ਆਦਤ ਵੀ ਪੈ ਗਈ ਹੋਣੀ ਹੈ? ਨਹੀਂ, ਆਦਤ ਵੀ ਪੈ ਗਈ ਜੀ। ਬਾਕੀ ਜਿੰਨਾ ਚਿਰ ਲੋੜ ਸੀਗੀ ਹੈਗੀ ਉਦੋਂ ਚਿਰ ਕਰਾਂਗੇ, ਪਰ ਵੈਸੇ ਹੁਣ ਜਿਹੜੇ ਰੈਗੂਲਰ ਡਰਾਈਵਰ ਸੀਗੇ ਉਹ ਵਾਪਸ ਆ ਗਏ, ਕੰਮਾਂ ਤੇ ਆ ਗਏ ਆ। ਸੋ ਇਸ ਵੀਕ ਮੈਂ ਹੁਣ ਛੁੱਟੀ ਕੀਤੀ ਆ। ਤੇ ਬਾਕੀ ਜਿਹੜਾ ਵਰਕਲੋਡ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਲੋਡ ਹੀ ਬਹੁਤ ਘਟ ਗਿਆ ਹੁਣ। ਸੋ ਹੁਣ ਸਿਰਫ ਜ਼ਰੂਰੀ ਚੀਜ਼ਾਂ ਜਿਹੜੀਆਂ ਉੱਧਰ ਚੱਲ ਰਹੀਆਂ, ਬਣ ਰਹੀਆਂ, ਪ੍ਰੋਡਿਊਸ ਆ, ਉਹ ਹੋਣਾ, ਉਹਨਾਂ ਦੇ ਟਰੱਕ ਜਾ ਰਿਹਾ। ਜਿਹੜੇ ਬਾਕੀ ਦਾ ਸਮਾਨ ਜਾਂਦਾ ਸੀਗਾ ਉਹ 'ਤੇ ਕਾਫੀ ਰੋਕ ਵੀ ਲੱਗ ਗਈ ਆ, ਅਤੇ ਉਹ ਲੋਡ ਵੀ ਫਿਰ ਕਿਉਂਕਿ ਫੈਕਟਰੀਜ਼ ਦੇ ਜਿਹੜੇ ਵੇਅਰਹਾਊਸ ਆ ਬੰਦ ਹੋ ਗਏ ਨਾ, ਅਤੇ ਉਹਦਾ ਇੰਪੈਕਟ ਪੈ ਗਿਆ। ਫੂਡ ਦੀ ਜੇ ਗੱਲ ਕਰਦੇ ਸੀ ਆਪਾਂ ਵੀ ਫੂਡ ਘੱਟ ਹੁੰਦਾ, ਅਤੇ ਤੁਸੀਂ ਮੈਨੂੰ ਬ੍ਰੇਕ ਤੋਂ ਪਹਿਲਾਂ ਦੱਸ ਰਹੇ ਸੀ ਕਿ ਮੈਂ ਆਪਣਾ ਫੂਡ ਨਾਲ ਲੈ ਕੇ ਚੱਲ ਜਾਂਦੀ ਸੀ। ਸੋ ਇੰਨੇ ਦਿਨਾਂ ਦਾ ਫੂਡ ਜਿਹੜਾ ਇਕੱਠਾ ਨਾਲ ਲੈ ਕੇ ਜਾਣਾ, ਸੋ ਕਿਵੇਂ ਮੈਨੇਜ ਕਰਦੇ ਸੀ ਸਾਰਾ? ਵੈਸੇ ਸਾਰੇ ਟਰੱਕ ਭਰਾ ਸਾਡੇ ਕਰਦੇ ਆ। ਅਸੀਂ ਵੀ ਪਹਿਲਾਂ ਜਦੋਂ ਮੈਂ ਅਤੇ ਮੇਰੇ ਡੈਡ ਅਸੀਂ ਇਕੱਠਿਆਂ ਨੇ ਟਰੱਕ ਚਲਾਇਆ 12 ਸਾਲ। ਸੋ ਅਸੀਂ ਪੂਰੇ ਹਫ਼ਤੇ ਦੀ ਰੋਟੀਆਂ ਬਣਾ ਕੇ ਦਾਲਾਂ ਨਾਲ ਲੈ ਜਾਈਦੀਆਂ, ਵਿੱਚ ਫਰਿੱਜ ਹੁੰਦੀ ਆ, ਸੋ ਉਹਦੇ 'ਚ ਰੱਖ ਲਈਦਾ, ਅਤੇ ਦੁਪਹਿਰ ਨੂੰ ਗਰਮ ਕਰਕੇ ਚੁੱਲ੍ਹਾ, ਉਹ ਛੋਟਾ ਪੋਰਟੇਬਲ ਚੁੱਲ੍ਹਾ ਨਾਲ ਹੈਗਾ। ਪਰ ਐਤਕੀ ਕੋਵਿਡ ਨੇ ਇੱਕ ਚੀਜ਼ ਨਵੀਂ ਨਾਲ ਸਾਨੂੰ ਲਿਜਾਣ ਨੂੰ ਮੈਨੂੰ ਮਜਬੂਰ ਕੀਤਾ ਕਿ ਅੱਜ ਦਾ ਖਬਰਾਂ ਸੁਣਦੇ ਹਾਂ ਲੱਗਣ ਲੱਗ ਪੈਂਦਾ ਹਰ ਦੂਜੇ ਦਿਨ ਜਦੋਂ ਖਬਰਾਂ ਸੁਣ ਲਓ ਵੀ ਸਾਡਾ ਵੀ ਗਲਾ ਸੁੱਜ ਗਿਆ ਅੰਦਰੋਂ। ਤਾਂ ਫਿਰ ਸਪੈਸ਼ਲ ਕਾੜਾ ਜਿਹੜਾ ਸਾਡੀ ਮਮ ਘਰੇ ਬਣਾ ਕੇ ਅਕਸਰ ਵੀ ਪੈਸੇ ਵੀ ਅੱਗੇ ਪਿੱਛੇ ਜੇ ਕਿਤੇ ਫਲੂ ਫਲਾ ਲੱਗੇ ਬਣਾਉਂਦੀ ਹੁੰਦੀ ਸੀ। ਪਰ ਹੁਣ ਜਦੋਂ ਦਾ ਕਰੋਨਾ ਆਇਆ ਉਦੋਂ ਦਾ ਤਕਰੀਬਨ ਹਰ ਦਿਨ ਡਿਮਾਂਡ ਚਾਹ ਦੀ ਨਹੀਂ ਹੁੰਦੀ ਸਾਡੇ ਘਰ, ਇੱਦਾਂ ਹੁੰਦੀ ਆ ਵੀ ਜੇ ਸ਼ਾਮ ਤੱਕ ਕਹਿਣਾ ਮੈਂ ਇੱਦਾਂ ਕਰੋ ਹੁਣ ਕਾੜਾ ਬਣਾ ਦਿਓ, ਅਤੇ ਉਹਦੇ 'ਚ ਵਧੀਆ ਸਾਰੇ ਆਪਣੇ ਸਪਾਈਸਸ ਵਗੈਰਾ ਅਤੇ ਜਿਹੜੀਆਂ ਹਰਬਸ ਆ ਉਹ ਪਾ ਕੇ ਕੁੱਟ ਕੇ ਨਾ ਜੀ, ਉਹ ਮਾਤਾ ਨੇ ਬਣਾ ਕੇ ਫਿਰ ਮੈਨੂੰ ਨਾਲ ਡੱਬੀ। ਅੱਛਾ, ਹੁਣ ਅਸੀਂ ਰੈਸਿਪੀ ਲੈਣ ਆਈਏ ਕਿ ਵੀ ਤੁਸੀਂ ਸ਼ੇਅਰ ਕਰ ਦੋਗੇ? ਵੈਸੇ ਤਾਂ ਸਾਰਿਆਂ ਦੇ ਘਰੇ ਬਣ ਰਿਹਾ, ਹਾਂਜੀ, ਤੁਸੀਂ ਮੰਨੋ ਨਾ ਮੰਨੋ, ਜਿੰਨੇ ਵੀ ਸਾਡੇ ਸਰੋਤੇ ਸਾਰੇ ਤਕਰੀਬਨ ਕਿਸੇ ਨਾ ਕਿਸੇ ਤਰ੍ਹਾਂ ਦਾ ਕਾੜਾ ਰੋਜ਼ ਬਣਦਾ।
ਤੇ ਉਧਰੋਂ ਮੇਰੇ ਖਿਆਲ ਚ ਮੋਦੀ ਸਾਹਿਬ ਨੇ ਵੀ ਕਿਹਾ ਵੀ ਕਾੜਾ ਪੀਓ। ਬਿਲਕੁਲ, ਇਹਦੇ ਨਾਲ ਹੁਣ ਕਰੋਨਾ ਵਾਇਰਸ ਦਾ ਤਾਂ ਕਹਿੰਦੇ ਕੋਈ ਉਹ ਨਹੀਂ ਹੈਗਾ ਕੰਸਰਨ, ਪਰ ਫਲੂ ਨੂੰ ਤੁਹਾਨੂੰ ਜੇ ਰੈਗੂਲਰ ਫਲੂ ਹੈਗਾ, ਇਮਿਊਨ ਸਿਸਟਮ ਨੂੰ ਤੁਹਾਨੂੰ ਸਟਰੋਂਗ ਕਰ ਸਕਦੀ ਹੈਗੀ ਹੈ। ਕਿਉਂਕਿ ਇਹ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਵੀ ਬਹੁਤ ਚੱਲ ਰਿਹਾ ਹੈਗਾ ਹੈ ਕਿ ਜਿੰਜਰ ਪਾ ਕੇ ਪੀ ਲਓ ਹਨਾ ਪਾਣੀ ਦੇ ਵਿੱਚ, ਤੇ ਜਾਂ ਵਾਰਮ ਵਾਟਰ ਪੀਓ ਤੁਸੀਂ, ਕਿਉਂਕਿ ਜਿਹੜਾ ਜਿੰਜਰ ਹੈ ਜੀ ਇਹ ਇਮਿਊਨ ਸਿਸਟਮ ਨੂੰ ਬੂਸਟ ਕਰਦਾ, ਬਹੁਤ ਸਟਰੋਂਗ ਬਣਾਉਂਦਾ ਆ। ਸੋ ਗਰਮ ਚੀਜ਼ਾਂ ਦੇ ਵਿੱਚ ਕਾੜਾ ਪੀ ਲਈਦਾ ਸੀਗਾ। ਸੋ ਠੰਡੀਆਂ ਚੀਜ਼ਾਂ 'ਚ ਮੈਂ ਨਾਲ ਵੀ ਕੈਨੇਡਾ ਡਰਾਈ ਲੈ ਕੇ ਗਿਆ ਸੀਗਾ ਜੀ। ਪਹਿਲਾਂ ਵੀ ਮੈਂ ਇਹਦਾ ਫੈਨ ਆ। ਅੱਛਾ। ਕੋਕ ਵਗੈਰਾ ਪੈਪਸੀ ਘੱਟ ਪੀਂਦਾ ਮੈਂ ਜੀ। ਸੋ ਉਦੋਂ ਵੀ ਟਰੱਕ ਦੇ ਵਿੱਚ ਮੈਂ ਇਹੀ ਰੱਖਿਆ ਸੀਗਾ, ਜੇ ਕਿ ਤਿਆਰ ਲੱਗਦੀ ਦਿਹਾੜੀ 'ਚ ਇੱਕ ਅੱਧੀ ਵਾਰੀ ਪੀ ਲੈਣਾ ਚਾਹੀਦਾ। ਬਿਲਕੁਲ, ਜਿੰਜਰ ਹੁਣ ਇਹ ਪਤਾ ਨਹੀਂ ਕਿ ਅਸਰ ਕਰਦਾ ਨਹੀਂ ਕਰਦਾ, ਕਿਉਂਕਿ ਜਿੰਜਰ ਆ ਇਹ ਦਿਮਾਗ ਤੇ ਜ਼ਰੂਰ ਪ੍ਰਭਾਵ ਰਹਿੰਦਾ ਵੀ ਅਦਰਕ ਵਾਲਾ ਆ, ਅਦਰਕ ਵਾਲਾ ਹੈਗਾ। ਸਹੀ ਗੱਲ ਹੈ, ਆਪਾਂ ਨੂੰ ਆਪਣੀਆਂ ਜਿਹੜੀਆਂ ਇਹ ਰੱਖਣਾ ਚਾਹੀਦਾ ਹੈਗਾ ਆ ਆਪਣੇ ਆਪ ਤੇ ਕੰਟਰੋਲ, ਕਿਉਂਕਿ ਵੈਕਸੀਨ ਜਦੋਂ ਤੱਕ ਨਹੀਂ ਨਾ ਆ ਜਾਂਦੀ ਕਰੋਨਾ ਵਾਇਰਸ ਦੀ, ਉਦੋਂ ਤੱਕ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਵੀ ਕਿਹਦੇ ਨਾਲ ਫਰਕ ਪੈਂਦਾ ਹੈਗਾ। ਉਦੋਂ ਤੱਕ ਸਾਨੂੰ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਆਪਣੇ ਆਪ ਨੂੰ ਬਚਾਉਣ ਦੇ ਲਈ, ਇਮਿਊਨ ਸਿਸਟਮ ਨੂੰ, ਕਿਉਂਕਿ ਅਸੀਂ ਤਾਂ ਹੁਣ ਘਰ ਦੇ ਵਿੱਚ ਜਿਹੜੇ ਹੋਮ ਰੈਮੀਡੀਜ਼ ਹੈਗੀਆਂ ਸ਼ੁਰੂ ਤੋਂ ਸਾਡੇ ਚੱਲੀਆਂ ਆ ਰਹੀਆਂ ਨੇ। ਜੇ ਕੁਝ ਫਲੂ ਹੋ ਗਿਆ ਤਾਂ ਵੀ ਮਮ ਨੇ ਕਹਿਣਾ ਆਹ ਪੀ ਲਓ, ਇਦਾਂ ਕਰ ਲਓ, ਇਦਾਂ ਕਰ ਲਓ। ਸੋ ਬਹੁਤ ਚੀਜ਼ਾਂ ਘਰੋਂ ਹੀ ਸਾਡੇ, ਬੇਸਣ ਦਾ ਕੜਾਹ ਖਾ ਲਓ ਪਤਲਾ, ਬਹੁਤ ਚੀਜ਼ਾਂ ਸਾਡੇ ਘਰੋਂ ਨਿਕਲੇ ਹੁੰਦੀਆਂ। ਬੇਸਿਕਲੀ ਅਸੀਂ ਇਦਾਂ ਹੋ ਰਹੀ ਆ ਕਿ ਇੱਕ ਜਿੱਦਾਂ ਕਹ ਲਓ ਵਰਚੁਅਲ ਜਾਂ ਗੇਮ ਵਾਲੀ ਲੜਾਈ ਅਸੀਂ ਉਹਦੇ ਵਿੱਚ ਉਹਦਾ ਪਾਰਟ ਆ। ਸੋ ਸਾਡੇ ਕੋਲ ਕੋਈ ਇਦਾਂ ਦਾ ਹਥਿਆਰ ਹੈ ਨਹੀਂ ਕਿ ਜਿਹੜਾ ਅਸੀਂ ਦੁਸ਼ਮਣ ਤੇ ਚਲਾ ਦਈਏ, ਪਰ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਜਿਹੜੀਆਂ ਆਪਣੀਆਂ ਬਾਉਂਡਰੀਜ਼ ਜਾਂ ਫੈਂਸਾਂ ਆਪਣੀਆਂ ਉਹਨਾਂ ਨੂੰ ਤਕੜੀਆਂ ਕਰ ਰਹੇ ਹਾਂ। ਬਸ ਇਹ ਕਹਿੰਦੇ ਇਕਜੁੱਟ ਹੋ ਕੇ ਅਸੀਂ ਇਹ ਲੜਾਈ ਲੜਨੀ ਹੈ, ਪਰ ਇੱਕ ਦੂਜੇ ਤੋਂ ਅਲੱਗ ਹੋ ਕੇ ਲੜਨੀ ਹੈ, ਨਾਲੇ ਇਕੱਠੇ ਵੀ ਹੋਣਾ ਤੇ ਇੱਕ ਦੂਜੇ ਤੋਂ ਅੱਡ ਵੀ ਹੋਣਾ ਆ। ਸੋ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਆਪਣੇ ਜਿਨ੍ਹਾਂ ਦੇ ਮਮ ਡੈਡ ਨਾਲ ਨਹੀਂ ਰਹਿੰਦੇ ਹੈਗੇ, ਉਹਨਾਂ ਨੂੰ ਮਿਲਣ ਨੂੰ ਤਰਸ ਰਹੇ ਨੇ। ਸੋ ਬਹੁਤ ਚੀਜ਼ਾਂ ਇਹੋ ਜਿਹੀਆਂ ਹੋ ਰਹੀਆਂ ਨੇ ਜਿਹੜੀਆਂ ਕਦੇ ਕਿਸੇ ਨੇ, ਸਾਡੇ ਦਾਦੇ ਪੜਦਾਦਿਆਂ ਨੇ ਵੀ ਨਹੀਂ ਦੇਖੀਆਂ ਸੀ, ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਨੇ। ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰ ਦਿੰਦਾ ਕਿ ਹੁਣ ਸਾਡੇ ਸਟੋਰ ਤੇ ਕੰਮ ਕਰਦੇ ਸਟੂਡੈਂਟ ਆ, ਤੇ ਜਦੋਂ ਅਸੀਂ ਛੁੱਟੀ ਕਰਤੀ ਸਟੋਰ ਤੋਂ ਤੇ ਉਹਨੂੰ ਫਲੂ ਵਗੈਰਾ ਕੋਲਡ ਹੋ ਗਿਆ, ਤਾਂ ਹੁਣ ਸਾਡੇ ਦਾ ਘਰਾਂ ਵਿੱਚ ਪਰਿਵਾਰ ਆ, ਗੱਲ ਕਰਨ ਨੂੰ, ਪੁੱਛਣ ਨੂੰ, ਦੱਸਣ ਨੂੰ। ਉਹ ਹੁਣ ਬੇਸਮੈਂਟ 'ਚ ਇਕੱਲੇ ਰਹਿੰਦੇ ਸੀਗੇ ਮੁੰਡੇ, ਤਾਂ ਉਹਨੂੰ ਜਦੋਂ ਫਲੂ ਹੋਇਆ ਤਾਂ ਰੈਗੂਲਰ, ਪਰ ਹੁਣ ਕਿਉਂਕਿ ਸਾਡੇ ਤੇ ਪ੍ਰੈਸ਼ਰ ਇੰਨਾ ਮੀਡੀਆ ਦਾ ਤੇ ਇਹਦੀ ਨੌਲੇਜ ਇੰਨੀ ਆ ਗਈ ਆ, ਤੇ ਉਹ ਬੜਾ ਕੰਸਰਨ ਹੋ ਗਿਆ ਵਿਚਾਰਾ। ਤਾਂ ਉਹਨੂੰ ਫਿਰ ਮੈਂ ਮਮ ਨੂੰ ਕਿਹਾ, ਤੇ ਅਸੀਂ ਉਹਨੂੰ ਫਿਰ ਕਾੜਾ ਬਣਾ ਕੇ 2-3 ਦਿਨ ਉਹਨੂੰ ਜਾ ਕੇ ਦਿੱਤਾ, ਤੇ ਇੱਕ ਵਾਰੀ ਆਪ ਵੀ ਲੈ ਗਿਆ। ਤਾਂ ਉਦੋਂ ਬਾਅਦ ਉਹ ਚੌਥੇ ਦਿਨ ਫਿਰ ਠੀਕ ਫੀਲ ਕਰਨ ਲੱਗ ਪਿਆ। ਸੋ ਅਗੇਨ ਉਹ ਜਿਹੜੀ ਤੁਸੀਂ ਗੱਲ ਕੀਤੀ, ਵਾਕਿਆ ਇਹ ਹੈਗੀ ਆ ਕਿ ਜਦੋਂ ਸਾਡੇ ਪੇਰੈਂਟਸ ਨਾਲ ਆ, ਜਿਹੜੀ ਨੌਲੇਜ ਉਹਨਾਂ ਕੋਲ ਆ, ਜਿਹੜੀ ਸਾਡੀ ਬੋਡੀ ਨਾਲ ਨੈਚੁਰਲੀ ਸਪੋਰਟ ਕਰਨ ਲਈ, ਇਮਿਊਨ ਸਿਸਟਮ ਲਈ, ਤੇ ਅਸੀਂ ਐਲੋਪੈਥੀ ਜੀ ਸ਼ਾਇਦ ਲੱਭਣ ਨੂੰ ਟਾਈਮ ਲੱਗੇ, ਪਰ ਉਹ ਤਾਂ ਸਾਰਾ ਕੁਝ ਘਰੇ ਹੀ ਹੁੰਦਾ। ਬਿਲਕੁਲ, ਕਿਉਂਕਿ ਮਮ ਡੈਡ ਤਾਂ ਤੁਹਾਨੂੰ ਦੇਖ ਕੇ ਹੀ ਦੇਖ ਲੈਂਦੇ ਆ ਵੀ ਕੀ ਹੋਇਆ ਆ, ਫਿਰ ਕੁਛ ਨਾ ਕੁਛ ਸਵੇਰੇ ਸ਼ਾਮ ਕੁਛ ਨਾ ਕੁਛ ਮਿਲਦਾ ਹੀ ਰਹਿੰਦਾ ਘਰੋਂ ਵੀ, ਇਹ ਪੀ ਲਓ, ਇਦਾਂ ਖਾ ਲਓ, ਇਦਾਂ ਕਰ ਲਓ। ਸੋ ਸਟੂਡੈਂਟਸ ਨੂੰ ਵੀ ਬਹੁਤ ਜਿਹੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਜੌਬਸ ਨਹੀਂ ਮਿਲ ਰਹੀਆਂ ਹੈਗੀਆਂ ਉਹਨਾਂ ਨੂੰ, ਪੜ੍ਹਾਈਆਂ ਚਾਹੇ ਹੋ ਗਈਆਂ ਨੇ ਆਨਲਾਈਨ, ਘਰੇ ਦੇ ਵਿੱਚ ਨੇ, ਪਰ ਕੰਮਾਂ ਦੇ ਕੰਮ ਨਹੀਂ ਮਿਲ ਰਹੇ ਹੈਗੇ, ਜੌਬਸ ਦਾ ਔਖਾ ਹੋ ਗਿਆ ਹੈਗਾ ਆ। ਸੋ ਉਹਨਾਂ ਵਾਸਤੇ ਵੀ ਸਾਨੂੰ ਚਾਹੀਦਾ ਹੈਗਾ, ਜੇ ਸਾਡੇ ਆਲੇ ਦੁਆਲੇ ਕੋਈ ਸਟੂਡੈਂਟ ਹੈ ਜਿਹਨੂੰ ਲੋੜ ਹੈ, ਉਹਦੀ ਮਦਦ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਮੈਂ ਸਾਰੇ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਵੈਸੇ ਤਾਂ ਸਾਰਿਆਂ ਨੂੰ ਪਤਾ ਆ, ਪਰ ਜ਼ਰੂਰ ਜੇ ਤੁਹਾਡੇ ਬੇਸਮੈਂਟ 'ਚ ਰਹਿੰਦੇ ਆ, ਜ਼ਰੂਰ ਉਹਨੂੰ ਪੁੱਛ ਕੇ, ਜੇ ਬਣਾ ਕੇ ਨਹੀਂ ਦੇ ਸਕਦੇ ਉਹਨਾਂ ਨੂੰ ਦੱਸ ਹੀ ਦਿਓ ਵੀ ਆਹ ਚੀਜ਼ਾਂ ਪਾ ਕੇ ਉਬਾਲ ਲਓ ਪਾਣੀ 'ਚ। ਸੋ ਉਹਦੇ ਨਾਲ ਵੀ ਸਪੋਰਟ ਹੋਊਗੀ, ਪਲੱਸ ਜਿਹੜਾ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਕੱਲਾ ਕੰਮ ਹੀ ਨਹੀਂ ਸਾਰਾ ਕੁਛ ਲਾਈਫ ਦੇ ਵਿੱਚ, ਜਿਹੜਾ ਪਰਿਵਾਰ ਹੁੰਦਾ ਉਹਦੇ ਨਾਲ ਕਿ ਗੱਲਬਾਤ, ਜਿਹੜੀ ਨੇੜਤਾ ਆ, ਉਹ ਵੀ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ। ਬਿਲਕੁਲ ਅਮਰਜੀਤ ਜੀ, ਜਿਵੇਂ ਮੈਂ ਹਰ ਵਾਰ ਮੈਨੂੰ ਲੱਗਦਾ ਨਾ ਮੇਰੇ ਆਡੀਅנס ਵੀ ਜਿਹਨੇ ਵੀ ਸੁਣਿਆ ਹੋਊਗਾ ਉਹ ਸੁਣ ਕੇ ਬੋਰ ਵੀ ਹੋ ਗਈ ਹੋਣੀ ਆ, ਪਰ ਮੈਂ ਅੱਜ ਫੇਰ ਸਾਡੀ ਕਨਵਰਸੇਸ਼ਨ ਤੇ ਸ਼ੁਰੂ ਹੋਈ, ਅੱਜ ਫੇਰ ਮੈਂ ਕਹਿਣਾ ਚਾਹੂੰਗੀ ਕਿ ਜਦੋਂ ਨਾ ਹੁਣ ਕੁਆਰੰਟਾਈਨ ਪੀਰੀਅਡ ਚੱਲ ਰਿਹਾ ਹੈਗਾ, ਜਿਹੜੇ ਇੰਡੀਆ ਤੋਂ ਵਾਪਸ ਆ ਰਹੇ ਨੇ, ਸਪੈਸ਼ਲੀ ਆਪਾਂ ਉਹਨਾਂ ਦੀ ਗੱਲ ਕਰਾਂਗੇ ਕਿਉਂਕਿ ਅਸੀਂ ਇੰਡੀਆ ਤੋਂ, ਪੰਜਾਬ ਤੋਂ ਅਸੀਂ ਆ ਰਹੇ ਹੈਗੇ ਆ। ਸੋ ਉਹ ਮੈਂ ਕਈ ਸਟੋਰੀਆਂ ਇਹ ਸੁਣੀਆਂ ਨੇ ਕਿ ਉਹਨਾਂ ਨੂੰ ਘਰੇ ਲਿਆ ਕੇ ਉਹਨਾਂ ਦਾ ਬੇਸਮੈਂਟ ਦੇ ਵਿੱਚ ਮੰਜਾ ਡਾਇਆ ਹੋਇਆ ਹੈ, ਕਹਿੰਦੇ ਸੀ ਫੂਡ ਉਹਨਾਂ ਨੂੰ ਪਲੇਟ 'ਚ ਪਾ ਕੇ ਉਹਦੇ ਡੋਰ ਦੇ ਕੋਲ ਰੱਖੇ ਆਉਂਦੇ ਆ, ਜਾਂ ਕਈਆਂ ਨੂੰ ਬੇਸਮੈਂਟ ਦੇ ਵਿੱਚ ਕਰਤਾ, ਜਾਂ ਗਰਾਜ ਦੇ ਵਿੱਚ, ਜਿੱਥੇ ਵੀ ਉਹਨਾਂ ਕੋਲ ਜਗ੍ਹਾ ਸੀਗੀ। ਗੁੱਡ ਹੈਗਾ ਆ ਵੀ ਚਲੋ ਤੁਸੀਂ ਉਹਨਾਂ ਨੂੰ ਕੁਆਰੰਟਾਈਨ ਕਰ ਰਹੇ ਆ, ਸੈਲਫ ਆਈਸੋਲੇਸ਼ਨ ਦੇ ਵਿੱਚ ਰੱਖ ਰਹੇ ਆ, ਪਰ ਉਹਨਾਂ ਦਾ ਫੂਡ ਕਹਿੰਦੇ ਅਸੀਂ ਬਾਹਰ ਰੱਖੇ ਹੁੰਦੇ ਆ, ਚੱਕ ਕੇ ਖਾ ਲੈਂਦੇ ਆ, ਪਰ ਕੀ ਅਸੀਂ ਉਹਨਾਂ ਨਾਲ ਗੱਲ ਵੀ ਕਰ ਰਹੇ ਆ? ਪਰ ਇਹ ਚੱਕਰ ਉਹਨਾਂ ਲੋਕਾਂ ਦਾ ਨਹੀਂ ਹੈਗਾ ਜੀ, ਇਹ ਹੈਗਾ ਜੋ ਇਨਫੋਰਮੇਸ਼ਨ ਦਿੱਤੀ ਗਈ ਆ
ਕਿਉਂਕਿ ਉਹਨੂੰ ਪੇਸ਼ ਹੀ ਇਦਾਂ ਕਰ ਦਿੱਤਾ ਗਿਆ ਕਿ ਉਹ ਤੋਂ ਹੋ ਨਾ ਜਾਵੇ। ਹੁਣ ਜਿਹੜੇ ਚੰਗੇ ਭਲੇ ਆਏ ਆ ਕੁਆਰੰਟਾਈਨ 'ਚ ਰਹਿ ਰਹੇ ਆ, ਉਹਦਾ ਮਤਲਬ ਇਹ ਉਹਨਾਂ ਨੇ ਇਕਾਂਤ ਵਾਸਤੇ ਹੀ ਰਹਿਣਾ ਹੈ। ਤੇ ਪਰ ਜਦੋਂ ਅਸੀਂ ਉਹਨਾਂ ਨੂੰ ਬਚਣਾ ਤਾਂ ਉਹ ਤੋਂ ਬਾਅਦ ਜਿਹਦਾ ਪੋਜ਼ਿਟਿਵ ਹੋਇਆ ਹੋਵੇ ਉਹ ਤੋਂ ਸਾਨੂੰ ਦੂਜਾ ਹੋ ਜਾਵੇ, ਪਰ ਉਹਨਾਂ ਨੇੜੇ ਜਾਣਾ ਨਹੀਂ ਹੈ। ਉਹ ਨੇੜੇ ਨਹੀਂ ਜਾ ਰਹੇ, ਪਰ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ, ਕੀ ਅਸੀਂ ਉਹਨਾਂ ਨਾਲ ਗੱਲਾਂ ਕਰ ਰਹੇ ਹਾਂ ਵੀ ਜੇ ਅਸੀਂ ਦੂਰ ਰਹਿ ਰਹੇ ਹਾਂ, ਕਿਸੇ ਨੂੰ ਫੋਨ ਕਰਕੇ ਪੁੱਛ ਰਹੇ ਹਾਂ ਵੀ ਤੁਸੀਂ ਕਿਵੇਂ ਆ। ਹੁਣ ਉਹਨਾਂ ਨੂੰ ਇਹ ਤਾਂ ਹੈ ਨਹੀਂਗਾ ਕਿ ਬਿਲਕੁਲ ਹੀ ਤੁਸੀਂ ਛੱਡ ਦਿਓ ਉਹਨਾਂ ਨੂੰ ਵੀ ਤੁਸੀਂ ਦੂਰ ਆ, ਅਸੀਂ ਤੁਹਾਡੇ ਨਾਲ ਬੋਲਣਾ ਵੀ ਨਹੀਂ। ਉਹਨਾਂ ਤੋਂ ਸਟੋਰੀ ਸੁਣ ਲਓ, ਦੂਰ ਰਹਿ ਕੇ ਗੱਲਾਂ ਕਰੋ, ਤਾਂ ਕਿ ਉਹਨਾਂ ਦਾ ਜਿਹੜਾ ਮੈਂਟਲ ਸਟ੍ਰੈਸ ਤਾਂ ਹੋਰ ਵਧਿਆ ਹੋਇਆ ਵੀ ਸ਼ਾਇਦ ਸਾਨੂੰ ਨਾ ਹੋ ਜਾਏ। ਦਰਵਾਜ਼ਾ ਖੋਲ ਕੇ ਉਹ ਅੰਦਰ ਬੈਠੇ ਆ, ਤੁਸੀਂ ਬਾਹਰ ਬੈਠੇ ਆ, ਉਹਨਾਂ ਨਾਲ ਗੱਲਬਾਤ ਇੰਡੀਆ ਦੀ ਇੱਥੇ ਦੀ ਉਹ ਤਾਂ ਕੀਤੀ ਜਾ ਸਕਦੀ ਹੈ। ਪਰ ਜਿਹੜਾ ਤੁਹਾਨੂੰ ਦੱਸਿਆ ਵੀ ਉਹ ਇੱਕੋ ਦਮ ਨਾ ਬੰਬਾਰਮੈਂਟ ਹੋ ਗਈ ਕਿ ਬਚਣਾ ਉਹਦੇ ਨੇੜੇ ਨਹੀਂ ਜਾਣਾ, ਸੋ ਉਹਦੇ ਨਾਲ ਜਿਹੜਾ ਅੰਦਰ ਬੰਦਾ ਬੰਦ ਕੀਤਾ ਉਹਦੇ ਤੇ ਦੁੱਗਣਾ ਤਿੱਗਣਾ ਪ੍ਰੈਸ਼ਰ ਹੈ। ਸੋ ਉਹਨਾਂ ਨੂੰ ਜਿਹੜਾ ਤੁਸੀਂ ਸੁਣਿਆ ਵੀ ਹੋਣਾ, ਸਾਰੇ ਡਾਕਟਰ ਵੀ ਦੱਸ ਰਹੇ ਆ ਕਿ ਜਦੋਂ ਸਾਡੇ ਬ੍ਰੇਨ ਤੇ ਪ੍ਰੈਸ਼ਰ ਪੈ ਜਾਂਦਾ ਤੇ ਉਹ ਆਟੋਮੈਟਿਕਲੀ ਸਾਡਾ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ। ਬਿਲਕੁਲ। ਸੋ ਹਾਂ, ਸਾਨੂੰ ਤਾਂ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਤਕੜੇ ਮੈਂਟਲ ਹੈਲਥ। ਮੈਂ ਤਾਂ ਉਦੋਂ ਤੋਂ ਇਹ ਕਹਿ ਰਹੀ ਹਾਂ ਕਿ ਅਸੀਂ ਕੁਝ ਉਹਨਾਂ ਨੂੰ ਨਵੀਂ ਬਿਮਾਰੀ ਨਾ ਦੇ ਦਈਏ, ਸਟ੍ਰੈਸ ਦੀ, ਮੈਂਟਲ ਸਟ੍ਰੈਸ ਦੀ ਬਿਮਾਰੀ ਨਾ ਦੇ ਦਈਏ। ਔਰ ਇਹ ਹੈਗੀ ਵੀ ਆ, ਜਿਸ ਦਿਨ ਮੈਂ ਟਰੱਕ ਤੇ ਗਿਆ ਨਾ ਜੀ, ਉਦੋਂ 2 ਦਿਨ ਪਹਿਲਾਂ ਇੱਕ ਵਾਇਰਲ ਹੋ ਗਈ ਸੀਗੀ ਆਡੀਓ, ਸਾਰੇ WhatsApp ਗਰੁੱਪਾਂ ਤੇ ਸਾਰੇ ਘੁੰਮ ਗਈ ਸੀਗੀ। ਉਹ ਇੱਕ ਟਰੱਕ ਡਰਾਈਵਰ ਦੀ ਸੀਗੀ, ਉਹਨੇ ਇਹੀ ਦੱਸਿਆ ਸੀ ਕਿ ਮੈਂ ਬਹੁਤ ਆਪਣੇ ਆਪ ਨੂੰ ਬਚਾਇਆ ਤੇ ਮੈਂ ਪੋਜ਼ਿਟਿਵ ਹੋ ਗਿਆ ਤੇ ਮੈਨੂੰ ਹੁਣ ਘਰ ਦੇ ਵਿੱਚ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਹੈ ਵੀ ਕਮਰੇ 'ਚ ਬੰਦ ਕੀਤਾ ਆ, ਮੈਂ ਆਪਣੇ ਨਿਆਣਿਆਂ ਨੂੰ ਦੇਖ ਵੀ ਨਹੀਂ ਸਕਦਾ ਤੇ ਗੱਲ ਵੀ ਨਹੀਂ ਕਰ ਸਕਦਾ ਉਹਨਾਂ ਨਾਲ। ਸੋ ਉਹ ਤੁਸੀਂ ਯਕੀਨ ਮੰਨੋ, ਜੇ ਉਹ ਰੀਅਲ ਹੋਵੇ ਤਾਂ ਉਹ ਉਸ ਬੰਦੇ ਦੇ ਦਿਮਾਗ ਤੇ ਕਿੰਨਾ ਪ੍ਰੈਸ਼ਰ ਉਸ ਵੇਲੇ ਯਕਦਮ ਪੈ ਜਾਂਦਾ ਕਿ ਸਾਰੀ ਲਾਈਫ ਹੀ ਚੇਂਜ ਹੋ ਗਈ, ਮੇਰੇ ਆਪਣੇ ਨਹੀਂ ਮੇਰੇ ਨੇੜੇ ਆ ਰਹੇ। ਬਿਲਕੁਲ, ਇਹ ਚੀਜ਼ਾਂ ਦਾ ਇੰਪੈਕਟ ਜਿਹੜਾ ਹੈਗਾ ਉਹ ਅੱਗੇ ਜਾ ਕੇ ਦਿਸੂਗਾ। ਪਰ ਹੁਣ ਕਹਿ ਰਹੇ ਆ ਕਿ ਜਿਹੜੇ ਬਜ਼ੁਰਗ ਨੇ ਉਹ ਵਾਕ ਕਰਨ ਨਾ ਜਾਣ, ਜਾਂ ਹੁਣ ਗੁਰਦੁਆਰਾ ਸਾਹਿਬ ਵੀ ਬੰਦ ਹੋ ਚੁੱਕੇ ਨੇ, ਹਨਾ। ਸੋ ਉਹ ਚੀਜ਼ਾਂ ਨਾਲ ਉਹਨਾਂ ਤੇ ਸਟ੍ਰੈਸ ਹੈਗਾ ਆ, ਪਰ ਇਹ ਹੈ ਕਿ ਉਹ ਆਪਣੇ ਬਾਹਰ ਆਪਣੇ ਲੌਨ ਦੇ ਵਿੱਚ ਵਾਕ ਕਰਨ, ਉਹਨਾਂ ਨੂੰ ਚਾਹੀਦਾ ਹੈ। ਸੋ ਆਪਣਾ ਖਿਆਲ ਸਾਨੂੰ ਖੁਦ ਨੂੰ ਰੱਖਣਾ ਪੈਣਾ, ਖੇਲਦੇ ਰਹਿਣ, ਕਿਉਂਕਿ ਜਿਹੜਾ ਸਾਡਾ ਪਰਿਵਾਰ ਆ ਉਹਨਾਂ ਸਾਰਿਆਂ ਦੇ ਸਾਡੇ ਜੀਨਸ ਇੱਕ ਆ। ਜੇ ਉੱਥੇ ਨਹੀਂ ਪ੍ਰੋਬਲਮ ਪਈ ਪਿਛਲੇ 2-3 ਹਫ਼ਤਿਆਂ ਤੋਂ, ਉੱਥੇ ਨਹੀਂ ਹੈਗੀ, ਪਰ ਉਹ ਇਸ ਕਰਕੇ ਕਹਿ ਰਹੇ ਆ ਕਿ ਜਿਹਨਾਂ ਦੀ ਏਜ ਜ਼ਿਆਦਾ, ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਆ ਜਾਂ ਕੋਈ ਹੋਰ ਬਿਮਾਰੀ ਆ, ਜੇ ਬਾਹਰ ਤੁਰੇ ਜਾਂਦੇ ਆ ਤਾਂ ਕੋਈ ਲੰਘਦਾ ਬੰਦਾ ਜਿਹੜਾ ਆ ਉਦੋਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਆ ਨਾ ਜਾਵੇ ਵਾਇਰਸ। ਬਿਲਕੁਲ, ਬਹੁਤ ਚੀਜ਼ਾਂ ਬਦਲਣਗੀਆਂ। ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ, ਰਾਈਡ ਜੇ ਕੋਈ ਜਾ ਰਿਹਾ ਹੈਗਾ ਆ, ਉਹਨੂੰ ਬੁਲਾਉਣ ਤੋਂ ਜਾਂ ਉਹਦੇ ਕੋਲ ਜਾਣ ਤੋਂ ਪਹਿਲਾਂ ਤਾਂ ਅਸੀਂ ਡਰਾਂਗੇ ਵੀ ਪਤਾ ਨਹੀਂ ਕੀ ਹੋਣਾ ਆ, ਜਾਂ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ। ਹੁਣ ਜਿਸ ਤਰ੍ਹਾਂ ਕਿਸੇ ਸਟੋਰ ਗਏ ਆ, ਕੋਈ ਬੰਦਾ ਪੁੱਛ ਹੀ ਲੈਂਦਾ ਕਿ ਭਾਜੀ ਕਿੱਧਰ ਨੂੰ ਜਾ ਰਹੇ, ਮੈਨੂੰ ਰਾਈਡ ਚਾਹੀਦੀ ਸੀਗੀ। ਸੋ ਅੱਗੇ ਦੇਖ ਲਓ, ਬਿਨਾਂ ਸੋਚੇ ਸਮਝੇ ਬੰਦਾ ਕਹਿੰਦਾ ਕੋਈ ਨਹੀਂ, ਬੈਠੋ ਹੀ ਛੱਡਿਆ ਨੇ ਆ। ਪਰ ਹੁਣ ਇਹ ਹਾਲਾਤ ਇਦਾਂ ਦੇ ਹੋ ਗਏ ਕਿ ਉਹ ਹੁਣ ਸੋਚਣਾ ਪੈਂਦਾ ਕਿ ਯਾਰ ਕਿਤੇ ਖਤਰਾ ਨਾ ਮੁੱਲ ਲੈ ਲਈਏ। ਪਰ ਦੇਖੋ ਤੁਸੀਂ ਅਰਸ਼ ਜੀ, ਵੀ ਇੱਦਾਂ ਦੇ ਹਾਲਾਤ ਵੀ ਹੋ ਜਾਣੇ ਸੀ ਕਿ ਭਾਵੇਂ ਉਹ ਬੰਦਾ 100% ਸਹੀ ਆ, ਪਰ ਹਾਲਾਤਾਂ ਦੇ ਮੁਤਾਬਕ ਦੂਜੇ ਬੰਦੇ ਨੂੰ ਸੋਚਣ ਤੇ ਮਜਬੂਰ ਹੋਣਾ ਪੈ ਰਿਹਾ ਕਿ ਜੇ ਮੈਂ ਇਹਨੂੰ ਬਿਠਾਲ ਕੇ ਰਾਈਡ ਦੇ ਦੇਵਾਂ, ਕਿਤੇ ਮੈਂ ਤਾਂ ਨਹੀਂ ਇਫੈਕਟ ਹੋ ਸਕਦਾ ਇੱਥੋਂ। ਸੋ ਇੱਕ ਇਨਸਾਨ ਦੇ ਨਾਲ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਜਾਣੇ ਇਨਫੈਕਟਡ ਹੋ ਜਾਣਗੇ। ਸੋ ਇਦਾਂ ਦੀ ਕੰਡੀਸ਼ਨ ਜਿਹੜੀ ਹੈਗੀ ਆ ਰਹੀ ਹੈਗੀ, ਪਰ ਸਲੂਟ ਆ ਉਹਨਾਂ ਨੂੰ, ਫਰੰਟ ਲਾਈਨ ਵਰਕਰਸ ਜਿਵੇਂ ਤੁਸੀਂ ਵੀ ਉਹਨਾਂ ਦੇ ਵਿੱਚੋਂ ਇੱਕ ਹੈਗੇ, ਉਹ ਸੇਵਾ ਨਿਭਾ ਰਹੇ ਹੈਗੇ। ਇੱਕ ਤਰ੍ਹਾਂ ਦੀ ਹੁਣ ਤਾਂ ਸੇਵਾ ਹੀ ਆ, ਚਾਹੇ ਹੁਣ ਉਹ ਸਾਡੇ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਹੈਗੇ ਨੇ। ਸੋ ਸਾਰੇ ਜਿਹੜੇ ਨੇ ਉਹ ਆਪਣਾ ਰੋਲ ਹੈ ਜਿਹੜਾ ਉਹ ਅਦਾ ਕਰ ਰਹੇ ਨੇ। ਪਰ ਮੈਂ ਦੱਸਣਾ ਚਾਹੁੰਦਾ ਕਿ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਸੇਵਾ ਹੈਗੀ ਆ, ਜਿਹੜੇ ਲੋਕਾਂ ਨੂੰ ਇੱਕ ਦੂਜੀ ਥਾਂ 'ਤੇ ਲਿਜਾ ਰਹੇ ਆ, ਟੈਕਸੀ ਡਰਾਈਵਰ ਹੋ ਗਏ, ਊਬਰ ਹੋ ਗਈ, ਟਰਾਂਜ਼ਿਟ ਹੋ ਗਈ, ਉਹ ਜ਼ਿਆਦਾ ਮੈਂ ਕਹਿੰਦਾ ਸੇਵਾ ਉਹਨਾਂ ਦੀ ਵੱਡੀ ਹੈ ਜੀ। ਇੱਕ ਕਾਲਰ ਨੇ ਜੀ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਮੰਗਦਾ ਸੀ ਭਾਜੀ ਨੂੰ ਕਿ ਟਰੱਕਾਂ ਵਾਲਿਆਂ ਨੂੰ ਵਾਕਈ ਇੰਨੀ ਦਿੱਕਤ ਹੈ ਜਿੰਨੀ ਦੱਸਦੇ ਨੇ ਅਮਰੀਕਾ 'ਚ, ਕਿੱਦਾਂ ਹੈ ਉੱਥੇ? ਜੀ ਬਿਲਕੁਲ, ਪੁੱਛ ਲੈਂਦੇ ਆ ਜੀ। ਭਾਜੀ ਦੱਸੋ। ਇੰਨੀ ਮੁਸ਼ਕਲ ਆਉਂਦੀ ਉਹਨਾਂ ਨੂੰ ਵਾਸ਼ਰੂਮ ਦੀ ਜਾਣ ਦੀ ਜੀ ਕਾਲਰ ਜੀ, ਥੈਂਕ ਯੂ ਤੁਹਾਡੀ ਕਾਲ ਦਾ। ਤੇ ਬਾਕੀ ਜਦੋਂ ਨਾ ਹੁਣ ਅਨਪਲੈਨਡ ਕਿਤੇ ਰੁਕਣਾ ਪੈ ਜਾਂਦਾ ਜੀ, ਉੱਥੇ ਦਿੱਕਤ ਹੈਗੀ ਆ, ਕਿਉਂਕਿ ਮੈਂ ਮੈਂਸ਼ਨ ਕੀਤਾ ਸੀ ਕਿ ਹਰ ਇੱਕ ਆਪਣੇ ਬੇਸ 'ਤੇ, ਪਰਸਨਲ ਬੇਸ 'ਤੇ ਬਿਜ਼ਨਸ ਬੇਸ 'ਤੇ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਅਨਨੋਨ ਬੰਦਾ ਆ ਕੇ ਯੂਜ਼ ਕਰੇ। ਪਰ ਜਦੋਂ ਕਿਸੇ ਟਰੱਕ ਸਟਾਪ 'ਤੇ ਰੁਕਦੇ ਆ, ਪ੍ਰੋਪਰ ਪਲਾਨ ਕਰਕੇ ਕਿੱਥੇ ਐਕਸੈਸ ਹੈਗਾ ਆ, ਉੱਥੇ ਨਹੀਂ ਪ੍ਰੋਬਲਮ ਹੈਗੀ ਕੋਈ ਵੀ। ਪਰ ਜਦੋਂ ਅਨਪਲੈਨਡ ਕਿਤੇ ਰੁਕਣਾ ਪੈ ਜਾਂਦਾ, ਤੇ ਆਮ ਜਦੋਂ ਕਿਤੇ ਚਲ ਜੀਦਾ ਸੀਗਾ ਕਿਸੇ ਸਟੋਰ ਦਾ ਵਾਸ਼ਰੂਮ ਯੂਜ਼ ਕਰ ਲਈਏ, ਉਹਨਾਂ ਦੇ ਵਾਕਿਆ ਹੈਗੀ ਆ ਦਿੱਕਤ।
ਜੀ ਬਿਲਕੁਲ ਤੇ ਉਹ ਚੀਜ਼ਾਂ ਜਿਹੜੀਆਂ ਨੇ ਹੁਣ ਹੌਲੀ ਹੌਲੀ ਠੀਕ ਵੀ ਹੋ ਰਹੀਆਂ ਠੀਕ ਵੀ ਹੋ ਨੇ, ਰਹੀਆਂ। ਪਰ ਵਾਕਈ ਜੋ ਉਹ ਚੀਜ਼ਾਂ ਫੇਸ ਕਰਨੀਆਂ ਪੈ ਪਰ ਰਹੀਆਂ ਦੂਜੇ ਸੀ, ਉਹਨਾਂ ਪਾਸੇ ਨੂੰ ਅਰਸ਼ ਦਿੱਕਤ ਆ ਰਹੀ ਸੀ। ਇਹ ਵੀ ਗੱਲ ਹੈਗੀ, ਮੈਂ ਇਹ ਜਦੋਂ ਪਹਿਲਾਂ 10-12 ਸਾਲ ਟਰੱਕ ਚਲਾਇਆ ਉਦੋਂ ਵੀ ਨੋਟ ਕੀਤੀ ਸੀ ਕਿ ਉਹ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਜੇ 1 ਘੰਟੇ ਦੇ ਵਿੱਚ 10 ਬੰਦੇ ਵਾਸ਼ਰੂਮ ਯੂਜ਼ ਕਰ ਰਿਹਾ ਕਿਸੇ ਦਾ, ਕੋਈ ਪਬਲਿਕ ਵਾਸ਼ਰੂਮ ਆ, ਸੋ ਜੇ 8 ਬੰਦੇ ਜਾ ਕੇ ਵਾਸ਼ਰੂਮ ਯੂਜ਼ ਕਰਕੇ ਸਾਰਾ ਕੁਝ ਕਲੀਨ ਕਰਕੇ ਉਹਨੂੰ ਐਜ਼ ਨੀਟ ਕਲੀਨ ਛੱਡ ਕੇ ਆਉਂਦੇ ਆ, ਤੇ ਵਿੱਚੋਂ 1-2 ਇਸ ਤਰ੍ਹਾਂ ਦੇ ਵੀ ਹੁੰਦੇ ਉਹ ਜਾਣ ਕੇ ਨਹੀਂ ਕਰਦੇ ਹੁੰਦੇ, ਉਹਨਾਂ ਦਾ ਜਿਹੜਾ ਬਰੋਟਅਪ ਹੈ ਇਸ ਤਰ੍ਹਾਂ ਹੁੰਦਾ, ਉਹਨਾਂ ਦੇ ਭਾਣੇ ਉਹੀ ਕਲੀਨ ਆ, ਉਹ ਵਾਸ਼ਰੂਮ ਜਾਣ ਤੋਂ ਬਾਅਦ ਇੱਧਰ ਉੱਧਰ ਛਿੱਟੇ ਪਏ ਆ, ਤੇ ਜਿਹੜਾ ਹੱਥ ਧੋਣ ਤੋਂ ਬਾਅਦ ਸਾਬਣ ਥੱਲੇ ਇੱਧਰ ਉੱਧਰ ਡੁੱਲ ਗਿਆ, ਤੇ ਜਿਹੜੇ ਕਲੀਨਸ ਪੇਪਰ ਆ ਉਹ ਛੱਡ ਕੇ ਮਾਰਨੇ ਆ, ਬਿੰਨ ਦੇ ਵਿੱਚ ਨਹੀਂ ਪੈਣੇ, ਬਾਹਰ ਡਿੱਗ ਪੈਣੇ ਫਲੋਰ ਤੇ, ਉਹ 2 ਬੰਦੇ ਹੁੰਦੇ ਆ। ਪਰ ਜਦੋਂ ਫਿਰ ਉਹਨਾਂ ਤੋਂ ਬਾਅਦ ਸਾਡੇ ਵਰਗਾ ਬੰਦਾ ਕੋਈ ਜਾਂਦਾ ਜੀ, ਫਿਰ ਜਾਂ ਉਸ ਰੈਸਟੋਰੈਂਟ ਦੇ ਜਿਹੜੇ ਓਨਰ ਆ ਜਾਂ ਵਾਸ਼ਰੂਮ ਦੇ ਉਹ ਜਾਂਦੇ ਆ, ਫਿਰ ਉਹ ਹੌਲੀ ਹੌਲੀ ਡਿਸੀਜਨ ਲੈਂਦੇ ਕਿ ਯਾਰ ਬੰਦ ਕਰੋ ਲੋਕਾਂ ਦਾ ਵਰਤਣਾ। ਇੱਥੇ ਹੁਣ ਮੈਂ ਲੋਕਲ ਉਦਾਹਰਨ ਦੇ ਦਿੰਦਾ, ਅਸੀਂ ਵੀ ਬਿਜ਼ਨਸ ਕਰਦੇ ਹਾਂ, ਇਸੇ ਕਰਕੇ ਤੁਸੀਂ ਦੇਖ ਲਿਓ ਇੱਥੇ ਛੋਟੇ ਸਟੋਰਾਂ ਦੇ ਵਿੱਚ ਜਦੋਂ ਵੀ ਕੋਈ ਕਹਿੰਦਾ ਵੀ ਵਾਸ਼ਰੂਮ ਯੂਜ਼ ਕਰਨਾ, ਬਹੁਤ ਥੋੜੇ ਹੋ ਗਏ ਜਿਹੜੇ ਕਹਿੰਦੇ ਓਕੇ ਆ ਜਾਓ ਜੀ ਸਾਡਾ ਯੂਜ਼ ਕਰ ਲਓ, ਨਹੀਂ ਤਾਂ ਉਹ ਕਹਿੰਦੇ ਵੀ ਕਾਮਨ ਵਾਸ਼ਰੂਮ ਉਧਰ ਹੈਗਾ ਉੱਥੇ ਜਾ ਕੇ ਯੂਜ਼ ਕਰੋ। ਉਹਦਾ ਰੀਜ਼ਨ ਇਹੀ ਹੁੰਦਾ ਸਟਾਫ ਦੀ ਕਿਉਂਕਿ ਆਪਣੀ ਆਪਣੀ ਜਿਹੜੀ ਵਰਤੋਂ ਕਰਨ ਦੀ ਜਾਣ ਦੀ ਵਾਸ਼ਰੂਮ ਦੀ ਹੈਬਿਟਸ ਅਲੱਗ-ਅਲੱਗ ਹੁੰਦੀਆਂ। ਤੇ ਹੁਣ ਪਰ ਜਿਹੜਾ ਅੱਜ ਸਮਾਂ ਆ ਗਿਆ, ਇਸੇ ਕਰਕੇ ਜੇ ਨਹੀਂ ਵੀ ਕੋਈ ਪ੍ਰੋਬਲਮ ਸੀਗੀ ਤਾਂ ਵੀ ਹੁਣ ਜਿਹੜਾ ਆ ਲੋਕਾਂ ਨੇ ਉਹ ਮਨਾ ਕਰਨਾ ਹੈ ਵੀ ਨਹੀਂ ਸਾਡਾ ਨਹੀਂ। ਜਿਵੇਂ ਹੁਣ ਤੁਸੀਂ ਐਗਜ਼ਾਮਪਲ ਦਿੱਤੀ ਹੈ, ਇਹਦੇ ਤੋਂ ਇਦਾਂ ਹੀ ਲੱਗਦਾ ਹੁੰਦਾ ਕਿ ਗਲਤ ਕੋਈ ਵੀ ਨਹੀਂ ਹੁੰਦਾ, ਵੀ ਸਾਰਿਆਂ ਦੇ ਸੋਚਣ ਦਾ ਤਰੀਕਾ ਜਿਹੜਾ ਉਹ ਡਿਫਰੈਂਟ ਹੁੰਦਾ ਆ। ਸੋ ਅਸੀਂ ਹੁਣ ਕੋਸ਼ਿਸ਼ ਕਰਿਆ ਕਰੀਏ ਕਿ ਅਸੀਂ ਜਦੋਂ ਵੀ ਕਿਤੇ ਜਾ ਰਹੇ ਹੈਗੇ ਆ ਜਾਂ ਅਸੀਂ ਉੱਦਾਂ ਰੋਡ ਤੇ ਵੀ ਜਾ ਰਹੇ ਹੈਗੇ ਆ, ਤਾਂ ਵੀ ਅਸੀਂ ਜਿਹੜੀ ਕਲੀਨਲੀਨੈਸ ਹੈਗੀ ਆ ਉਹਦੇ ਵੱਲ ਧਿਆਨ ਦਈਏ। ਅਸੀਂ ਹੁਣ ਬਾਕੀ ਮੈਂ ਹੁਣ ਸੋਸ਼ਲ ਮੀਡੀਆ ਤੇ ਸਾਰੇ ਮੀਡੀਆ ਦਾ ਮੈਂ ਆਲਵੇਜ਼ ਉਹ ਸ਼ੇਅਰ ਕਰਦਾ ਰਹਿੰਦਾ ਕਿ ਬਾਕੀ ਸਾਰਾ ਕੁਝ ਅਸੀਂ ਦਿਖਾਉਂਦੇ ਰਹਿੰਦੇ ਆ ਕਿ ਆਹ ਇਸ ਤਰ੍ਹਾਂ ਯੂਜ਼ ਕਰਨਾ, ਕੋਈ ਗੈਜਟ ਆ ਉਹਨੂੰ ਇੱਦਾਂ ਯੂਜ਼ ਕਰਨਾ। ਇਸੇ ਤਰ੍ਹਾਂ ਜਿਹੜਾ ਵਾਸ਼ਰੂਮ ਯੂਜ਼ ਕਰਨ ਦਾ ਵੀ ਨਾ ਕੋਈ ਐਜੂਕੇਸ਼ਨ ਜਿਹੜੀਆਂ ਵੀਡੀਓ ਜ਼ਰੂਰ ਹੋਣੀਆਂ ਚਾਹੀਦੀਆਂ। ਯਕੀਨ ਮੰਨਿਓ ਜਿਹੜੇ ਬੰਦੇ ਨੇ ਨਹੀਂ ਉਸ ਤਰ੍ਹਾਂ ਯੂਜ਼ ਕੀਤਾ, ਕਿਉਂਕਿ ਇਹ ਇੱਕ ਪ੍ਰਾਈਵੇਟ ਵਰਤੋਂ ਦੀ ਚੀਜ਼ ਆ, ਕਿਸੇ ਦੇ ਸਾਹਮਣੇ ਨਹੀਂ ਕੋਈ ਕਰਦਾ ਨਾ ਯੂਜ਼। ਸੋ ਜੇ ਇਸ ਤਰ੍ਹਾਂ ਦੀਆਂ ਐਜੂਕੇਸ਼ਨਲ ਵੀਡੀਓਆਂ ਚੱਲਣ ਨਾ ਮੀਡੀਆ 'ਤੇ ਜਾਂ YouTube 'ਤੇ, ਸੋ ਉਹਨਾਂ ਤੋਂ ਜਿਹੜਾ ਫਿਰ ਅੰਦਾਜ਼ਾ ਹੋ ਸਕਦਾ ਕਿ ਕਿਸ ਤਰ੍ਹਾਂ ਈਜ਼ੀ ਵੇ ਤੇ ਤੁਸੀਂ ਜਿਹੜਾ ਆ ਪਬਲਿਕ ਯੂਜ਼ ਕਰਨ ਵਾਲੀ ਚੀਜ਼ ਆ ਉਹਨੂੰ ਕਲੀਨ ਵੀ ਰੱਖ ਸਕਦੇ ਆ, ਆਪ ਵੀ ਬਿਮਾਰੀਆਂ ਤੋਂ ਵੀ ਬਚ ਸਕਦੇ ਆ। ਕਿਉਂਕਿ ਅਸੀਂ ਵਧੀਆ ਮੁਲਕ ਦੇ ਵਿੱਚ ਹੈਗੇ ਆ, ਪਰ ਜਿਵੇਂ ਤੁਸੀਂ ਦੱਸਿਆ ਕਿ ਕੁਝ ਕੁ ਲੋਕਾਂ ਦੀਆਂ ਆਦਤਾਂ ਦੇ ਕਰਕੇ ਜਿਹੜਾ ਹੈਗਾ ਉਹ ਸਾਰਿਆਂ ਨੂੰ ਸਫਰ ਕਰਨਾ, ਜਾਣ ਬੁੱਝ ਕੇ ਨਹੀਂ ਕਰ ਰਹੇ ਹੁੰਦੇ, ਪਰ ਉਹਨਾਂ ਨੇ ਜਿੱਥੋਂ ਉਹਨਾਂ ਨੇ ਸਿੱਖਿਆ ਹੁੰਦਾ ਉਹੀ ਹੈਬਿਟ ਜਿਹੜੀ ਉਹ ਫਿਰ ਚੱਲਦੀ ਰਹਿੰਦੀ ਹੈਗੀ। ਸਹੀ ਹੈ। ਤੇ ਬਹੁਤ ਸਾਰੀਆਂ ਸੰਸਥਾਵਾਂ ਅਮਰਜੀਤ ਜੀ ਸਾਹਮਣੇ ਆਈਆਂ ਨੇ ਜਿਹੜੀਆਂ ਫੂਡ ਸਰਵਿਸ ਦੇ ਰਹੀਆਂ ਨੇ, ਤੇ ਤੁਸੀਂ ਵੀ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ, ਜਿਵੇਂ ਰਾਈਟ ਟੂ ਸਰਵਾਈਵ ਹੈ ਤੇ ਹੋਰ ਜਿਹੜੀਆਂ ਬਹੁਤ ਸਾਰੀਆਂ ਫਾਊਂਡੇਸ਼ਨਸ ਦੇ ਨਾਲ ਜੁੜੇ ਹੋ। ਉਹ ਫਾਊਂਡੇਸ਼ਨਸ ਇਸ ਵੇਲੇ ਐਕਟਿਵ ਹੈਗੀਆਂ ਨੇ, ਕੀ ਕੰਮ ਕਰ ਰਹੀਆਂ ਨੇ ਇਸ ਵੇਲੇ? ਨਹੀਂ ਜੀ, ਸਾਰਾ ਕੁਝ ਪਹਿਲਾਂ ਤਾਂ ਪੋਸਟਪੋਨ ਹੋਈਆਂ ਸੀਗੀਆਂ ਸਾਡੇ ਇਵੈਂਟ ਸਾਰੇ, ਪਰ ਹੁਣ ਲਾਸਟ ਵੀਕ ਜਿਹੜੀ ਸਾਡੀ ਰਾਈਟ ਟੂ ਸਰਵਾਈਵ ਦੀ ਇਸ ਸਾਲ ਦੀ ਰਾਈਡ ਤੇ ਜਿਹੜੇ ਫੰਡ ਰੇਜ਼ਿੰਗ ਇਵੈਂਟ ਸੀਗੇ ਸਾਰੇ ਉਹ ਕੈਂਸਲ ਕਰ ਦਿੱਤੇ ਗਏ ਆ। ਤੇ ਹਾਰਟ ਐਂਡ ਸਟੋਰ ਫਾਊਂਡੇਸ਼ਨ ਦੀ ਵੀ ਅੱਜ ਸਵੇਰੇ ਈਮੇਲ ਆਈ ਆ, ਉਹਨਾਂ ਨੇ ਵੀ ਪਹਿਲਾਂ ਉਹਨੂੰ ਕਹਿ ਲਓ ਪੋਸਟਪੋਨ ਜਾਂ ਕਹਿ ਲਓ ਕੀਤਾ ਸੀਗਾ, ਪਰ ਉਹਨਾਂ ਦੇ ਹੁਣ ਉਹਨਾਂ ਨੇ ਵੀ ਸਾਰੇ ਜਿਹੜੇ ਈਵੈਂਟ ਕੈਂਸਲ ਕਰ ਦਿੱਤੇ ਆ, ਕਿਉਂਕਿ ਜਦੋਂ ਇਹ ਸਾਰਾ ਕੁਝ ਨੋਰਮਲ ਹੋ ਵੀ ਜਾਣਾ ਉਹ ਤੋਂ ਬਾਅਦ ਜਿਹੜੇ ਈਵੈਂਟ ਹੁੰਦੇ ਆ ਇਹ ਹੁੰਦੇ ਆ ਲੋਕਾਂ ਦੀ ਸ਼ਮੂਲੀਅਤ ਨਾਲ। ਸ਼ਮੂਲੀਅਤ ਹੁਣ ਅਖਲਾਕੀ ਤੌਰ ਤੇ ਬਣਦੀ ਨਹੀਂ ਅਸੀਂ ਕਰੀਏ। ਹੁਣ ਤੁਸੀਂ ਇਹ ਦੇਖ ਲਓ ਅਰਸ਼ ਜੀ ਕਿ ਜੇ ਹੁਣ ਤੁਹਾਡੇ ਘਰੇ ਜੇ ਸਾਡੇ ਘਰੇ ਕੋਈ ਪ੍ਰੋਗਰਾਮ ਰੱਖਣਾ ਤੇ ਪਹਿਲਾਂ ਤਾਂ ਇੱਦਾਂ ਹੁੰਦੀ ਸੱਦ ਲਓ ਜੀ, ਉਹਨਾਂ ਦੀ ਫੈਮਿਲੀ ਸੱਦ ਲਓ, ਸ਼ਹਿਰ ਦੀ ਫੈਮਿਲੀ ਸੱਦ ਲਓ। ਹੁਣ ਜਦੋਂ ਓਪਨ ਹੋਵਾਂਗੇ ਸੋ ਅਸੀਂ ਮੈਨੂੰ ਭਾਵੇਂ ਨਾ ਇਹ ਗੱਲ ਆਉਣੀ ਹੈ ਕਿ ਬਸ ਆਹ ਨੇੜੇ ਵਾਲੀਆਂ ਫੈਮਲੀਆਂ 2-3 ਸੱਦ ਲਓ। ਬਿਲਕੁਲ, ਉਹ ਸੱਦ ਲਓ। ਉਹਨਾਂ ਨੇ ਵੀ ਡਰਦੇ ਆਉਣਾ ਵੀ ਹੁਣ ਜਾਈਏ ਇਹਨਾਂ ਦੇ ਨਾ ਜਾਈਏ, ਕਿ ਘਰੇ ਕਿਵੇਂ ਰਹਿੰਦੇ ਹੋਣਗੇ, ਬਾਹਰੋਂ ਕਿਹਨੂੰ ਮਿਲ ਕੇ ਆਏ ਹੋਣਗੇ। ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਨੀਆਂ ਨੇ ਅੱਗੇ ਜਾ ਕੇ, ਕਿਉਂਕਿ ਅਸੀਂ ਜੇ ਖਬਰਾਂ ਦੀ ਮੰਨੀਏ, WHO ਦੀ ਮੰਨੀਏ, ਤਾਂ ਉਹ ਕਹਿੰਦੇ ਕਿ 1 ਸਾਲ ਤੋਂ 2 ਸਾਲ ਸਾਨੂੰ ਤੇ ਉਸ ਤੋਂ ਵੱਧ ਸਾਲ ਵੀ ਲੱਗ ਸਕਦਾ ਹੈ ਇਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਨਿਕਲਣ ਜੀ। ਪਰ ਬਹੁਤ ਵੱਡੀ ਜੀ ਇਹ ਸਿੱਖਿਆ ਲੈਣ ਵਾਲੀ ਗੱਲ ਹੈਗੀ ਇਹ, ਤੇ ਬਚਣਾ ਵੀ ਚਾਹੀਦਾ ਔਰ ਬਚਾਅ 'ਚ ਹੀ ਬਚਾਇਆ। ਦੇਖੋ ਤੁਸੀਂ, ਮੈਂ ਤਾਂ ਇਹ ਕਹਿੰਦਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਇਦਾਂ ਦੀ ਅਲਾਮਤ ਆਈ ਆ ਵੀ ਜਿਹਦੇ ਵਿੱਚ ਅਸੀਂ ਇਹੀ ਕਰਨਾ ਕਿ ਆਪਣੇ ਘਰੇ ਰਹਿਣਾ ਆ ਤੇ ਦੂਰੀ ਬਣਾ ਕੇ ਰੱਖਣੀ ਆ ਦੂਜਿਆਂ ਤੋਂ, ਜਦ ਕਿ ਇਹ ਕੰਮ ਉਦੋਂ ਹੁੰਦਾ ਸੀ
ਜਦੋਂ ਤੁਹਾਡੀ ਕਿਸੇ ਨਾਲ ਲੜਾਈ ਹੋ ਜਾਵੇ ਵੀ ਹੁਣ ਨਹੀਂ ਮੈਂ ਉਹਨਾਂ ਨਾਲ ਬੋਲਣਾ, ਨੇੜੇ ਨਹੀਂ ਜਾਣਾ ਉਹਨਾਂ ਦੇ। ਹੁਣ ਪਹਿਲਾਂ ਅਸੀਂ ਕਹਿੰਦੇ ਸੀਗੇ ਸਾਡੇ ਕੋਲ ਟਾਈਮ ਨਹੀਂ, ਅਸੀਂ ਘਰੇ ਕਦੋਂ ਰਵਾਂਗੇ ਅਸੀਂ, ਪਰ ਹੁਣ ਅਸੀਂ ਜੇ ਪੋਜ਼ਿਟਿਵ ਵੇ ਦੇ ਨਾਲ ਸੋਚੀਏ ਤਾਂ ਇਕਨੋਮੀ ਜਿਹੜੀ ਹੈਗੀ ਆ ਉਹਨੂੰ ਵੀ ਟਾਈਮ ਲੱਗਣਾ ਹੈਗਾ, ਪੈਸੇ ਵੀ ਅਸੀਂ ਫੇਰ ਵੀ ਕਮਾ ਲੈਣੇ ਹੈਗੇ, ਸਭ ਕੁਝ ਹੋ ਜਾਣਾ ਹੈਗਾ। ਪਰ ਹੁਣ ਸਾਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਸਾਡੇ ਕੋਲ ਕੱਲ ਦਾ ਦਿਨ ਹੈ ਕਿ ਨਹੀਂ ਹੈ, ਪਰ ਸਾਨੂੰ ਹੁਣ ਸੋਚਣਾ ਪੈਣਾ ਹੈ, ਸਪੈਸ਼ਲ ਜੀਣਾ ਪੈਣਾ ਆ, ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ ਪੈਣਾ ਆ। ਜਦੋਂ ਜਿਹੜਾ ਅਸੀਂ ਕਹਿੰਦੇ ਸੀ ਕਿ ਹੁਣ ਮੇਰੇ ਕੋਲ ਪੜਾਉਣ ਦਾ ਟਾਈਮ ਨਹੀਂ ਹੈਗਾ, ਸਾਡੇ ਕੋਲ ਹੁਣ ਵਾਕ ਕਰਨ ਜਾਣ ਦਾ ਟਾਈਮ ਨਹੀਂ ਹੈਗਾ, ਕਿਉਂਕਿ ਆਪਣੇ BC ਦੇ ਵਿੱਚ ਵਾਕ ਕਰਨ ਤੇ ਪਾਬੰਦੀ ਨਹੀਂ ਹੈਗੀ। ਸੋ ਜਿੱਥੇ ਜਿੱਥੇ ਪਾਬੰਦੀ ਨਹੀਂ ਹੈਗੀ ਉੱਥੇ ਉੱਥੇ ਤੁਸੀਂ ਵਾਕ ਕਰਨ ਜਾ ਸਕਦੇ ਆ, ਪਰ ਜੇ ਹੈਗੀ ਆ ਤਾਂ ਪਲੀਜ਼ ਆਪਣੇ ਘਰਾਂ ਦੇ ਵਿੱਚ ਹੀ ਰਹੋ, ਇਹੀ ਕਵਾਂਗੇ ਸਾਰਿਆਂ ਨੂੰ। ਤੇ ਨਾਲ ਨਾਲ ਅਸੀਂ ਇਹ ਵੀ ਕਵਾਂਗੇ ਕਿ ਜਿਹੜਾ ਆਹ ਟਾਈਮ ਮਿਲਿਆ ਹੈਗਾ ਇਹਨੂੰ ਅਸੀਂ ਪੋਜ਼ਿਟਿਵ ਵੇ ਨਾਲ ਸਪੈਂਡ ਕਰੀਏ। ਹੁਣ ਅਸੀਂ ਤੁਹਾਡੇ ਨਾਲ ਹੀ ਗੱਲ ਕਰ ਲਈਏ ਕਿ ਤੁਹਾਡਾ 2 ਘੰਟੇ ਜਿਹੜਾ ਬਿਜ਼ਨਸ ਤੁਸੀਂ ਖੋਲਦੇ ਆ ਜਾਂ ਤੁਸੀਂ ਜੇ ਕੋਈ ਮਾੜੀ ਮੋਟੀ ਵਧਾਤਾ ਜੀ ਟਾਈਮ। ਹੁਣ ਪਹਿਲਾਂ ਅਸੀਂ ਪਿਛਲੀ ਵੀਕ ਸੈਚਰਡੇ 2 ਘੰਟੇ ਲਈ ਖੋਲਿਆ ਸੀਗਾ ਜੀ, ਫੋਨ ਫਾਰਵਰਡ ਕੀਤੇ ਹੋਇਆ, ਬੇਟੀ ਆਨਸਰ ਕਰਦੀ ਆ, ਤੇ ਹੋਰ ਤਾਂ ਕੁਝ ਬਾਕੀ ਸਾਰਾ ਕੁਝ ਠੱਪ ਸੀਗਾ। ਪਰ ਇਹਨਾਂ ਦਿਨਾਂ 'ਚ ਅਰਸ਼ੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੈਰਮ ਬੋਰਡ ਦੀ ਵਿਕਰੀ ਬਹੁਤ ਵਧੀ। ਇਹੀ ਮੈਂ ਐਡ ਕਰਨਾ ਚਾਹੁੰਦੀ ਸੀ। ਤੇ ਹਾਲਾਂਕਿ ਕੈਰਮ ਬੋਰਡ ਅਸੀਂ ਲਾਸਟ ਈਅਰ ਇੰਪੋਰਟ ਕੀਤੇ ਸੀਗੇ ਪੂਰਾ ਕੰਟੇਨਰ, ਤੇ ਉਦੋਂ ਤੋਂ ਜਦੋਂ ਨਵੰਬਰ ਮਹੀਨਾ ਆਉਂਦਾ ਨਾ, ਜਦੋਂ ਮੀਂਹ ਸ਼ੁਰੂ ਹੁੰਦੇ ਆ, ਬਾਹਰ ਹਨੇਰਾ ਜਲਦੀ ਹੋ ਜਾਂਦਾ, ਉਹਨਾਂ ਦਿਨਾਂ 'ਚ ਥੋੜੀ ਬਹੁਤ ਸੇਲ ਅਪ ਹੁੰਦੀ ਸੀ ਕੈਰਮ ਬੋਰਡ ਦੀ। ਪਰ COVID-19 ਨੇ ਜੀ ਸਾਡਾ ਕਹ ਲਓ ਬਈ ਸਟਾਕ ਖਤਮ ਕਰਤਾ ਇਧਰੋਂ ਉਧਰੋਂ। ਹਾਂ, ਕਿਉਂਕਿ ਉਹ ਗੇਮ ਇਦਾਂ ਦੀ, ਦੇਖੋ ਜਿਹੜੀਆਂ ਵੀਡੀਓ ਗੇਮਾਂ ਤੁਹਾਡੀਆਂ ਅੱਖਾਂ ਨੂੰ ਹਾਰਮ ਕਰੂਗੀਆਂ, ਠੀਕ ਹੈ, ਤੁਹਾਡਾ ਬ੍ਰੇਨ ਉਹ ਦੂਜੇ ਪਾਸੇ ਬਿਜ਼ੀ ਹੋਊਗਾ। ਮੈਂ ਤਾਂ ਕਹਿੰਦਾ ਰਿਲੈਕਸ, ਮੈਨੂੰ ਤਾਂ ਲੱਗਦਾ ਨਹੀਂ ਕੋਈ ਨਿਆਣਾ ਵੀਡੀਓ ਗੇਮ ਖੇਲ ਕੇ ਰਿਲੈਕਸ ਹੋਊਗਾ, ਸਟ੍ਰੈਸ ਹੀ ਹੋਊਗਾ ਉਹਦਾ। ਪਰ ਜਿਹੜੀ ਇਹ ਗੇਮ ਇਦਾਂ ਦੀ ਆ ਕਿ ਲੌਂਗ ਟਾਈਮ ਖੇਲਣੀ ਪੈਣੀ ਆ ਤੇ ਰਿਲੈਕਸ ਵੀ ਹੈਗੀ ਆ, ਤੇ ਦੂਜੇ ਪਾਸੇ ਜਦੋਂ ਗੇਮ ਫਸ ਜਾਂਦੀ ਆ ਫਿਰ ਬੰਦਾ ਉਹ ਛੱਡ ਕੇ ਵੀ ਨਹੀਂ ਜਾਂਦਾ ਕਿ ਜਦ ਤੱਕ ਹੁਣ ਮੈਂ ਇਹਨੂੰ ਐਂਡ ਨਹੀਂ ਕਰਦਾ ਇਹਦਾ। ਸਹੀ ਗੱਲ ਹੈ। ਸੋ ਬੱਚੇ ਰੂਟਸ ਦੇ ਨਾਲ ਜੁੜ ਰਹੇ ਨੇ, ਛੋਟੇ ਹੁੰਦੇ ਖੇਡਦੇ ਹੁੰਦੇ ਸੀ ਤੇ ਹੁਣ ਕਈ ਬੱਚਿਆਂ ਨੂੰ ਪਤਾ ਵੀ ਨਹੀਂ ਸੀ ਕਿ ਕੈਰਮ ਬੋਰਡ ਹੁੰਦਾ ਕੀ ਹੈਗਾ ਆ। ਬੈਡਮਿੰਟਨ ਲੋਕ ਖੇਡਣ ਲੱਗ ਗਏ ਹੈਗੇ ਆਪਣੇ ਲੌਨ ਦੇ ਵਿੱਚ। ਸੋ ਇਦਾਂ ਦੀਆਂ ਜਿਹੜੀਆਂ ਫਿਜ਼ੀਕਲ ਐਕਟੀਵਿਟੀਜ਼ ਦੇ ਨਾਲ ਜੁੜੀਆਂ ਗੇਮਸ ਹੈਗੀਆਂ ਨੇ ਛੋਟੇ ਹੁੰਦਿਆਂ ਦੀਆਂ, ਉਹ ਵੀ ਅਸੀਂ ਬੱਚਿਆਂ ਨੂੰ ਦੱਸ ਰਹੇ ਹੈਗੇ ਆ। ਸੋ ਪੋਜ਼ਿਟਿਵ ਵੇ ਦੇ ਨਾਲ ਅਸੀਂ ਇਹਨੂੰ ਲੈ ਰਹੇ ਹੈਗੇ ਆ। ਸੋ ਹੁਣ ਜਿਵੇਂ ਅਸੀਂ ਸੰਸਥਾਵਾਂ ਦੀ ਗੱਲ ਕੀਤੀ ਸੀ, ਬਿਜ਼ਨੈਸਿਸ ਦੀ ਗੱਲ ਕੀਤੀ ਸੀ, ਸਾਰੇ ਆਪਣੇ ਆਪਣੇ ਤੌਰ ਦੇ ਉੱਤੇ ਕੰਮ ਕਰ ਰਹੇ ਹੈਗੇ, ਜਿਵੇਂ ਜਿਸ ਨੂੰ ਸਹੀ ਲੱਗ ਰਿਹਾ ਉਵੇਂ ਕਰ ਰਹੇ ਹੈਗੇ। ਇਕਨੋਮੀ ਨੂੰ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਕਨੋਮੀ ਬਹੁਤ ਵੱਡਾ ਘਾਟਾ ਪੈਣ ਵਾਲਾ ਇਕਨੋਮੀ ਦਾ। ਤੁਸੀਂ ਆਪਣੇ ਐਜ਼ ਅ ਬਿਜ਼ਨਸਮੈਨ ਕੀ ਦੇਖਦੇ ਹੈਗੇ ਆ ਇਸ ਸਾਲ ਨੂੰ ਜਾਂ 2021 ਨੂੰ? ਇਸ ਤਰ੍ਹਾਂ ਜੀ, ਬਿਲਕੁਲ ਅਨਐਕਸਪੈਕਟਡ ਹੋਇਆ ਹੈ। ਤੁਹਾਨੂੰ ਮੈਂ ਦੱਸਿਆ ਕਿ ਸਾਡੇ ਪਲਾਨ ਤਾਂ ਸੀਗੇ ਗਰੋ ਹੋਣ ਦੇ ਤੇ ਹੋਰ ਇਨਵੈਸਟਮੈਂਟ ਕਰਕੇ ਡਬਲ ਟ੍ਰਿਪਲ ਕਰਨ ਦੇ ਕੰਮ ਨੂੰ, ਪਰ ਹਾਲਾਤ ਚੇਂਜ ਹੋ ਗਏ। ਪਰ ਹੁਣ ਜਿਹੜਾ ਇਹੀ ਹੈ ਕਿ ਟਾਈਮ ਲੱਗਣਾ। ਸਾਡਾ ਬਿਜ਼ਨਸ ਤਾਂ ਸਪੈਸ਼ਲੀ ਆਹ ਸਮਰਾਂ ਤਾਂ ਬਿਲਕੁਲ ਨਹੀਂ ਪਿਕ ਹੋਣਾ, ਪਰ ਇਹ ਹੈਗਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਮੈਂਸ਼ਨ ਕੀਤਾ, ਹੁਣ ਬਜਾਏ ਇਸ ਗੱਲ ਤੇ ਜ਼ੋਰ ਦੇਣ ਦੇ ਕਿ ਸੇਲ ਕਿੱਦਾਂ ਵਧਾਉਣੀ ਆ, ਹੁਣ ਇਸ ਗੱਲ 'ਤੇ ਇਹ ਵੀ ਕਿਸ ਤਰ੍ਹਾਂ ਇਹਨੂੰ ਹੋਰ ਜ਼ਿਆਦਾ ਕਹ ਲਓ ਵੀ ਮੈਨੇਜ ਕਰਕੇ ਅਤੇ ਜਿਹੜੇ ਖਰਚੇ ਘਟਾ ਕੇ, ਤਾਂ ਕਿ ਜਿਹੜੀ ਵੇਚਣ ਵਾਲੀ ਚੀਜ਼ ਆ ਉਹ 'ਤੇ ਸਾਡਾ ਓਵਰਹੈਡ ਘਟੇ ਅਤੇ ਉਹ ਫਿਰ ਕਹ ਲਓ ਵੀ ਮਾਰਜਨ ਤਾਂ ਸਾਨੂੰ ਜ਼ਿਆਦਾ ਦੂਜਾ ਨਾ ਕਰਨਾ ਪਵੇ, ਮਾਰਜਨ ਜ਼ਿਆਦਾ ਰੱਖਣਾ ਪਵੇ। ਸੋ ਇਹ ਸਾਰਿਆਂ ਨੂੰ ਹੈਲਪ ਕਰਨੀ ਪੈਣੀ ਆ। ਤੁਹਾਡੇ ਜਿੱਦਾਂ ਤੁਸੀਂ ਵੀ ਸ਼ਿਪਮੈਂਟ ਮੰਗਵਾਉਂਦੇ ਹੈਗੇ ਆ, ਹੁਣ ਤਾਂ ਤੁਸੀਂ ਵੀ ਸ਼ਿਪਮੈਂਟ ਲੈ ਕੇ ਜਾਣ ਲੱਗ ਗਏ ਹੈਗੇ ਆ ਅਮਰੀਕਾ ਨੂੰ। ਸੋ ਉੱਥੇ ਜਿਹੜੀ ਸ਼ਿਪਮੈਂਟ ਰਿਸੀਵ ਕਰਦੇ ਨੇ ਜਾਂ ਤੁਸੀਂ ਆਪ ਰਿਸੀਵ ਕਰਦੇ ਆ ਆਪਦੇ ਸਟੋਰ ਦੇ ਉੱਤੇ, ਸੋ ਉਹ ਸਾਰੀ ਸੈਨੀਟਾਈਜ਼ ਹੁੰਦੀ ਆ। ਸੋ ਉਹ ਕਿਸ ਤਰ੍ਹਾਂ ਹੁਣ ਹੋਣ ਲੱਗ ਗਿਆ ਕੰਮ? ਕਿਉਂਕਿ ਪਹਿਲਾਂ ਤਾਂ ਅਸੀਂ ਬਾਕਸਿਸ ਉੱਦਾਂ ਹੀ ਰੱਖ ਲੈਂਦੇ ਹੁੰਦੇ ਸੀ ਸਟੋਰਾਂ ਦੇ ਵਿੱਚ, ਤੇ ਹੁਣ ਉਹ ਸਾਰੇ ਬਾਕਸਿਸ ਸੈਨੀਟਾਈਜ਼ ਹੋ ਰਹੇ ਜਾਂ ਨਹੀਂ ਹੋ ਰਹੇ? ਸੋ ਕਿਸ ਤਰ੍ਹਾਂ ਕੰਮ ਚੱਲ ਰਿਹਾ? ਉਹ ਇਸ ਤਰ੍ਹਾਂ ਹੈ ਕਿ ਹੁਣ ਵੈਸੇ ਤਾਂ ਬਹੁਤ ਘੱਟ 5% ਹੀ ਹੈਗਾ ਕੋਈ ਸਮਾਨ ਜਿਹੜਾ ਆਉਂਦਾ ਆ, ਜ਼ਿਆਦਾ ਸਾਡਾ ਲੋਕਲ ਇੱਥੋਂ ਹੀ ਆਉਂਦਾ। ਅਤੇ ਉਹ ਜਿਹੜਾ ਡਿਲੀਵਰੀ ਡਰਾਈਵਰ ਆਉਂਦਾ ਵੀ ਆ, ਉਹ ਬਿਨਾਂ ਤੁਹਾਡੇ ਫਿਜ਼ੀਕਲ ਕੋਂਟੈਕਟ ਦੇ ਉਹ ਰੱਖ ਕੇ ਅਤੇ ਉੱਥੋਂ ਵਾਪਸ ਚਲ ਜਾਂਦਾ। ਅਤੇ ਅਸੀਂ ਟਰਾਈ ਕਰੀ ਦੀ, ਜਦੋਂ ਤੱਕ ਸਾਨੂੰ ਚਾਹੀਦਾ ਨਹੀਂ ਨਾ ਉਹ ਬਕਸ ਆ, 1-2 ਘੰਟੇ ਤੱਕ ਤਾਂ ਉਹਨੂੰ ਛੇੜਨਾ ਹੀ ਨਹੀਂ। ਬਾਕੀ ਪਤਾ ਨਹੀਂ, ਸੁਣਨ 'ਚ ਇਹ ਆਇਆ ਕਿ ਜਿਹੜਾ ਇਹ ਸਰਵਿਸ ਹੁੰਦਾ, ਜੇ ਕਿਤੇ ਵਾਇਰਸ ਹੈਗਾ ਆ ਅਤੇ ਉਹਦੇ 'ਤੇ ਉਹ ਮੈਂ ਕਿਹਾ 2-3 ਘੰਟੇ ਤੋਂ ਜ਼ਿਆਦਾ ਨਹੀਂ ਰਹਿੰਦਾ। ਪਰ ਫਿਰ ਵੀ ਜੇ ਸਾਨੂੰ ਚਾਹੀਦਾ ਵੀ ਹੈ ਨਾ, ਤਾਂ ਫਿਰ ਅਸੀਂ ਡਿਸਇਨਫੈਕਸ਼ਨ ਸਪਰੇਅ ਮਾਰ ਕੇ ਉਹਨੂੰ ਸਾਫ਼ ਕਰਕੇ ਖੋਲ੍ਹ ਲਈਦਾ। ਚਾਹੀਦਾ ਵੀ ਇਹੀ ਹੈ। ਹਾਂ, ਪਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇੱਕ ਸ਼ਿਪਮੈਂਟ ਸਾਡੀ ਚਾਈਨਾ ਤੋਂ ਆਈ ਸੀਗੀ ਅਤੇ ਇੱਕ ਇੰਡੀਆ ਤੋਂ। ਜਦੋਂ ਸ਼ੁਰੂਆਤ ਹੀ ਹੋਈ ਆ ਤਾਂ ਉਦੋਂ ਜਿਹੜੇ ਚਾਈਨਾ ਤੋਂ ਸ਼ਿਪਮੈਂਟ ਆਈ ਸੀ ਉਹ ਰੈਗੂਲਰ ਸੀਗੀ, ਕੋਈ ਉਹਦੇ 'ਚੋਂ ਮਤਲਬ ਪਤਾ ਨਹੀਂ ਸੀ ਲੱਗਦਾ ਕਿ ਇਹ 'ਤੇ ਕੋਈ ਸਪਰੇਅ ਵਗੈਰਾ ਕੀਤੀ ਹੋਈ। ਪਰ ਜਿਹੜੀ ਇੰਡੀਆ ਤੋਂ ਆਈ ਸੀਗੀ ਉਹਨੂੰ ਬਕਾਇਦਾ
ਬਹੁਤ ਵਾਰੀ ਸਪਰੇਅ ਮਾਰੀ ਉਹ ਸੀਗੀ, ਤੇ ਜਦੋਂ ਅਸੀਂ ਖੋਲਿਆ ਵੀ ਤਾਂ ਵੀ ਉਹਦੇ ਵਿੱਚੋਂ ਸਮੈਲ ਵੀ ਆਉਂਦੀ ਸੀਗੀ, ਤਾਂ ਲੱਗਦਾ ਸੀ ਪਤਾ ਵੀ ਇਹਨੂੰ ਡਿਸਇਨਫੈਕਟ ਕੀਤਾ ਗਿਆ। ਸੋ ਸਾਰੇ ਆਪਦੇ ਪੱਧਰ ਦੇ ਉੱਤੇ ਕੰਮ ਕਰ ਰਹੇ ਹੈਗੇ ਆ ਤਾਂ ਕਿ ਹਰ ਕੋਈ ਸੇਫ ਰਵੇ, ਕਿਉਂਕਿ ਹੁਣ ਜਿਵੇਂ ਅਸੀਂ ਵੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਮੰਗਦੇ ਹੈਗੇ ਆ, ਤੇ ਸਾਰੇ ਇਦਾਂ ਹੀ ਕਹਿੰਦੇ ਕਿ ਜਿੱਥੇ ਵੀ ਸਾਰੇ ਹੈਗੇ ਆ ਸੇਫ ਰਹਿਣ। ਬਿਲਕੁਲ ਜੀ ਜੀ। ਸੋ ਇਹਦਾ ਫਰਕ ਸਾਰੇ ਪਾਸੇ ਹੈਗਾ। ਬਾਕੀ ਬੱਚਿਆਂ ਦਾ ਦੇਖੋ ਤੁਸੀਂ ਆਨਲਾਈਨ ਦਾ ਸਕੂਲਾਂ ਦਾ ਪਤਾ ਨਹੀਂ ਕਿੰਨੇ ਸਾਲ ਲੱਗਣੇ ਸੀਗੇ ਸਿਸਟਮ ਕਰਨੇ ਨੂੰ, ਪਰ ਹੁਣ ਜਿਹੜਾ ਉਹ ਪਾਸਾ ਆ ਉਹ ਜਿਹੜਾ ਸੈਕਟਰ ਆ ਆਨਲਾਈਨ ਸਾਰਾ ਕੁਝ ਕਰਨ ਦਾ, ਉਹ ਇੰਨਾ ਬਿਜ਼ੀ ਆ, ਆਪਣੇ ਆਪ ਨੂੰ ਇੰਨੀ ਜਲਦੀ ਸਟੈਬਲਿਸ਼ ਕਰ ਰਿਹਾ, ਤੇ ਉਹਦੇ ਨਾਲ ਦੇਖੋ ਨੌਲੇਜ ਤਾਂ ਬੱਚਿਆਂ ਨੇ ਉਨੀ ਲੈਣੀ ਆ, ਪਰ ਮੇਰੇ ਹਿਸਾਬ ਨਾਲ ਥੋੜ੍ਹਾ ਜਿਹਾ ਵੀ ਫਰਕ ਪੈ ਜਾਣਾ ਕਿ ਜਦੋਂ ਆਨਲਾਈਨ ਬੱਚਾ ਪੜ੍ਹੂਗਾ, ਹਜੇ ਉਹਨੂੰ ਪਤਾ ਵੀ ਮੈਂ ਧਿਆਨ ਨਾਲ ਗੱਲ ਸੁਣਨੀ ਆ, ਕਲਾਸ ਕਈ ਵਾਰੀ ਨਹੀਂ ਸੁਣਦੇ। ਸੋ ਬਹੁਤ ਜ਼ਿਆਦਾ ਜਿਹੜਾ ਹੈਗਾ ਨਾ ਇੰਪੈਕਟ ਹੈਗਾ ਆ। ਹੁਣ ਬੱਚਿਆਂ ਦੀ ਤੁਸੀਂ ਗੱਲ ਕੀਤੀ ਸੀ, ਹੋ ਸਕਦਾ ਕਿ ਉਹਨਾਂ ਨੂੰ ਇਹ ਸਟੱਡੀ ਜ਼ਿਆਦਾ ਵਧੀਆ ਲੱਗਦੀ ਹੋਵੇ ਸਕੂਲ ਜਾਣ ਨਾਲੋਂ, ਕਿ ਸਾਨੂੰ ਸਵੇਰੇ ਛੇਤੀ ਉਠਾ ਲੈਂਦੇ ਸੀ, ਹੁਣ ਪਰਟੀਕੂਲਰ ਕਲਾਸਿਸ ਆ ਜਾਂਦੀਆਂ। ਹੁਣ ਕਈ ਪੇਰੈਂਟਸ ਨੂੰ ਇਹ ਵੀ ਹੈਗਾ ਆ ਕਿ ਹੁਣ ਬੱਚੇ ਪਤਾ ਨਹੀਂ ਸਕੂਲ ਜਾਣਗੇ ਵੀ ਕਿ ਨਹੀਂ ਜਾਣਗੇ, ਆਦਤ ਹੀ ਨਾ ਬਣ ਜਾਵੇ ਘਰੇ ਰਹਿਣ ਦੀ, ਕਿ ਉਹਨਾਂ ਦਾ ਕਲਾਸ ਦੇ ਵਿੱਚ ਜਾ ਕੇ ਜੀ ਲੱਗੂਗਾ। ਹੁਣ ਬਹੁਤ ਚੀਜ਼ਾਂ ਨੇ ਨਾ ਜਿਹੜੀਆਂ ਨਵੇਂ ਸਿਰੇ ਤੋਂ ਜਿਹੜੀ ਲਾਈਫ ਸ਼ੁਰੂ ਕਰਨ ਵਾਲਾ ਮਾਹੌਲ ਬਣਿਆ ਹੋਇਆ ਹੈ, ਪਰ ਜੋ ਹੋਵੇਗਾ ਉਹ ਰੱਬ ਦੀ ਕਿਰਪਾ ਦੇ ਨਾਲ ਸਹੀ ਹੋਈ ਹੋਵੇਗਾ। ਜੋ ਉਹਨੇ ਸੋਚਿਆ ਆ ਉਹ ਤਾਂ ਹੋ ਕੇ ਹੀ ਰਹੇਗਾ, ਹੈ ਨਾ। ਸੋ ਹੁਣ ਆਪਣੇ ਕੋਲ ਟਾਈਮ ਵੀ ਉਨਾ ਹੀ ਆ, ਤੇ ਕਹਿਣਾ ਕੀ ਚਾਹੋਗੇ ਜਾਂਦੇ ਜਾਂਦੇ ਇਸ ਕਰੋਨਾ ਵਾਇਰਸ ਤੋਂ ਤੇ ਕਮਿਊਨਿਟੀ ਦੇ ਵਿੱਚ? ਤੇ ਆਪਣੇ ਆਪਣੇ ਘਰਾਂ 'ਚ ਬੈਠੇ ਲਿਵਿੰਗ ਰੂਮਾਂ 'ਚ ਤੇ ਕੁਝ ਫੋਨਾਂ ਤੇ ਵੀਰ ਭਰਾ ਸਾਡੇ ਦੇਖ ਰਹੇ ਹੋਣੇ ਆ। ਸੋ ਹੁਣ ਤਾਂ ਵੈਸੇ ਸਾਰਿਆਂ ਨੂੰ ਪਤਾ ਲੱਗ ਚੁੱਕਾ ਕਿ ਚੜ੍ਹਦੀ ਕਲਾ 'ਚ ਰਹਿਣਾ ਆ, ਤੇ ਮੌਕਾ ਮਿਲਿਆ ਇਹ ਸਾਰਿਆਂ ਨੂੰ, ਸਾਨੂੰ ਬਿਮਾਰੀ ਤੋਂ ਹੀ ਬਚਣਾ ਆ। ਪਲੱਸ ਜਿਹੜੀ ਇਹ ਹੈਗੀ ਕਿ ਮੇਰਾ ਇੱਕ ਦੋਸਤ ਆ ਸੁੱਖੀ ਰਾਏ, ਤੇ ਉਹਦਾ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦਿਨਾਂ ਦੇ ਵਿੱਚ ਨਾ ਜੋ ਆਪਾਂ ਪਿੱਛੇ ਗਲਤੀਆਂ ਕਰਦੇ ਰਹੇ ਆ, ਉਹਨਾਂ ਨੂੰ ਲੱਭ ਕੇ ਨਾ ਉਹਨਾਂ ਨੂੰ ਐਲੀਮੀਨੇਟ ਕਰੋ, ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਇੰਪਲੀਮੈਂਟ ਕਰ ਲਓ ਜੀ। ਸੋ ਇਹ ਸਮਾਂ ਵੈਸੇ ਉੱਦਾਂ ਮਿਲਣਾ ਨਹੀਂ ਹੁੰਦਾ, ਕਿਉਂਕਿ ਚੱਲਦੇ ਕੰਮ 'ਚ ਟਾਈਮ ਨਹੀਂ ਲੱਗਦਾ ਹੁੰਦਾ। ਸੋ ਇਹ ਹੈਗੀ ਗੱਲ ਕਿ ਪੋਜ਼ੀਟਿਵ ਜੇ ਚੀਜ਼ ਲੈਣੀ ਹੋਵੇ, ਸੋ ਅੱਜ ਦੇ ਸਮੇਂ 'ਚ ਇਹ ਲੈ ਸਕਦੇ ਆ। ਤੇ ਬਾਕੀ ਸਾਰਿਆਂ ਦੇ ਨਾਲ ਹੀ ਆ ਜੀ, ਤੇ ਪ੍ਰੀਕਾਸ਼ਨ ਜ਼ਰੂਰੀ ਹੈ ਸਾਰਿਆਂ ਦੀ। ਸੋ ਜਿੰਨਾ ਚਿਰ ਜਿਹੜੀਆਂ ਗਵਰਨਮੈਂਟ ਆ, ਸਾਡੀਆਂ ਅਥਾਰਟੀਜ਼ ਆ, ਜਿੱਦਾਂ ਉਹ ਸਟੈਪ ਚੱਕ ਰਹੀਆਂ, ਉਹਦਾ ਸਾਥ ਦੇਣਾ ਸਾਡਾ ਫਰਜ਼ ਹੈ ਸਾਰਿਆਂ ਦਾ। ਬਿਲਕੁਲ ਜੀ, ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਆ। ਜਦੋਂ ਹੁਣ ਟਰੱਕਿੰਗ ਇੰਡਸਟਰੀ ਨੂੰ ਲੋੜ ਸੀਗੀ ਤਾਂ ਤੁਸੀਂ ਉੱਥੇ ਵੀ ਕੰਮ ਸ਼ੁਰੂ ਕੀਤਾ ਤਾਂ ਕਿ ਉੱਥੇ ਵੀ ਘਾਟ ਨਾ ਆਵੇ, ਤੇ ਕਮਿਊਨਿਟੀ ਦੇ ਵਿੱਚ ਵੀ ਤੁਸੀਂ ਲਗਾਤਾਰ ਆਪਣੀਆਂ ਸੇਵਾਵਾਂ ਦਿੰਦੇ ਰਹਿੰਦੇ ਹੈਗੇ ਆ। A1 ਸਪੋਰਟਸ ਦੇ ਨਾਲ ਵੀ ਜਿਹੜਾ ਹੈਗਾ ਆ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਤਰ੍ਹਾਂ ਦਾ ਜੋ ਵੀ ਜਿਹੜਾ ਕੰਮ ਹੈਗਾ ਆ ਕਮਿਊਨਿਟੀ ਦੇ ਵਿੱਚ ਕਰਦੇ ਰਹਿੰਦੇ ਹੈਗੇ ਆ। ਬਾਕੀ ਤੁਸੀਂ ਇੱਕ ਵਿਚਾਲੇ ਮੈਂਸ਼ਨ ਕੀਤੀ ਸੀ ਜਿਹੜੀ ਆਪਣੀ ਹੈਂਡ ਔਨ ਬੈਕ ਸੁਸਾਇਟੀ, ਜਿਹਦੇ ਥਰੂ ਅਸੀਂ ਫੰਡ ਰੇਜ਼ਰ ਜਾਂ ਹੋਰ ਜਿਹੜੇ ਯੂਥ ਦੇ ਪ੍ਰੋਗਰਾਮ ਚਲਾਉਂਦੇ ਸੀਗੇ, ਉਹ ਤਾਂ ਹੁਣ ਸਾਰੇ ਅਸੀਂ ਬੰਦ ਹੀ ਪਏ ਆ। ਅਤੇ ਪਹਿਲਾਂ ਮੈਂ ਵੀ ਸੋਚਿਆ ਸੀ ਕਿ ਆਪਣੇ ਵਲੰਟੀਅਰ ਨੂੰ ਸੱਦ ਕੇ ਕੋਈ ਨਾ ਕੋਈ ਜਿਹੜੀ ਲੋਕਲ ਲੋਕਾਂ ਦੀ ਹੈਲਪ ਲਈ, ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ, ਕਿਉਂਕਿ ਸਮਾਂ ਸਾਰਿਆਂ ਨੂੰ ਮਿਲ ਗਿਆ ਹੁਣ। ਪਹਿਲਾਂ ਤੁਸੀਂ ਯਾਦ ਹੈ, ਤੁਸੀਂ ਵਾਰ-ਵਾਰ ਪੁੱਛਦੇ ਤੁਸੀਂ ਸਮਾਂ ਕਿੱਦਾਂ ਕੱਢ ਲੈਂਦੇ ਆ, ਹੈ ਨਾ ਜੀ। ਚਲੋ ਉਦੋਂ ਤਾਂ ਅਸੀਂ ਆਪਣੇ ਕੰਮ ਨੂੰ ਛੱਡ ਕੇ ਸਮਾਂ ਕੱਢਦੇ ਸੀ, ਪਰ ਹੁਣ ਸਾਰਿਆਂ ਨੂੰ ਸਮਾਂ ਮਿਲ ਗਿਆ। ਸੋ ਉਸ ਸਮੇਂ ਨੂੰ ਵਧੀਆ ਤਰੀਕੇ ਨਾਲ ਸਾਰਿਆਂ ਨੇ ਯੂਟੀਲਾਈਜ਼ ਕੀਤਾ। ਆਪਣੇ ਆਪਣੇ ਨੇੜੇ ਸਾਰੇ ਹੀ ਤੁਸੀਂ ਫੇਸਬੁੱਕ 'ਤੇ ਵੀ ਦੇਖਿਆ ਹੋਣਾ ਕਿ ਹਰ ਇੱਕ ਬੰਦੇ ਨੇ ਪਾਇਆ ਕਿ ਆਹ ਮੇਰਾ ਫ਼ੋਨ ਨੰਬਰ ਹੈ, ਜੇ ਕਿਤੇ ਨੇੜੇ ਤੇੜੇ ਕਿਸੇ ਨੂੰ ਕੋਈ ਲੋੜ ਆ ਤਾਂ ਮੈਂ ਅਵੇਲੇਬਲ ਆ। ਸੋ ਬਹੁਤ ਹੀ ਵਧੀਆ ਉਹ ਜਿਹੜੀ ਗੱਲ ਹੈਗੀ ਪੋਜ਼ੀਟਿਵ ਵਿੱਚੋਂ ਇਹਦੇ ਨਿਕਲੀ ਹੈ ਜੀ। ਬਿਲਕੁਲ ਜੀ, ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ, ਤੇ ਤੁਸੀਂ ਵੀ ਆਪਣਾ ਧਿਆਨ ਰੱਖੋ, ਕਮਿਊਨਿਟੀ ਦੇ ਨਾਲ ਇੱਦਾਂ ਹੀ ਜੁੜੇ ਰਹੋ, ਤੇ ਛੇਤੀ ਅਸੀਂ ਕਰੋਨਾ ਵਾਇਰਸ ਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਕੱਢ ਦੇਵਾਂਗੇ। ਜੀ ਤੁਹਾਡਾ ਵੀ ਆਸ਼ੀ ਤੇ ਸਾਂਝਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਜੀ। ਜਿਹੜੇ ਸਮੇਂ ਸਾਨੂੰ ਟਾਈਮ ਦੇ ਦਿੰਦੇ ਆ ਤੇ ਸਾਡੇ ਸਰੋਤਿਆਂ ਨਾਲ ਗੱਲਾਂ ਕਰਨ ਦਾ। ਓਕੇ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਖੁਸ਼ ਰਹੋ ਤੇ ਚੜ੍ਹਦੀ ਕਲਾ 'ਚ ਰਹੋ ਜੀ ਸਾਰੇ। ਥੈਂਕ ਯੂ ਜੀ। ਥੈਂਕ ਯੂ ਜੀ। ਬਿਲਕੁਲ ਜੀ, ਤੇ ਕਰੋਨਾ ਵਾਇਰਸ ਨੇ ਤਾਂ ਸਾਨੂੰ ਮਤਲਬ ਪਤਾ ਨਹੀਂ ਦਿਮਾਗ ਦੇ ਵਿੱਚ ਕੀ ਕੁਝ ਸੋਚਣ ਲਗਾ ਦਿੱਤਾ ਹੈਗਾ ਆ, ਪਰ ਉਹ ਸਭ ਕੁਝ ਨੈਗੇਟਿਵ ਚੀਜ਼ਾਂ ਕੱਢ ਕੇ ਅਸੀਂ ਪੋਜ਼ੀਟਿਵ ਚੀਜ਼ਾਂ ਨੂੰ ਸੋਚੀਏ। ਸੋ ਜੋ ਗਾਈਡਲਾਈਨਸ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਫੋਲੋ ਕਰੀਏ, ਹੱਥ ਧੋਂਦੇ ਰਹੀਏ, ਲੋਕਾਂ ਤੋਂ ਦੂਰੀ ਬਣਾ ਕੇ ਰੱਖੀਏ, ਤੇ ਇੱਦਾਂ ਹੀ ਦੇਖਦੇ ਰਹੀਏ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।